परमेश्वर असीं तुहाडा शुक्र करदे हां अज दे दिन ते अज दी घड़ी ते प्रभु जी तुसीं सानूं आपदे भवन च लैके आए प्यारे परमेश्वर असीं सारे बहुत खुश हां प्रभु जी जदों तुसीं सानूं आपदे भवन च लैके आए प्यारे परमेश्वर होन दे प्यारे परमेश्वर जिन्ने साडे भैन भरा घरे बैठे सर्विस देख रहे हैं प्यारे परमेश्वर वो तेरे आनंद नूं महसूस कर सकन प्यारे परमेश्वर साडे सब दे नाल होना प्रभु जी ਇਹ ਜੋ ਚਰਚਾ ਪੂਰਨ ਤੌਰ ਤੇ ਪ੍ਰਭੂ ਜੀ ਸਾਰਾ ਕੁਝ ਫੇਸ 3 ਦੇ ਵਿੱਚ ਆ ਕੇ ਸਭ ਕੁਝ ਨਾਰਮਲ ਹੋ ਜੇ ਤੇ ਸਭ ਕੁਝ ਖੁੱਲ ਜੇ ਪਿਆਰੇ ਪਰਮੇਸ਼ਰ ਕਿ ਅਸੀਂ ਪੂਰੀ ਚਰਚ ਫਿਰ ਭਰ ਕੇ ਤੇਰੀ ਮਹਿਮਾ ਕਰ ਸਕੀਏ ਪਿਆਰੇ ਪਰਮੇਸ਼ਰ ਅਸੀਂ ਆਪਣੇ ਆਪ ਨੂੰ ਆਪਣੀ ਪੂਰੀ ਕਲੀਸਿਆ ਨੂੰ ਪ੍ਰਭੂ ਜੀ ਆਪਣੇ ਪਾਸਟਰ ਨੂੰ ਤੇਰੇ ਚਰਨਾਂ ਦੇ ਵਿੱਚ ਰੱਖਦੇ ਸਾਡੇ ਨਾਲ ਹੋ ਪਿਆਰੇ ਪਰਮੇਸ਼ਰ ਸਾਰਾ ਕੁਝ ਮੰਗ ਲੈਨੇ ਪਾਲ ਨੇ ਤੇਰੇ ਪਿਆਰੇ ਬੇਟੇ ਯਿਸੂ ਦੇ ਨਾਮ ਵਿੱਚ ਸਾਡੀ ਦੋਨੋਂ ਸੁਣ ਤੇ ਆਮੀਨ ਹੁਣ ਆਪਾਂ ਕਹਾਂਗੇ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਮਸੀਹਾ ਦੇ ਘਰ ਚੱਲੀਏ ਥੈਂਕ ਯੂ ਲਾਰਡ ਹੈਲੋ Hey, hey,
ਸਾਰਿਆਂ ਨੂੰ ਜੈ ਮਸੀਹ ਦੀ ਗੁੱਡ ਮਾਰਨਿੰਗ। ਬੜੇ ਚਿਰ ਦੇ ਬਾਅਦ ਅਸੀਂ ਪ੍ਰਭੂ ਦੇ ਘਰ ਦੇ ਵਿੱਚ ਆਏ। ਈਵਨ ਸਾਡੀ ਆਨਲਾਈਨ ਸਰਵਿਸ ਚੱਲਦੀ ਸੀ, ਮਗਰ ਜਿਹੜੀ ਖੁਸ਼ੀ ਇਕੱਠਿਆਂ ਹੋ ਕੇ ਮਿਲ ਕੇ ਇੱਕ ਦੂਜੇ ਦੇ ਨਾਲ ਪ੍ਰਭੂ ਦੀ ਅਸੀਂ ਉਸਤਤ ਕਰਦੇ ਹਾਂ, ਉਹ ਵੱਖਰਾ ਹੀ ਆਨੰਦ ਹੈਗਾ। ਸ਼ੁਕਰ ਕਰਦੇ ਹਾਂ ਅਸੀਂ ਕਾਫੀ ਸਮਾਂ ਅਸੀਂ ਕਰੇ ਰਹੇ ਹਾਂ, ਈਵਨ ਪੂਰਾ ਵਰਲਡ ਚਰਚਾਂ ਵਗੈਰਾ ਬੰਦ ਸੀਗੀਆਂ, ਪਰ ਫਾਈਨਲੀ ਪ੍ਰਭੂ ਦੀ ਕਿਰਪਾ ਦੇ ਨਾਲ ਚਰਚ ਅੱਜ ਖੁੱਲੀ ਆ। ਪ੍ਰੇਜ਼ ਦਾ ਲਾਰਡ। ਸਾਰੇ ਮਿਲ ਕੇ ਤਾਲੀਆਂ ਵਜਾਓ ਜ਼ੋਰ ਦੀ। ਸਾਡੇ ਮੂੰਹ ਬੰਦ ਹੋ ਸਕਦੇ ਨੇ ਪਰ ਸਾਡੇ ਹੱਥ ਖੁੱਲੇ ਨੇ, ਰਾਈਟ। ਅਸੀਂ ਹੱਥਾਂ ਦੇ ਨਾਲ ਗਾ ਕੇ ਪ੍ਰਭੂ ਦੀ ਵਡਿਆਈ ਕਰੀਏ। ਆਮੀਨ। ਜਿਨ੍ਹਾਂ ਕੋ ਬਾਈਬਲਾਂ ਹਨ, Psalm 122 ਸੌਰੀ Psalm 122 ਜਿਵੇਂ ਸਾਨੂੰ ਅਸੀਂ ਇੰਡੀਆ ਸੀ, ਮੈਨੂੰ ਯਾਦ ਆ ਗਿਆ ਕਿ ਜਦੋਂ ਵੀਜ਼ਾ ਘਰ ਆਇਆ ਕੈਨੇਡਾ ਦਾ ਤਾਂ ਬੜੀ ਖੁਸ਼ੀ ਹੋਈ ਕਿ ਵੀ ਮੈਂ ਕੈਨੇਡਾ ਨੂੰ ਜਾਣਾ। ਅੱਜ ਵੀ ਅਸੀਂ ਉਸ ਤਰ੍ਹਾਂ ਖੁਸ਼ ਹਾਂ, ਸਾਡੀ ਅੱਜ ਚਰਚ ਖੁੱਲੀ ਆ। ਪ੍ਰੇਜ਼ ਦਾ ਲਾਰਡ। ਚਰਚ ਖੁੱਲੀ, ਅਸੀਂ ਇਕੱਠੇ ਮਿਲ ਕੇ ਉਸ ਪ੍ਰਭੂ ਦੀ ਉਸਤਤ ਕਰ ਰਹੇ ਹਾਂ ਜਿਸ ਨੇ ਆਪਣੀ ਜਾਨ ਦਿੱਤੀ ਸਾਡੇ ਲਈ। ਇਸ ਗੱਲ ਦੀ ਅਸੀਂ ਖੁਸ਼ੀ ਮਨਾਈਏ, ਖੁਸ਼ ਹੋ ਕੇ ਪ੍ਰਭੂ ਦੇ ਘਰ। ਵਚਨ ਦੇ ਵਿੱਚ ਲਿਖਿਆ, ਮੈਂ ਖੁਸ਼ ਹੋਇਆ, ਮੈਂ ਖੁਸ਼ ਹੋਇਆ, ਅਸੀਂ ਖੁਸ਼ ਹੋਏ, ਮੈਂ ਤੇ ਮੇਰੇ ਬੱਚੇ ਖੁਸ਼ ਹੋਏ, ਮੈਂ ਤੇ ਮੇਰੀ ਵਾਈਫ ਖੁਸ਼ ਹੋਏ, ਮੈਂ ਤੇ ਮੇਰਾ ਹਸਬੈਂਡ ਖੁਸ਼ ਹੋਇਆ। ਅਸੀਂ ਖੁਸ਼ ਹੋਏ ਜਦੋਂ ਮੈਨੂੰ ਉਹਨਾਂ ਕਿਹਾ, ਕਿਹਨਾਂ ਕਿਹਾ? WhatsApp ਨੇ। ਜਦੋਂ ਤੁਸੀਂ ਮੈਸੇਜ ਪੜ੍ਹਿਆ ਕਿ ਚਰਚ ਖੁੱਲ ਰਹੀ ਆ, ਜਦੋਂ ਸਾਨੂੰ ਪਤਾ ਲੱਗਾ WhatsApp ਦੇ ਵਿੱਚ ਕਿ ਚਰਚ ਖੁੱਲਦੀ ਪਈ ਆ, ਮੈਂ ਖੁਸ਼ ਹੋਇਆ। ਜਦੋਂ ਮੈਨੂੰ ਉਹਨਾਂ ਕਿਹਾ ਆਓ ਅਸੀਂ ਪ੍ਰਭੂ ਦੇ ਘਰ ਚੱਲੀਏ, ਵਾਟ ਆ ਗ੍ਰੇਟ, ਕਿਤਨੀ ਖੁਸ਼ੀ ਦੀ ਗੱਲ ਆ, ਰਾਈਟ। ਇਸ ਤੋਂ ਇਲਾਵਾ ਖੁਸ਼ੀ ਕੋਈ ਨਹੀਂ ਕਿ ਅਸੀਂ ਜਿੰਦਾ ਪਰਮੇਸ਼ਰ ਦੇ ਘਰ ਬੈਠ ਕੇ ਉਸ ਨਾਲ ਗੱਪ-ਸ਼ਪ ਮਾਰੀਏ, ਗੱਲਾਂ ਕਰੀਏ, ਵਰਸ਼ਿਪ ਕਰੀਏ, ਵਚਨ ਸੁਣੀਏ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਉਹਨਾਂ ਆਖਿਆ ਆਓ ਅਸੀਂ ਪ੍ਰਭੂ ਦੇ ਘਰ ਚੱਲੀਏ, ਪ੍ਰਭੂ ਦੇ ਘਰ ਚੱਲੀਏ। ਮੈਂ ਚਾਹੁੰਦਾ ਦੋ ਜਣੇ ਪ੍ਰਭੂ ਦੀ ਉਸਤਤ ਕਰਨ, ਦੋ ਜਣੇ ਖੜੇ ਹੋ ਕੇ ਪ੍ਰਭੂ ਦੀ ਉਸਤਤ ਇਸ ਲਈ ਕਰਨ ਕਿ ਉਹਦਾ ਘਰ ਖੁੱਲਿਆ ਅੱਜ। ਦੋ ਬੰਦੇ, ਐਨੀਵਨ, ਖੜੇ ਹੋ ਕੇ ਬੋਲੋ। ਪ੍ਰੇਜ਼ ਦਾ ਲਾਰਡ। ਸੀ ਆਪਣੇ ਘਰੋਂ ਸਾਨੂੰ ਆਪਣੇ ਘਰ ਲੈ ਕੇ ਆਇਆ, ਆਪਣੇ ਘਰ। ਇਸ ਤੋਂ ਅੱਛੀ ਖੁਸ਼ੀ ਕੋਈ ਨਹੀਂ। ਦੂਸਰਾ ਬੰਦਾ, ਕੋਈ ਹੋਰ? Praise the Lord. और ਥੈਂਕ ਯੂ ਮੇਰੀ ਭੈਣ। ਸੀ ਪ੍ਰਭੂ ਦੀ ਖੁਸ਼ੀ, ਇਹ ਪ੍ਰਭੂ ਦੀ ਖੁਸ਼ੀ ਆ, ਸਾਡੀ ਆਪਣੀ ਖੁਸ਼ੀ ਪ੍ਰਭੂ ਦੀ ਖੁਸ਼ੀ ਆ। ਉਹ ਆਪਣਾ ਆਨੰਦ ਸਾਡੇ ਅੰਦਰ ਭਰ ਦਿੰਦਾ ਵਾ। ਸੋ ਮੈਂ ਖੁਸ਼ ਹੋਇਆ ਜਦੋਂ ਮੈਨੂੰ ਉਹਨਾਂ ਕਿਹਾ ਆਓ ਜੀ ਪ੍ਰਭੂ ਦੇ ਘਰ ਚੱਲੀਏ, ਆਓ ਜੀ ਕੈਲਗਰੀ ਪੰਜਾਬੀ ਕ੍ਰਿਸਚਨ ਚਰਚ ਚੱਲੀਏ। ਅਸੀਂ ਲੈਟਸ ਪ੍ਰੇ, ਖੜੇ ਹੋ ਕੇ ਪ੍ਰੇ ਕਰਾਂਗੇ। ਤੇ ਜਦੋਂ ਵਰਸ਼ਿਪ ਕਰਾਂਗੇ ਅਸੀਂ ਮੇਕ ਸ਼ੋਰ ਸਾਰਿਆਂ ਨੇ ਤਾਲੀ ਵਜਾਣੀ ਆ, ਇਹ ਖੁਸ਼ੀ ਦੀ ਤਾਲੀਆਂ, ਰਾਈਟ। ਪ੍ਰਭੂ ਇੱਥੇ ਮੌਜੂਦ ਆ। ਪਿਆਰੇ ਪਰਮੇਸ਼ਰ, ਤੇਰਾ ਬਹੁਤ ਸ਼ੁਕਰਾਨਾ ਖੁਦਾ ਬਾਪ, ਔਰ ਤੇਰਾ ਬੜਾ ਪਿਆਰਾ ਵਾਦਾ ਜਿੱਥੇ 2 ਜਾਂ 3, ਈਵਨ ਅਸੀਂ ਆਨਲਾਈਨਾਂ 'ਚ ਵੀ ਹੁੰਦੇ ਸੀ ਪ੍ਰਭੂ, ਹਲੇ ਵੀ ਹੈਗੇ ਨੇ, ਮਗਰ ਤੂੰ ਸਾਡੇ ਨਾਲ ਆ। ਜਿੱਥੇ 2 ਜਾਂ 3 ਮੇਰੇ ਨਾਂ 'ਚ ਇਕੱਠੇ, ਮੈਂ ਉਹਨਾਂ ਦੇ ਨਾਲ ਹੁੰਦਾ। ਮੈਂ ਇਸ ਵੇਲੇ ਪ੍ਰਭੂ ਜੀ ਆਪਣੇ ਆਪ ਨੂੰ, ਸਾਰੀ ਕਲੀਸਿਆ ਨੂੰ, ਆਨਲਾਈਨ 'ਚ ਜੋ ਵੀ ਦੇਖ ਰਹੇ ਆ ਖੁਦਾ ਬਾਪ, ਸਭ ਨੂੰ ਤੇਰੇ ਪਿਆਰੇ ਪਵਿੱਤਰ ਘੇਰੇ ਦੇ ਵਿੱਚ ਕਰ ਦੇਣਾ ਪ੍ਰਭੂ ਯਿਸੂ। ਕਿਉਂਕਿ ਜਦੋਂ ਅਸੀਂ ਤੇਰੇ ਅੰਡਰ ਆ ਜਾਂਦੇ ਆ ਤਾਂ ਕੋਈ ਰੁਕਾਵਟ ਸਾਨੂੰ ਤੇਰੇ ਤੋਂ ਵੱਖ ਨਹੀਂ ਕਰ ਸਕਦੇ।
तेरा नाम मुबारक। प्रभु यसू तेरा नाम मुबारक। ਅਸੀਂ तेरे बच्चे हाँ, ਅਸੀਂ तेरी चीज़ों के वारिस भी हाँ, इसलिए ਅਸੀਂ खुश मनाने कि साडा नाम जीवन की पोथी दे विच लिखिया होया खुदा बाप। हमेशा च जिंदगी तेरे नाल खुदा बाप, धरती ते भी और प्रभु जी स्वर्गां दे विच भी। तेरा नाम मुबारक। प्रभु जी वो सारी रुकावटां ਜਿਹੜੀਆਂ डर के कारण किसी के मन दे विच आंदी है, यसू तेरे नाम दे विच दूर हो जाए। There is no any more रुकावट। In the name of Jesus, clean it up। साडे मनां नूं शांत कर। हो गया जिहड़ा आपां घरे बैठे सी प्रभु, मनां नूं शांत कर। असीं तेरे घर आए हैं, तेरी वर्शिप करन, तेरे वचन नूं सुनन। बड़ा प्यारा ते जिंदा वचन जिहड़ा साडे दिलां नूं साफ करदा, सानू चलना सिखांदा, सानू बोलना सिखांदा, साडे मनां दे नाल गल करना सिखांदा। प्यारे परमेश्वर तेरा नाम मुबारक। पवित्र आत्मा तेरा शुकराना, खुदा बाप तेरा शुकराना, प्रभु यीशु मसीह तेरा शुकराना। सारी वर्शिप टीम नूं तेरे हत्थां च दिन्ने आ, पास्टर नूं तेरे हत्थां च दिन्ने आ। खुदा बाप जिंदा वचन जदों असीं सुणीए, तू ही बोली और तू ही सिखाई, क्योंकि तेरियां सिक्ख्यावां जिहड़ियां ओह अनोखियां खुदा बाप। तेरे बोलन दा ढंग जिहड़ा प्रभु जी वखरा खुदा बाप। सब नूं ब्लैस कर, सब दियां जरूरतां नूं तू पूरियां कर, क्योंकि तू जानदा साडा नाम तो अपनी हथेली ते उत्ते लिखिया होया खुदा बाप। मैनूं कहण दी लोड़ नहीं, तू जानदा किस दियां किहड़ियां जरूरतां। बंद दरवाजे नूं खोल खुदा बाप, यसू अपने नाम दे विच। बीमारां नूं शिफा दे। यस, तेरे कोल बैठिया तेरियां गल्लां सुणदे ने। हो सकते कई बीमार होण खुदा बाप, यसू तेरे नाम दे विच शिफा वा। और सब दे मनां दे विच डर नूं दूर कर खुदा बाप, कि असीं सारे मिलके तेरी वर्शिप करिए। प्रभु यीशु मसीह दे नाम दे विच मंग लैने ते पा लैने। सारी संगत कहे आमीन। यस खुदा बाप। जलाल विच वधदा जावां, ऊंचा नाम तेरा करदा जावां। तेरे जलाल विच वधदा जावां, ऊंचा नाम तेरा करदा जावां। सब कुछ सहना दिल ते, पूरी तेरी सहना होवे। सब कुछ सहना दिल ते, पूरी तेरी सहना होवे। तेरे बिना मैं मरदा जावां, ऊंचा ना तेरा करदा जावां। तेरे बिना मैं मरदा जावां, ऊंचा ना तेरा करदा जावां। जलाल विच वधदा जावां, ऊंचा
तसल्लियां हर कोई देवे, जिंदा ना कोई कर सकता है, मुझ तसल्लियां हर कोई देवे। यीशु नाम तो जिंदगी पावा, ऊंचा ना तेरा करे राजावा। यीशु नाम तो जिंदगी पावा, ऊंचा ना तेरा करे राजावा। तेरे जलाल विच वधदा जावा, ऊंचा ना तेरा करे राजावा। तेरे जलाल विच वधदा जावा, ऊंचा ना तेरा करे राजावा। हालेलुया बोलो हालेलुया, 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 हालेलुया बोलो हालेलुया। बोलो प्रभु यीशु मसीह की जय। ਹਾਲੇਲੂਇਆ ਬੋਲੋ ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਗॉड ਇਜ਼ ਗੁੱਡ ਆਲ ਦਾ ਟਾਈਮ, ਗॉड ਇਜ਼ ਗੁੱਡ। ਪ੍ਰਭੂ ਹਰ ਵਕਤ ਭਲਾ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਜੋ ਬਿਲਡਿੰਗਾਂ ਬੰਦ ਸੀ ਉਹ ਖੋਲਤੀਆਂ, ਜਿੱਥੇ ਪ੍ਰਭੂ ਦੀ ਵਿਸ਼ਵਾਸ ਸੰਗਤ ਇਕੱਠੀ ਹੋ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਆਈ ਆ। ਅਸੀਂ ਪ੍ਰਭੂ ਦਾ ਸਾਰੇ ਇੱਕ ਮਨ ਹੋ ਕੇ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਸੱਚਮੁੱਚ ਅੱਜ ਦਾ ਦਿਨ ਪ੍ਰਭੂ ਨੇ ਬਣਾਇਆ, ਅਸੀਂ ਸਾਰੇ ਉਸ ਦਾ ਧੰਨਵਾਦ ਕਰਦੇ ਹਾਂ। ਅਸੀਂ ਸ਼ੁਕਰ ਕਰਦੇ ਹਾਂ ਉਸ ਦਾ। ਇਹ ਸਾਡਾ ਪ੍ਰਭੂ ਮਹਾਨ ਤੇ ਜਿੰਦਾ ਪਰਮੇਸ਼ਵਰ ਆ। ਪ੍ਰਭੂ ਦੇ ਵਚਨ 'ਚ ਲਿਖਿਆ ਕਿੰਨਾ ਭਲਾ ਹੈ ਪ੍ਰਭੂ ਦਾ ਧੰਨਵਾਦ ਕਰਨਾ ਤੇ ਪਰਮ ਪ੍ਰਧਾਨ ਦੇ ਗੁਣ ਗਾਉਣਾ। ਇਹ ਕਿੰਨਾ ਭਲਾ ਉਸ ਦਾ ਧੰਨਵਾਦ ਕਰਨਾ ਤੇ ਉਸਦੇ ਗੁਣਾਂ ਨੂੰ ਗਾਉਣਾ, ਕਿਉਂਕਿ ਉਹ ਬੜਾ ਮਹਾਨ ਪਰਮੇਸ਼ਵਰ ਆ। ਅੱਜ ਦੇ ਦਿਨ ਦੇ ਲਈ ਅਸੀਂ ਉਹਦਾ ਇਸ ਲਈ ਸ਼ੁਕਰ ਕਰਦੇ ਹਾਂ ਕਿ ਉਸਨੇ ਸਾਨੂੰ ਜਿੰਦਾ ਰੱਖਿਆ। ਔਰ ਉਸਦੇ ਨਾਲ ਹੀ ਪ੍ਰਭੂ ਨੇ ਮੈਨੂੰ ਇੱਕ ਭਜਨ ਦਿੱਤਾ ਅੱਜ ਦੇ ਲਈ, ਜੋ ਮੈਂ ਪ੍ਰਭੂ ਦੀ ਉਸਤਤ ਦੇ ਵਿੱਚ ਗਾਉਂਦੀ ਹਾਂ। ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਆਏ ਹਾਂ ਅਸੀਂ, ਧੰਨਵਾਦ ਦੀ ਭੇਟ ਲਿਆਏ ਹਾਂ ਅਸੀਂ। ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਆਏ ਹਾਂ ਅਸੀਂ, ਧੰਨਵਾਦ ਦੀ ਭੇਟ ਲਿਆਏ ਹਾਂ ਅਸੀਂ। ਤੇਰੇ ਪੁੱਤਰ ਦੇ ਲਹੂ ਨੇ ਕੀਤਾ ਸਾਫ਼ ਸਾਨੂੰ, ਤੇਰੇ ਪਿਆਰ ਨੇ ਕੀਤਾ ਆਜ਼ਾਦ ਸਾਨੂੰ। ਤੇਰਾ ਆਸਰਾ ਰਹਿੰਦਾ ਹੈ ਸਦਾ ਨਾਲ ਸਾਡੇ, ਵਿਗੜੀ ਹੋਈ ਸੀ ਕਿਸਮਤ ਬਣਾਤੇ ਭਾਗ ਸਾਡੇ। ਧੰਨਵਾਦ ਦੀ ਭੇਟ ਰੱਖਦੇ ਹਾਂ ਤੇਰੇ ਚਰਨਾਂ ਦੇ ਵਿੱਚ, ਚੱਲਦੇ ਰੱਖਣਾ ਤੂੰ ਸਦਾ ਸਾਨੂੰ ਚਾਨਣ ਦੇ ਵਿੱਚ। ਸਦਾ ਰਹੇ ਤੇਰੀ ਹੀ ਕਿਰਪਾ, ਨਾ ਆਵੇ ਦੁੱਖ ਨੇੜੇ। ਸਦਾ ਰਹੇ ਤੇਰੀ ਹੀ ਕਿਰਪਾ, ਨਾ ਆਵੇ ਦੁੱਖ ਨੇੜੇ। ਦੇਣਾ ਆਸ਼ੀਸ਼ ਉਹਨਾਂ ਨੂੰ ਜੋ ਆਏ ਦਰ ਤੇਰੇ। ਸਾਰੇ ਜਾਣੇ ਜਿਹੜੇ ਆਸ਼ੀਸ਼ ਲੈਣਾ ਮੰਗਦੇ ਆਪਣੇ ਹੱਥ ਉੱਪਰ ਚੁੱਕੋ ਔਰ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠ ਕੇ ਅਰਦਾਸ ਕਰੀਏ। ਪਿਤਾ ਪਰਮੇਸ਼ਰ, ਅੱਜ ਅਸੀਂ ਧੰਨਵਾਦ ਕਰਦੇ ਹਾਂ ਖੁਦਾਵੰਦ। ਪ੍ਰਭੂ ਜੋ ਤੂੰ ਰਹਿਮ ਕੀਤਾ, ਤੂੰ ਦਇਆ ਕੀਤੀ, ਸਾਨੂੰ ਤੂੰ ਚੁੱਕ ਕੇ ਆਪਣੇ ਚਰਨਾਂ 'ਚ ਲੈ ਕੇ ਆਂਦਾ। ਔਰ ਪ੍ਰਭੂ ਅਸੀਂ ਇਸ ਵੇਲੇ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸਾਡੇ ਵਿਚਕਾਰ ਆ। ਪ੍ਰਭੂ ਜੀ ਇਸ ਵੇਲੇ ਪ੍ਰਭੂ ਜੀ ਅਸੀਂ ਆਪਣੀ ਵਰਸ਼ਿਪ ਟੀਮ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ ਚਰਚ ਬਿਲਡਿੰਗ ਦੇ ਲਈ ਧੰਨਵਾਦ ਕਰਦੇ ਹਾਂ। ਪ੍ਰਭੂ ਧੰਨਵਾਦ ਕਰਦੇ ਜਿੰਨੇ ਸਾਰੇ ਪ੍ਰਬੰਧਕ, ਵਾਲੰਟੀਅਰ, ਜਿਨ੍ਹਾਂ ਨੇ ਵੀ ਪ੍ਰਭੂ ਇਸ ਚੀਜ਼ ਨੂੰ ਤੇਰੀ ਸੇਵਾ ਦੇ ਵਿੱਚ ਪ੍ਰਭੂ ਜੀ ਹਿੱਸਾ ਲਿਆ। ਪ੍ਰਭੂ ਤੂੰ ਇੱਕ ਇੱਕ ਨੂੰ ਆਸ਼ੀਸ਼ ਤੇ ਬਰਕਤ ਦੇਣੀ। ਪ੍ਰਭੂ ਜੀ ਪ੍ਰਭੂ ਜਦੋਂ ਸਾਡਾ ਪਾਸਟਰ ਪ੍ਰਭੂ ਤੇਰੇ ਵਚਨ ਸੁਣਾਉਣ, ਪ੍ਰਭੂ ਤੇਰੇ ਵਚਨ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਮਿਲੇ। ਔਰ ਪਿਤਾ ਪਰਮੇਸ਼ਰ ਹੁਣ ਜੋ ਪ੍ਰਭੂ ਜੀ ਤੁਸੀਂ ਜੋ ਤੇਰੇ ਬੱਚੇ ਇਸ ਵੇਲੇ ਪ੍ਰਭੂ ਜੀ ਤੇਰੀ ਮਹਿਮਾ ਕਰ ਰਹੇ ਆ, ਪ੍ਰਭੂ ਤੂੰ ਇੱਕ ਇੱਕ ਨੂੰ ਆਸ਼ੀਸ਼ ਤੇ ਬਰਕਤ ਦੇ। ਪ੍ਰਭੂ
ਜਦੋਂ ਪ੍ਰਭੂ ਅਸੀਂ ਤੇਰੇ ਪ੍ਰਭੂ ਭੋਜ ਦੇ ਲਈ ਪ੍ਰਭੂ ਜੀ ਆਪਣੇ ਮਨਾਂ ਨੂੰ ਤਿਆਰ ਕਰ ਰਹੇ ਹਾਂ, ਤਾਂ ਪ੍ਰਭੂ ਹੋਣ ਦੇ ਕਿ ਸਾਨੂੰ ਪ੍ਰਭੂ ਜੀ ਸਾਡੀਆਂ ਅੱਖਾਂ ਹਰ ਚੀਜ਼ ਤੋਂ ਉਠਾ ਕੇ ਤੇਰੇ ਵਚਨਾਂ ਤੇ ਲੱਗ ਜਾਣ ਕਿ ਪ੍ਰਭੂ ਤੇਰੇ ਵਚਨ ਜੋ ਤੂੰ ਪੁਰਾਣੇ ਸਮੇਂ 'ਚ ਕਹੇ ਸੀ ਸਾਰੇ ਪੂਰੇ ਹੋਏ ਆ, ਔਰ ਪ੍ਰਭੂ ਤੂੰ ਸਾਨੂੰ ਜਲਦੀ ਲੈਣ ਆਉਣ ਵਾਲਾ। ਔਰ ਹੋਣ ਦੇ ਪ੍ਰਭੂ ਅਸੀਂ ਜੋ ਤੁਸੀਂ ਸਾਨੂੰ ਕੰਮ ਕਹਿ ਕੇ ਗਏ ਅਸੀਂ ਉਸ ਦੇ ਵਿੱਚ ਲੱਗੇ ਰਹੀਏ, ਔਰ ਅਸੀਂ ਤੇਰੇ ਆਉਣ ਦੀ ਤਿਆਰੀ ਦੇ ਵਿੱਚ ਬਰਕਰਾਰ ਰਹੀਏ। ਔਰ ਅਸੀਂ ਇਹ ਸਾਰੀ ਬੇਨਤੀ ਨੂੰ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਸਾਡੀ ਦੁਆ ਸੁਣੋ ਤੇ ਕਬੂਲ ਕਰੋ। ਔਰ ਇਸ ਦੇ ਨਾਲ ਹੀ ਅਸੀਂ ਸਾਰੇ ਮਿਲ ਕੇ ਜੋ ਸਾਨੂੰ ਪਰਮੇਸ਼ਰ ਨੇ, ਜੋ ਸਾਨੂੰ ਪ੍ਰਭੂ ਯਿਸੂ ਨੇ ਅਰਦਾਸ ਸਿਖਾਈ ਆ, ਆਓ ਅਸੀਂ ਸਾਰੇ ਮਿਲ ਕੇ ਕਰੀਏ। हे ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਤੇ ਵੀ ਪੂਰੀ ਹੋਵੇ। ਸਾਡੀ ਅੱਜ ਦੀ ਰੋਟੀ ਸਾਨੂੰ ਦਿਓ, ਸਾਡੀਆਂ ਗਲਤੀਆਂ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਗਲਤੀਆਂ ਕਰਨ ਵਾਲਿਆਂ ਨੂੰ ਮਾਫ ਕੀਤਾ ਹੈ। ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ, ਸਗੋਂ ਬੁਰੇ ਤੋਂ ਬਚਾ, ਕਿਉਂਕਿ ਰਾਜ, ਸ਼ਕਤੀ ਅਤੇ ਮਹਿਮਾ ਸਦਾ ਹੀ ਤੇਰੇ ਹਨ। ਆਮੀਨ। May God bless you all. Stay blessed. ਹੈਲੋ। हम तेरी यहोवा गाते हैं हम सर्वबुलंद है गाते हैं हम
बनाया, तूने हमको बेटे बनाया। यीशु मसीह के पार ठहराया, हम तेरी यहोवा गाते हैं हमेशा, तू ही सर्वबुलंद है यहोवा, 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 ਗੁੱਡ ਟੂ ਸੀ ਯੂ। ਸਾਰਿਆਂ ਨੂੰ ਦੇਖ ਕੇ ਮਨ ਗਾਰਡਨ ਬਾਗੋ ਬਾਗ ਹੋ ਗਿਆ। ਬੇਸ਼ੱਕ ਸੋਸ਼ਲ ਡਿਸਟੈਂਸ ਹੈਗਾ, ਹੱਗ ਕੀਤੇ ਬਗੈਰ ਮਜ਼ਾ ਨਹੀਂ ਆਉਂਦਾ, ਪਰ ਅਸੀਂ ਦੂਰੋਂ ਇਸ ਤਰੀਕੇ ਨਾਲ ਕਰ ਸਕਦੇ ਹਾਂ। ਔਰ ਅਸੀਂ ਸਾਰੇ ਰੂਲ ਫਾਲੋ ਕਰਾਂਗੇ ਕਿ ਸਾਡੀ ਵੀ ਸੇਫਟੀ ਆ ਔਰ ਦੂਸਰੇ ਭੈਣਾਂ ਭਰਾਵਾਂ ਦੀ ਵੀ ਸੇਫਟੀ ਆ। ਪਰ ਸਟਿਲ ਵੀ ਆਰ ਸੋ ਬਲੈਸਡ। ਅਸੀਂ ਆਪਣੇ ਪ੍ਰਭੂ ਪਰਮੇਸ਼ਵਰ ਦਾ ਕਰੋੜਾਂ ਅਰਬਾਂ ਵਾਰ ਧੰਨਵਾਦ ਕਰਦੇ ਹਾਂ ਕਿ ਅਸੀਂ ਇੱਕ ਦੂਸਰੇ ਦੇ ਚਿਹਰੇ ਇਦਾਂ ਦੇਖ ਸਕੇ। ਔਰ ਜਲਦੀ ਜਿਹੜੇ ਸਾਡੇ ਨਾਲ ਜਿਹੜੇ ਬਜ਼ੁਰਗ ਹੈਗੇ ਆ, ਬੱਚੇ ਹੈਗੇ ਆ, ਖੁਦਾਵੰਦ ਕਰੇ ਕਿ ਉਹ ਵੀ ਜਲਦੀ ਇੱਥੇ ਆ ਸਕਣ ਔਰ ਅਸੀਂ ਸਾਰੇ ਮਿਲ ਕੇ ਆਪਣੇ ਪ੍ਰਭੂ ਪਰਮੇਸ਼ਵਰ ਦੀ ਜਿਹੜੀ ਆ ਵਡਿਆਈ ਕਰ ਸਕੀਏ, ਉਸਦੇ ਨਾਮ ਨੂੰ ਉੱਚਾ ਕਰ ਸਕੀਏ। जिस वे ਅਸੀਂ ਗਾ ਰਹੇ ਸੀ, हम तेरी यहोवा गाते हैं हम सब, तू सरबुलंद है। उसने अपना खून बहा के, अपने बेटे का खून बहा के सानू अपने बेटे बेटियां बनाया। एंड टुडे तुसी इत्थे हो क्योंकि तुसी प्रभु नू बहुत प्यार करते हो और प्रभु भी तुहानू बहुत प्यार करता। सो प्रभु ने सानू ये प्रथा दी, प्रभु ने सानू ये रस्म दी कि ਅਸੀਂ ਜੋ ਸਾਡੇ ਪ੍ਰਭੂ ਨੇ ਸਾਡੇ ਲਈ ਕੀਤਾ ਉਸ ਦੀ ਯਾਦ ਦੇ ਵਿੱਚ ਇਹ ਅਸੀਂ ਕਰੀਏ। ਔਰ ਪਾਪੀਆਂ ਦੇ ਲਈ ਇਹ ਇੱਕ ਬੜੀ ਬਰਕਤ ਆ। ਦੋਸ਼ ਲਾਉਣ ਵਾਲੇ ਬਹੁਤ ਆ ਪਰ ਉਚਿਤ ਠਹਿਰਾਉਣ ਵਾਲੇ ਬਹੁਤ ਘੱਟ ਆ। ਸਾਡੇ ਪ੍ਰਭੂ ਨੇ ਸਾਡੇ ਉੱਪਰ ਦੋਸ਼ ਨਹੀਂ ਲਾਇਆ, ਉਹਨੇ ਸਾਨੂੰ ਆਪਣੇ ਬੇਟੇ ਬੇਟੀਆਂ ਬਣਾਇਆ, ਉਹਨੇ ਸਾਡੇ ਪਾਪਾਂ ਨੂੰ ਮਾਫ ਕੀਤਾ। ਸੋ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਜਿਹੜਾ ਹੈਗਾ ਪਿਆਰ ਤੇ ਦਇਆ ਦੇ ਨਾਲ ਭਰਪੂਰ ਆ। ਉਹ ਪਾਪੀਆਂ ਨੂੰ ਪਿਆਰ ਕਰਦਾ ਅਤੇ ਉਹਨਾਂ ਨੂੰ ਆਪਣੀ ਮੇਜ਼ ਦੇ ਉੱਪਰ ਸੱਦਾ ਦਿੰਦਾ। ਉਹ ਚਾਹੁੰਦਾ ਕਿ ਹਰ ਕੋਈ ਆਪਣੇ ਗੁਨਾਹਾਂ ਦਾ ਇਕਰਾਰ ਕਰੇ ਅਰੇ ਉਸ ਤੋਂ ਮਾਫੀ ਮੰਗੇ। ਔਰ ਅਸੀਂ ਵੀ ਫਸਟ ਜੌਨ ਦੇ ਵਿੱਚ ਲਿਖਿਆ ਕਿ ਅਗਰ ਅਸੀਂ ਕਹੀਏ ਕਿ ਅਸੀਂ ਪਾਪ ਰਹਿਤ ਹਾਂ ਤਾਂ ਅਸੀਂ ਸੱਚਾਈ ਤੋਂ ਰਹਿਤ ਤੇ ਝੂਠ ਬੋਲਦੇ ਹਾਂ। ਪਰ ਇਸ ਦੇ ਉਲਟ ਅਗਰ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ ਤਾਂ ਉਹ ਸਾਡੇ ਪਾਪਾਂ ਨੂੰ ਮਾਫ ਵੀ ਕਰਦਾ ਤੇ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਵੀ ਕਰਦਾ। ਵਚਨ ਦੇ ਵਿੱਚ ਲਿਖਿਆ ਉਹ ਇਸ ਸੰਬੰਧੀ ਪੂਰਨ ਭਰੋਸੇਯੋਗ ਤੇ ਨਿਆਂ ਕਰਨ ਵਾਲਾ ਪਰਮੇਸ਼ਵਰ ਆ। ਤਾਂ ਆਓ ਅਸੀਂ ਆਪਣੇ ਆਪਣੇ ਪਾਪਾਂ ਨੂੰ ਪ੍ਰਭੂ ਦੇ ਅੱਗੇ ਲੈ ਕੇ ਜਾਈਏ, ਪਰਮੇਸ਼ਵਰ ਦੇ ਆਤਮਾ ਨੂੰ ਕਹੀਏ ਕਿ ਸਾਡੇ ਗੁਨਾਹ ਸਾਡੇ ਤੋਂ ਜੋ ਜਾਣੇ ਅਣਜਾਣੇ ਵਿੱਚ ਹੋਏ ਆ ਅਸੀਂ ਉਹਨਾਂ ਨੂੰ ਮੰਨੀਏ, ਕਨਫੈਸ ਕਰੀਏ। ਪਿਆਰੇ ਪਿਤਾ, ਅਸੀਂ ਪੂਰੇ ਦਿਲ ਨਾਲ ਮੰਨਦੇ ਹਾਂ ਕਿ ਅਸੀਂ ਆਪਣੀਆਂ ਸੋਚਾਂ ਵਿੱਚ, ਸ਼ਬਦਾਂ ਵਿੱਚ ਅਤੇ ਕੰਮਾਂ ਵਿੱਚ ਉਹ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ। ਅਸੀਂ ਆਪਣੇ ਪੂਰੇ ਦਿਲ ਦੇ ਨਾਲ ਤੁਹਾਨੂੰ ਪਿਆਰ ਨਹੀਂ ਕੀਤਾ ਅਤੇ ਨਾ ਹੀ ਅਸੀਂ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕੀਤਾ ਹੈ। ਅਸੀਂ ਆਪਣੇ ਪੂਰੇ ਦਿਲ ਦੇ ਨਾਲ ਮਾਫੀ ਮੰਗਦੇ ਹਾਂ। ਸਾਡੀ ਮਦਦ ਕਰੋ ਕਿ ਅਸੀਂ ਤੁਹਾਡੀ ਇੱਛਾ ਦੇ ਅਨੁਸਾਰ ਜੀਵਨ ਗੁਜ਼ਾਰ ਸਕੀਏ ਤੇ ਤੁਹਾਡੇ ਰਾਹਾਂ ਤੇ ਚੱਲ ਸਕੀਏ। ਤੁਹਾਡੇ ਪਵਿੱਤਰ ਨਾਮ ਦੇ ਵਿੱਚ
ਯਿਸੂ ਨਾਮ ਦੇ ਵਿੱਚ ਮੰਗਦੇ ਹਾਂ, ਸੁਣੋ ਤੇ ਕਬੂਲ ਕਰੋ। ਹਾਂ, ਪਰਮੇਸ਼ਵਰ ਦਾ ਦਾਸ ਹੋਣ ਦੇ ਨਾਤੇ ਮੈਂ ਜੋ ਪਰਮੇਸ਼ਵਰ ਨੇ ਤੁਹਾਡੇ ਸਭ ਦੇ ਲਈ ਔਰ ਮੇਰੇ ਲਈ ਮਾਫੀ ਦਿੱਤੀ ਆ, ਉਹਨੂੰ ਪ੍ਰਨਾਉਂਸ ਕਰਦਾ। ਪਰਮੇਸ਼ਵਰ ਤੁਹਾਡੇ ਤੇ ਦਇਆ ਕਰੇ ਅਤੇ ਤੁਹਾਨੂੰ ਮਾਫ ਕਰੇ ਅਤੇ ਆਪਣੀ ਤਾਕਤ ਦੇਵੇ ਕਿ ਤੁਸੀਂ ਹਰ ਕੰਮ ਉਸ ਦੀ ਇੱਛਾ ਦੇ ਅਨੁਸਾਰ ਕਰ ਸਕੋ ਤੇ ਹਮੇਸ਼ਾ ਦਾ ਜੀਵਨ ਬਖਸ਼ੇ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਪ੍ਰਭੂ ਯਿਸੂ ਮਸੀਹ ਜਿਸ ਰਾਤ ਫੜਵਾਏ ਗਏ, ਉਸ ਰਾਤ ਪ੍ਰਭੂ ਜੀ ਨੇ ਰੋਟੀ ਲਈ, ਧੰਨਵਾਦ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਲਓ ਅਤੇ ਖਾਓ, ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਭੋਜਨ ਦੇ ਪਿੱਛੋਂ ਪ੍ਰਭੂ ਯਿਸੂ ਮਸੀਹ ਨੇ ਪਿਆਲਾ ਲਿਆ ਅਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇਹ ਕਹਿੰਦਿਆਂ ਦਿੱਤਾ, ਇਸ ਵਿੱਚੋਂ ਤੁਸੀਂ ਸਾਰੇ ਪੀਵੋ, ਕਿਉਂਕਿ ਇਹ ਪਰਮੇਸ਼ਵਰ ਦੇ ਨਵੇਂ ਨੇਮ ਦਾ ਖੂਨ ਹੈ ਜੋ ਬਹੁਤਿਆਂ ਦੇ ਲਈ ਉਹਨਾਂ ਦੇ ਪਾਪਾਂ ਦੀ ਮਾਫੀ ਦੇ ਲਈ ਬਹਾਇਆ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਪ੍ਰਭੂ, ਅਸੀਂ ਤੁਹਾਡੀ ਆਗਿਆਕਾਰੀ ਵਿੱਚ ਅਸੀਂ ਧੰਨਵਾਦੀ ਮਨਾਂ ਨਾਲ ਤੁਹਾਡੇ ਪ੍ਰਭੂ ਭੋਜ ਦੇ ਮੇਜ਼ ਤੇ ਆਉਂਦੇ ਹਾਂ। ਤੁਹਾਡੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਆਪਣੇ ਵਿਸ਼ਵਾਸ ਦੀ ਘੋਸ਼ਣਾ ਕਰਦੇ ਹਾਂ। ਸਾਰੇ ਮਿਲ ਕੇ ਅਸੀਂ ਕਵਾਂਗੇ, ਪ੍ਰਭੂ ਯਿਸੂ ਮਸੀਹ ਮਾਰੇ ਗਏ, ਪ੍ਰਭੂ ਯਿਸੂ ਮਸੀਹ ਜਿੰਦਾ ਕੀਤੇ ਗਏ, ਔਰ ਪ੍ਰਭੂ ਯਿਸੂ ਮਸੀਹ ਸਾਨੂੰ ਫਿਰ ਲੈਣ ਆਉਣਗੇ। ਪਿਆਰੇ ਖੁਦਾਵੰਦ, ਅਸੀਂ ਵਰਦੀ ਨਹੀਂ ਸੀ ਕਿ ਅਸੀਂ ਤੁਹਾਡੇ ਮੇਜ਼ ਦੇ ਲਾਗੇ ਵੀ ਆ ਸਕਦੇ। ਅਸੀਂ ਖੁਦਾਵੰਦ, ਤੁਸੀਂ ਪਵਿੱਤਰ ਪਰਮੇਸ਼ਵਰ ਹੋ, ਪਰ ਵਿਕਾਸ ਪ੍ਰਭੂ ਜੀ ਤੁਸੀਂ ਦਿਆਲੂ ਤੇ ਕਿਰਪਾਲੂ ਹੋ, ਮਾਫ ਕਰਨ ਵਾਲੇ ਹੋ। ਖੁਦਾਵੰਦ, ਤੁਸੀਂ ਸਾਨੂੰ ਮਾਫ ਕੀਤਾ ਕਿ ਆਪਣੇ ਲਾਗੇ ਆਉਣ ਦਿੱਤਾ ਕਿ ਅਸੀਂ ਤੁਹਾਡੇ ਲਾਗੇ ਆ ਸਕੀਏ ਔਰ ਤੁਹਾਡੀ ਮੇਜ਼ ਦੇ ਉੱਪਰ ਆ ਸਕੀਏ। ਖੁਦਾਵੰਦ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਕੀਤੇ ਹੋਏ ਨੂੰ ਅੱਜ ਯਾਦ ਕਰਦੇ ਹਾਂ ਔਰ ਖੁਦਾਵੰਦ ਸ਼ੁਕਰ ਕਰਦੇ ਹਾਂ ਕਿ ਅੱਜ ਤੁਸੀਂ ਸਾਨੂੰ ਫਿਰ ਤੋਂ ਬਿਲਡਿੰਗ ਦੇ ਵਿੱਚ ਵਾਪਸ ਲੈ ਕੇ ਆਏ ਕਿ ਅਸੀਂ ਮਿਲ ਕੇ ਖੁਦਾਵੰਦ ਤੇਰੇ ਕੀਤੇ ਹੋਏ ਕੰਮਾਂ ਨੂੰ ਉੱਚੀਆਂ ਕਰੀਏ। ਪ੍ਰਭੂ ਜੀ, ਜੋ ਤੂੰ ਸਾਡੇ ਜੀਵਨਾਂ 'ਚ ਕੰਮ ਕੀਤੇ ਉਹਨਾਂ ਨੂੰ ਯਾਦ ਕਰੀਏ ਔਰ ਤੇਰੇ ਨਾਮ ਨੂੰ ਸਾਰੇ ਸੰਸਾਰ ਦੇ ਵਿੱਚ ਉੱਚਾ ਕਰੀਏ। ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ, ਸੁਣੋ ਤੇ ਕਬੂਲ ਕਰੋ, ਆਮੀਨ। ਹੁਣ ਅਸੀਂ ਲਾਰਡ ਸੱਪਰ ਲਵਾਂਗੇ। ਬ੍ਰਦਰ ਮਨਦੀਪ ਗਾਈਡ ਕਰਨਗੇ। ਇਸ ਸਾਈਡ ਤੋਂ ਪਹਿਲਾਂ ਜਿਹੜੇ ਭੈਣ ਭਰਾ ਉਹ ਇਸ ਸਾਈਡ ਤੋਂ ਆ ਜਾਣਗੇ ਔਰ ਫਿਰ ਉਧਰ ਦੀ ਜਾ ਕੇ ਵਾਪਸ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਵਾਪਸ ਆ ਜਾਣਗੇ। ਕੋਸ਼ਿਸ਼ ਕਰਿਓ ਲੰਬੀ ਲਾਈਨ ਨਾ ਬਣਾਇਓ, ਜਿੱਦਾਂ 2 ਜਾਣੇ ਆ ਕੇ ਲੈ ਜਾਣ ਔਰ ਉਸ ਤੋਂ ਬਾਅਦ ਅਗਲੇ 2 ਜਾਣੇ ਆ ਕੇ ਨਾਲ ਨਾਲ ਬੈਠਦੇ ਜਾਣ। ਆਮੀਨ। ਔਰ ਉਸ ਤੋਂ ਬਾਅਦ ਫਿਰ ਤੁਸੀਂ ਕੱਪ ਤੇ ਬ੍ਰੈਡ ਲੈ ਕੇ ਆਪਣਾ ਬੈਠ ਜਿਓ। ਉਸ ਤੋਂ ਬਾਅਦ ਪਾਸਟਰ ਬੌਬੀ ਜਿਹੜੇ ਆ, ਮੈਂ ਹੈਗਾ ਪ੍ਰਭੂ ਦੇ ਸਰੀਰ ਦੇ ਲਈ ਦੁਆ ਕਰੂੰਗਾ ਔਰ ਪਾਸਟਰ ਬੌਬੀ ਪ੍ਰਭੂ ਦੇ ਖੂਨ ਦੇ ਲਈ ਦੁਆ ਕਰਨਗੇ। ਸੋ ਪਲੀਜ਼ ਕਮ। ਪ੍ਰਭੂ ਯਿਸੂ ਮਸੀਹ ਦਾ ਸਰੀਰ ਜੋ ਸਾਡੇ ਗੁਨਾਹਾਂ ਦੇ ਲਈ ਤੋੜਿਆ ਗਿਆ।
ਸਾਡੇ ਪ੍ਰਭੂ ਨੇ ਕਿਹਾ ਕਿ ਨਾਸ਼ਵਾਨ ਰੋਟੀ ਦੇ ਲਈ ਮਿਹਨਤ ਨਾ ਕਰੋ, ਸਗੋਂ ਉਸ ਰੋਟੀ ਦੇ ਲਈ ਮਿਹਨਤ ਕਰੋ ਜੋ ਹਮੇਸ਼ਾ ਦਾ ਜੀਵਨ ਦਿੰਦੀ ਆ। ਪਿਤਾ ਨੇ ਉਸ 'ਤੇ ਮੋਹਰ ਲਾਈ ਆ। ਉਹ ਰੋਟੀ ਮੈਂ ਤੁਹਾਨੂੰ ਦੇਵਾਂਗਾ, ਉਹ ਮੇਰਾ ਸਰੀਰ ਆ, ਇਸ ਵਿੱਚੋਂ ਖਾਵੋ ਤਾਂ ਤੁਸੀਂ ਹਮੇਸ਼ਾ ਦੇ ਲਈ ਜੀਓਗੇ। ਜੋ ਕੋਈ ਵੀ ਇਸ ਰੋਟੀ ਵਿੱਚੋਂ ਖਾਵੇਗਾ ਉਹ ਹਮੇਸ਼ਾ ਤੱਕ ਜਿਉਂਦਾ ਰਹੇਗਾ। ਆਓ ਅਸੀਂ ਆਪਣੇ ਪ੍ਰਭੂ ਦੀ ਯਾਦ ਦੇ ਵਿੱਚ ਇਸ ਨੂੰ ਇਕੱਠਿਆਂ ਲਈਏ ਦੁਆ ਦੇ ਨਾਲ। ਪਿਆਰੇ ਖੁਦਾਵੰਦ, ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਸਾਡੀ ਖਾਤਰ ਪ੍ਰਭੂ ਜੀ ਤੁਸੀਂ ਧਰਤੀ ਤੇ ਸਰੀਰ ਧਾਰਨ ਕਰਕੇ ਆਏ, ਸਾਡੇ ਹਿੱਸੇ ਦੀ ਮਾਰ ਤੁਸੀਂ ਖਾਧੀ, ਔਰ ਖੁਦਾਵੰਦ ਤੁਹਾਡੇ ਮਾਰ ਖਾਣ ਦੇ ਨਾਲ ਅਸੀਂ ਨਰੋਏ ਹੋਏ। ਤੁਹਾਡਾ ਸ਼ੁਕਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਪ੍ਰਭੂ। ਯਾਦ ਕਰਦੇ ਹਾਂ ਕਿ ਇਹ ਪਿਆਰਾ ਜੀਵਨ ਜੋ ਦਿੱਤਾ ਖੁਦਾਵੰਦ ਦੇ ਤੁਹਾਡੇ ਸਰੀਰ ਦੇ ਮਾਰ ਖਾਣ ਦੇ ਨਾਲ ਸਾਨੂੰ ਮਿਲਿਆ। ਔਰ ਪਿਆਰੇ ਪ੍ਰਭੂ, ਅਸੀਂ ਧੰਨਵਾਦ ਕਰਦੇ ਹੋਏ ਤੁਹਾਡੀ ਇੱਛਾ ਦੇ ਅਨੁਸਾਰ ਤੁਹਾਡੀ ਯਾਦ ਵਿੱਚ ਇਸ ਨੂੰ ਇਕੱਠਿਆਂ ਲੈਂਦੇ ਹਾਂ। ਆਮੀਨ। ਆਓ ਇਸ ਨੂੰ ਇਕੱਠਿਆਂ ਲਈਏ। ਜੋ ਪੁਰਾਣੇ ਨਿਯਮ ਨਵੇਂ ਨਿਯਮ ਦੇ ਵਿੱਚ ਜਿਹੜਾ ਫੈਸਲਾ ਸੀ ਤੁਸੀਂ ਉਹ ਐਂਡ ਕਰਤਾ ਪ੍ਰਭੂ ਜੀ। ਅਸੀਂ ਸ਼ੁਕਰ ਕਰਦੇ ਹਾਂ ਕਿ ਸਾਨੂੰ ਉਹ ਜਿਹੜੀਆਂ ਸੈਕਰੀਫਾਈਸਿਸ ਜੋ ਹੈਗੀਆਂ ਪੁਰਾਣੇ ਨਿਯਮ 'ਚ ਉਹ ਸਾਨੂੰ ਕਰਨੀਆਂ ਨਹੀਂ ਪੈਣੀਆਂ। ਬਿਕਾਜ਼ ਪ੍ਰਭੂ ਜੀ ਤੁਸੀਂ ਸਿਰਫ ਇੱਕ ਚੀਜ਼ ਹੀ ਕਹੀ ਹੈ ਕਿ ਆਪਣੇ ਆਪ ਨੂੰ ਦੇ ਦਿਓ, ਆਪਣਾ ਦਿਲ ਦੇ ਦਿਓ ਪ੍ਰਭੂ ਜੀ। ਅਸੀਂ ਸਾਰੇ ਜੋ ਹੈਗੇ ਹਾਂ ਆਪਣੇ ਆਪ ਦੇ ਦਿਲਾਂ ਨੂੰ ਦੇਖਦੇ ਹਾਂ ਪ੍ਰਭੂ ਜੀ, ਔਰ ਜਾਣਦੇ ਹਾਂ ਕਿ ਤੁਸੀਂ ਸਾਡੇ ਵਾਸਤੇ ਕੀ ਕੀਤਾ, ਇਸ ਲਹੂ ਵਾਸਤੇ ਕੀ ਕੀਤਾ ਪ੍ਰਭੂ ਜੀ। ਤੁਸੀਂ ਇਸ ਲਾਲ ਲਹੂ ਨਾਲ ਪ੍ਰਭੂ ਜੀ ਸਾਨੂੰ ਤੁਸੀਂ ਚਿੱਟੇ ਐ ਸਾਫ਼ ਕਰਕੇ ਰੱਖਤਾ ਪ੍ਰਭੂ ਜੀ। ਥੈਂਕ ਯੂ ਫॉर ਜਸਟ ਵਾਸ਼ਿੰਗ ਆਰ ਸਿਨਸ ਅਵੇ ਐਸ ਵਾਈਟ ਐਸ ਸਨੋ ਲਾਰਡ। ਸੋ ਪ੍ਰਭੂ ਜੀ ਜਦੋਂ ਅਸੀਂ ਇਹ ਪਿਆਲਾ ਪੀਵਾਂਗੇ ਯਾਦ ਕਰਦੇ ਹਾਂ ਪ੍ਰਭੂ ਜੀ ਜੋ ਸਾਡੇ ਅਸੀਂ ਤੁਸੀਂ ਕੀਤਾ। ਆਓ ਆਪਾਂ ਸਾਰੇ ਇਸ ਪਿਆਲੇ ਨੂੰ ਪੀਏ ਔਰ ਯਾਦ ਕਰੀਏ ਪ੍ਰਭੂ ਨੂੰ ਕਿ ਕੀ ਕੀਤਾ। ਆਮੀਨ। ਥੈਂਕ ਯੂ ਲਾਰਡ। ਪਿਆਰੇ ਪਿਤਾ, ਤੁਹਾਡੇ ਬੇਟੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਸਰੀਰ ਤੇ ਖੂਨ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਧੋ ਕੇ ਸਾਫ਼ ਕਰੇ ਅਤੇ ਸਾਨੂੰ ਤੁਹਾਡੇ ਲਾਇਕ ਬਣਾਏ ਕਿ ਅਸੀਂ ਹਮੇਸ਼ਾ ਤੁਹਾਡੇ ਯੋਗ ਜੀਵਨ ਗੁਜ਼ਾਰ ਸਕੀਏ ਔਰ ਤੁਹਾਡੇ ਨਾਮ ਨੂੰ ਉੱਚਾ ਕਰੀਏ। ਕਮ ਡਵੈਲ ਇਨ ਅਸ ਲਾਰਡ, ਇਨ ਦ ਮਾਈਟੀ ਨੇਮ ਆਫ ਜੀਸਸ ਵੀ ਪ੍ਰੇ। ਆਮੇਨ। ਆਮੇਨ। ਖੁਦਾਵੰਦ ਤੁਹਾਨੂੰ ਬਲੈਸ ਕਰੇ। ਭਜਨ ਗਾਵਾਂਗੇ, ਇੱਦਾਂ ਹੀ ਤੁਸੀਂ ਪੀਸ ਜਿਹੜੀ ਹੈਗੀ ਇੱਕ ਦੂਜੇ ਨੂੰ ਪਾਸ ਕਰ ਦੇਣੀ। ਅੱਗੇ ਅਸੀਂ ਜਾ ਕੇ ਸਾਰੀ ਚਰਚ ਨੂੰ ਹੱਗ ਕਰਕੇ ਮਿਲਦੇ ਸੀ। ਖੁਦਾ ਦੀ ਸ਼ਾਂਤੀ ਆਪ ਸਭ ਦੇ ਨਾਲ ਬਣੀ ਰਵੇ। ਔਰ ਨਾਲ ਹੀ ਨਾਲ ਅਸੀਂ ਖੜੇ ਹੋ ਕੇ ਗਾਵਾਂਗੇ, ਖੁਸ਼ੀ ਖੁਸ਼ੀ ਮਨਾਓ, ਖੁਸ਼ੀ ਖੁਸ਼ੀ ਮਨਾਓ, ਬੋਲੋ ਬੋਲੋ ਮਸੀਹਾ ਕੀ ਜੈ ਜੈ ਜੈ। मेरे लिए आया, मेरे लिए जिया, मेरे लिए यीशु ने खून बहाया। आओ आप मिल के गाइए। माइकल खुशी खुशी मनाओ, खुशी खुशी मनाओ, खुशी खुशी मनाओ, खुशी खुशी बोलो बोलो मसीहा की जय जय जय, बोलो बोलो मसीहा की जय जय जय। मेरे लिए आया, मेरे लिए जिया, मेरे लिए आया, मेरे लिए जिया, मेरे लिए यीशु ने दुख उठाया, मेरे लिए यीशु ने दुख उठाया, मेरे लिए मार गया, मेरे लिए गाड़ गया, मेरे लिए मार गया, मेरे लिए गाड़ गया, मेरे लिए फिर से उठा मेरा है मसीह, मेरे लिए फिर से उठा मेरा है मसीह। मैं मसीह का हूँ, हम मसीह के हैं, खुशी खुशी मनाओ।
मसीहा की जय जय जय, बोलो बोलो मसीहा की जय जय जय, बोलो बोलो मसीहा की जय जय जय। गुड डे चर्च फैमिली, बड़ी खुशी हो रही मैनू वेख के कि असी भी वापस चर्च बिल्डिंग विच अपना प्रोग्राम शुरू कर सके और अज दी कम्यूनियन दी इबादत उत्थे असी कर सके। सो ग्लोरी टू गॉड, वी कैन गिव हिम अ क्लैप ऑफरिंग। खुदावंद तेरा बहुत धन्नवाद करते हैं तेरी मेहरबानी लई, तेरी खुदावंद बहुत वड्डी ਜਿਹੜੀ ਸਾਡੇ ਤੇ ਖੁਦਾਵੰਦ ਤੇਰੀ ਕਿਰਪਾ ਹੈਗੀ ਹੈ ਔਰ ਖੁਦਾਵੰਦ ਤੇਰਾ ਹੱਥ ਹੈ, ਪ੍ਰੋਟੈਕਸ਼ਨ ਹੈ। We just want to say thank you, God. Thank you, Lord, for keeping everyone safe. And now opportunity, Lord, to come together. We thank you, Lord. ਖੁਦਾਵੰਦ ਅੱਜ ਜਿਨ੍ਹਾਂ ਨੇ ਸਾਰਾ ਉੱਥੇ ਕੰਮ ਕੀਤਾ ਹੈ ਔਰ ਜੋ ਕਰਨ ਦੇ ਸੇਵਾ, ਖੁਦਾਵੰਦ ਉਹਨਾਂ ਸਾਰਿਆਂ ਦੇ ਤੇਰੀ ਆਸ਼ੀਸ਼ ਮੰਗਦੇ ਨੇ। ਖੁਦਾਵੰਦ ਉਸ ਜਗ੍ਹਾ ਨੂੰ ਔਰ ਉਸ ਖੁਦਾਵੰਦ ਤੇਰੀ ਸਾਰੀ ਜਿਹੜੇ ਸੇਵਕ ਨੇ ਉਹਨਾਂ ਸਾਰਿਆਂ ਨੂੰ ਖੁਦਾਵੰਦ ਤੇਰੇ ਹੱਥ 'ਚ ਛੁਪਾ ਦੇਣੇ। और यीशु से दुआ करने हैं कि स्टार्ट साढ़े लिए बहुत ही बरकत होवे, बहुत ही खुशी का बायस बने और बहुत जल्दी खुदावंद और बहुत सारे लोग की भी शामिल हो जाए। तेरा शुक्र कर दो, ये सब कुछ मांगते हैं मसीह यीशु दे नाम च, आमीन। सो कुछ नोटिसेस जेडे ने वो तुहाडे सामने रखना चाहते हैं और बेसिकली याद रखो कि साड़ी इबादत इसी तरह संडे नू ਹੁੰਦੀ ਰਹੇਗੀ। खुदा ने चाहे तो चर्च में असीं मिलते रहांगे और तुहानूं WhatsApp के जरिए जे कोई होर प्रोग्राम या जो कोई तब्दीली हुई तो तुहानूं दसते रहांगे। बट कंटिन्यू टू प्रे कि खुदावंद सानूं इस लाइक करे कि असीं इसी तरह और बाकी जिहड़े भी चर्चिस ने वो भी दलेरी नाल अगे वध के ते इस जगह नूं इस्तेमाल कर सकन ताकि एनकंपस फिर तो खुदावंद दी वर्शिप नाल, ओदी महिमा नाल, ओदे गीतां नाल, ओदी वर्शिप और प्रेज ना भर जावे और जेडे दूजे चर्चेस साडे पार्टनर्स ने वो भी अपने प्लान्स के मुताबिक उत्थे आ जाण। सो बच्चों लई संडे स्कूल लई तुहानूं लिंक कल दिता गया अज, ते प्लीज़ अपने बच्चों नाल जेडे छोटे बच्चे ने उन्हां नाल तुसीं वो देख सकते जे और एक्टिविटीज़ जेहड़ियां ने वो कर सकते जे। हर फ्राइडे नू 8 बजे यूथ की मीटिंग जारी रहेगी। पास्टर बॉबी कंटिन्यू टू लीड एंड वो तुहानूं इन्फॉर्म करनगे और साडा यूथ दा अल्फा प्रोग्राम भी जिहड़ा चल रहा 7 बजे शाम। जे तुहाडे बच्चे उहदे च हिस्सा लै रहे दैट्स गुड। जे तुहाडे यंग बच्चे हैगे ने जिन्हां नूं उत्थे शामिल होना चाहिए उन्हां नूं प्लीज़ तुसीं इनकरेज करना और याद करना कि साडी जूम मीटिंग हर रोज़ शामी 8 बजे जारी रहेगी मंडे तो थर्सडे तक, बल्कि फ्राइडे नू साडी ट्रेनिंग होंदी है। सो एवरी डे मंडे टू फ्राइडे वी विल मीट और थोड़ा शुक्र करते हैं और धन्यवाद करते हैं हर एक दा। थैंक यू सो मच फॉर बीइंग फेथफुल इन योर गिविंग्स। खुदावंद तुहानूं होर बरकत दे, आशीष देवे और खुदा दे काम लई मैनूं पता है कि खुदावंद हमेशा इस पैसे ते जो तुसीं लैके आंदे खुदावंद बरकत देंदा है। सो साडी दुआ है कि इसी तरह साडी सारी जरूरतां पूरियां होण। सो तुसीं देख सकदे जे सो फार वी हैव डन सो गुड। अजे पहला ही हफ्ता होया एंड वी आर ऑलमोस्ट देयर। इज़न्ट दैट वंडरफुल? गॉड इज रियली ग्रेट। और तुसीं Paji, sorry, I forgot to change that. Jadi sigi na ho offering ali si. I'm so sorry. So that's fine. मैसेज ਵਿੱਚ ਦੇਖ ਲਓ मैसेज। So that's okay, don't worry. मैं तो क्या एक हफ्ते जी काम हो गया, which is great. Amen. But God will do that too. पिछले हफ्ते भी पिछले महीने भी ऐसी खुदा दे फजल नाल we were over the budget and I believe and declare that this time again we will see his hand upon us and because of your faithfulness God will prosper and bless each one. और मेरी दुआ है कि जो तुसीं इहदे च हिस्सा लैंदे जे खुदावंद तुहाडे घरां ते भी तुहाडे अपने जिहड़े पैसे और फाइनेंसिस ने उन्हां ते भी अपनी बरकत पाए क्योंकि उन्हें वादा किया कि जे तुसीं वफादारी नाल मेरे नाल सब कुछ करोगे तो मैं भी तुहानूं आसमान दे दरीचे खोल के
ਇੰਨੀ ਬਰਕਤ ਦਿਆਂਦਾ ਕਿ ਤੁਸੀਂ ਉਹਨਾਂ ਨੂੰ ਸਾਂਭ ਨਹੀਂ ਸਕੋ। So let's pray now for the offering and for the message that the Lord has for us. Father, we are very grateful to you ਕਿ ਤੁਸੀਂ ਸਾਨੂੰ ਬਹੁਤ ਕੁਝ ਦਿੱਤਾ। ਅਸੀਂ ਕੈਨੇਡਾ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਔਰ ਸਾਰੀ ਫਰੀडम ਲਈ ਤੁਹਾਡਾ ਸ਼ੁਕਰ ਕਰਦੇ ਹਾਂ। ਖੁਦਾਵੰਦ ਜਦੋਂ ਅਸੀਂ ਮਨਾਇਆ ਕੈਨੇਡਾ ਡੇ, Lord, we are so grateful to you for this country and the way we are blessed, Lord. ਔਰ ਖੁਦਾਵੰਦ ਜੋ ਫਾਈਨੈਂਸਿਸ ਸਾਨੂੰ ਮਿਲਦੇ ਨੇ, ਹੈਲਪ ਮਿਲਦੀ ਹੈ, ਜੌਬਸ ਮਿਲਦੀਆਂ, ਤੇਰਾ ਸ਼ੁਕਰ ਕਰਦੇ ਹਾਂ। ਤੇਰੇ ਦਿੱਤੇ ਚੋਂ ਖੁਦਾਵੰਦ ਅਸੀਂ ਜੋ ਦਿੱਤਾ ਤੈਨੂੰ ਅਸੀਂ ਦੁਆ ਕਰਦੇ ਹਾਂ ਕਿ ਖੁਦਾਵੰਦ ਤੂੰ ਉਹਦੇ 'ਚ ਆਪਣੀ ਬਰਕਤ ਵਾਲਾ ਹੱਥ ਰੱਖਣਾ, ਮਲਟੀਪਲਾਈ ਕਰਨਾ ਖੁਦਾਵੰਦ। You can do that. ਔਰ ਜਿਨ੍ਹਾਂ ਨੇ ਹਿੱਸਾ ਪਾਇਆ ਮੈਂ ਦੁਆ ਕਰਨਾ ਕਿ ਉਹਨਾਂ ਦੇ ਘਰਾਂ ਤੇ ਵੀ, ਉਹਨਾਂ ਦੇ ਫਾਈਨੈਂਸਿਸ ਤੇ ਵੀ ਖੁਦਾਵੰਦ ਇਸੇ ਤਰ੍ਹਾਂ ਤੁਹਾਡੀ ਬਰਕਤ ਦਾ ਹੱਥ ਰਵੇ ਔਰ ਕਦੀ ਕਿਸੇ ਚੀਜ਼ ਦਾ ਘਾਟਾ ਨਾ ਰਹੇ, ਬਲਕਿ ਖੁਦਾਵੰਦ ਸਾਡੇ ਕੋਲ ਹਮੇਸ਼ਾ ਇੰਨਾ ਹੋਵੇ ਕਿ ਅਸੀਂ ਖੁਦਾਵੰਦ ਖੁਸ਼ੀ ਖੁਸ਼ੀ ਦੂਜਿਆਂ ਨੂੰ ਵੀ ਖੁਦਾਵੰਦ ਬਲੈਸ ਕਰ ਸਕੀਏ ਔਰ ਤੁਹਾਡੇ ਕੰਮਾਂ ਲਈ ਵੀ ਖੁਦਾਵੰਦ ਦੇ ਸਕੀਏ। Bless, Lord, each one. We praise you and we thank you in Jesus' name. Amen. Hello. हेलो, ढोलक का माइक नहीं चल रहा है। मुझे शो खुदा रो, मुझे शो खुदा रो, मुझे शो मेरी जान को, मेरी रूह को, मेरे बदन को शो, को मेरी रूह को, मेरे बदन को छू मुझे छू खुदा रो, मुझे छू होठों को छू, सांसों को छू, ख्यालों को छू, मुझे शो खुदा रो, मुझे शो जीवन की जोत जलायूं जैसे जले जोत तेरी, जीवन की जोत जलायूं जैसे जले जोत तेरी, सोचे हो मेरी
कैसी है सोच तेरी, ले मुझे ले मुझे ले खुदारू मुझे ले मुझे ले खुदारू मुझे ले शो मुझे शो खुदारू मुझे शो। कुम्हार जैसे हाथों से अपने संवारे, मिट्टी को कुम्हार जैसे हाथों से अपने संवारे, यूं ही गुलामे खुदावन छुए हमें और निखारे। भर मुझे भर खुदारू मुझे भर मुझे भर खुदारू मुझे भर। मेरी जान को मेरी रूह को मेरे बदन को छू, मेरी जान को मेरी रूह को मेरे बदन को छू 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 खुदारू मुझे छू शो खुदारू मुझे शो। Thank you so much for leading us in worship. खुदावंत ਤੁਹਾਨੂੰ ਬੜੀ ਆਸ਼ੀਸ਼ ਦੇਵੇ, ਬਰਕਤ ਦੇਵੇ। ਔਰ ਇੱਕ ਵਾਰ ਫੇਰ ਪ੍ਰਭੂ ਦਾ ਬੜਾ ਸ਼ੁਕਰ ਕਰਦੇ, ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਇਆ। ਥੋੜੀਆਂ ਚੀਜ਼ਾਂ ਅਸੀਂ ਪਹਿਲਾ ਦਿਨ ਆ ਸਾਡਾ ਚਰਚ ਦੇ ਵਿੱਚ ਅਸੀਂ ਸਿੱਖਦੇ ਪਏ ਹਾਂ, ਹੈ ਨਾ। ਆਫਰਿੰਗ ਵਾਲੀ ਟਰੇ ਬ੍ਰਦਰ ਬਾਲਨ ਨੂੰ ਪਤਾ ਨਹੀਂ ਸੀਗਾ। ਆਫਰਿੰਗ ਟਰੇ ਜਿਹੜੀ ਆ ਉਹ ਨਹੀਂ ਲੈ ਕੇ ਜਾਇਆ ਕਰਾਂਗੇ। ਅਗਰ ਤੁਸੀਂ ਆਫਰਿੰਗ ਵੈਸੇ ਤਾਂ ਕੋਸ਼ਿਸ਼ ਕਰੋ ਕਿ ਆਨਲਾਈਨ ਹੀ ਪਾਓ, ਪਰ ਅਗਰ ਤੁਸੀਂ ਇੱਥੇ ਪਾਉਣੀ ਆ ਤਾਂ ਫਿਰ ਤੁਸੀਂ ਐਨਵਲਪ ਲੈ ਕੇ ਆਪ ਹੀ ਇਸ ਦੇ ਵਿੱਚ ਡ੍ਰੌਪ ਕਰ ਦਿੱਤਾ। ਇੱਥੇ ਟੇਬਲ ਦੇ ਉੱਪਰ ਐਨਵਲਪ ਵੀ ਹੋਣਗੇ, ਪੈਨ ਵੀ ਹੋਣਗੇ, ਔਰ ਤੁਸੀਂ ਡ੍ਰੌਪ ਕਰ ਦਿੱਤੇ। ਔਰ ਦੂਸਰਾ, ਅਗਰ ਅਸੀਂ ਪਾਣੀ ਦੀਆਂ ਬੋਟਲਸ ਆਪਣੇ ਘਰੋਂ ਲਿਆਈਏ, ਆਪਣੀ ਆਪਣੀ ਬੋਟਲ, ਜਿਸ ਤਰ੍ਹਾਂ ਮੇਰੀ ਆਪਣੀ ਬੋਟਲ ਹੈਗੀ ਇੱਦਾਂ, ਤਾਂ ਇਟ ਵਿਲ ਬੀ ਈਜ਼ੀਅਰ। ਅਗਰ ਨਹੀਂ ਹੋਣਗੀਆਂ ਤਾਂ ਅਸੀਂ ਪਾਣੀ ਦੀ ਬੋਤਲ ਤੁਹਾਨੂੰ ਦੇ ਸਕਦੇ ਹਾਂ, ਬਾਹਰ ਪਾਣੀ ਨਹੀਂ ਹੋਊਗਾ ਉੱਥੇ। ਤੇ ਮਾਸਕ ਵੀ ਜਿਹੜੇ ਹੈਗੇ ਆ, ਅਗਰ ਤੁਸੀਂ ਤੁਹਾਡੇ ਕੋਲੇ ਹੈਗੇ ਆਪਣੇ ਬਣਾਏ ਹੋਏ, ਗੁੱਡ। ਅਗਰ ਨਹੀਂ ਤਾਂ ਅਸੀਂ ਪ੍ਰੋਵਾਈਡ ਕਰਾਂਗੇ, ਪਰ ਤੁਸੀਂ ਮੇਕ ਸ਼ੋਰ ਕਿ ਤੁਸੀਂ ਉਹਨਾਂ ਨੂੰ ਜਦੋਂ ਫਿਰ ਘਰੇ ਜਾਓ ਤੇ ਆਪਣੇ ਨਾਲ ਲੈ ਜਾਓ, ਕਿ ਉਹ ਜਿਹੜੇ ਹੈਗੇ ਆ ਕਿ ਸਾਡੇ ਯੂਜ਼ ਕੀਤੇ ਹੋਏ ਆ ਵੀ ਇੱਥੇ ਛੱਡ ਕੇ ਨਾ ਜਾਵੋ। ਤੇ ਆਪਣਾ ਆਪਣਾ ਸਮਾਨ ਜਿਹੜਾ ਹੈਗਾ ਅਸੀਂ ਸਾਰਾ ਇੱਥੋਂ ਪ੍ਰੋਪਰ ਚੱਕ ਕੇ, ਥੋੜ੍ਹੀ ਜਿਹੀ ਸਾਨੂੰ ਸੈਨੀਟੇਸ਼ਨ ਕਰਨੀ ਪੈਣੀ ਬਾਅਦ ਵਿੱਚ। ਕੁਝ ਭੈਣ ਭਰਾ ਵਲੰਟੀਅਰ ਜਿਹੜੇ ਆ ਉਹ ਰੁਕ ਜਾਣ ਬਾਅਦ ਵਿੱਚ, ਕਿ ਅਸੀਂ ਪ੍ਰੋਪਰ ਬਿਲਡਿੰਗ ਨੂੰ ਕਲੀਨ ਕਰਕੇ ਚਲੇ ਜਾਈਏ। ਪਰ ਸੇਮ ਟਾਈਮ ਜਦੋਂ ਅਸੀਂ ਐਗਜ਼ਿਟ ਕਰਨਾ, ਮੈਨੂੰ ਪਤਾ ਸਾਡੇ ਲਈ ਮੁਸ਼ਕਿਲ ਆ, ਅਸੀਂ ਬੜੀ ਦੇਰ ਬਾਅਦ ਇੱਕ ਦੂਜੇ ਨੂੰ ਮਿਲੇ ਆ, ਦਿਲ ਕਰਦਾ ਕਿ ਜਾ ਕੇ ਹੈਲੋ ਕਰ ਲਈਏ, ਹੱਥ ਮਿਲਾ ਲਈਏ।
ਤੇ ਪਰ ਅਸੀਂ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਣਾ। ਜਦੋਂ ਅਸੀਂ ਜਾਣਾ ਉਧਰ ਦੀ ਅਸੀਂ ਐਂਟਰੈਂਸ ਹੁੰਨੇ ਆ, ਐਂਟਰ ਕਰਦੇ ਆ, ਇੱਧਰ ਦੀ ਅਸੀਂ ਐਗਜ਼ਿਟ ਕਰਨਾ, ਡੋਰ ਖੋਲ ਦੇਣਾ। ਅਗਰ ਤੁਸੀਂ ਗੱਲਬਾਤ ਕਰਨੀ ਆ ਪਾਰਕਿੰਗ ਲਾਟ ਵਿੱਚ ਵੀ ਇੱਕ ਦੂਸਰੇ ਨਾਲ, ਤਾਂ ਪਲੀਜ਼ ਆਪਣੇ ਮਾਸਕ ਪਾ ਕੇ ਸੋਸ਼ਲ ਡਿਸਟੈਂਸ ਰੱਖ ਕੇ ਜਿਹੜਾ ਹੈਗਾ ਫਿਰ ਤੁਸੀਂ ਇੱਕ ਦੂਸਰੇ ਨਾਲ ਜਿਹੜੀ ਆ ਉਹ ਗੱਲਬਾਤ ਕਰ ਸਕਦੇ ਆ। ਠੀਕ ਆ। ਅਗਰ ਫਿਰ ਵੀ ਤੁਹਾਨੂੰ ਕੋਈ ਕੁਐਸਚਨ ਹੋਵੇ, ਕੰਸਰਨ ਹੋਵੇ, ਜਾਂ ਸਾਡੇ ਤੋਂ ਕੋਈ ਚੀਜ਼ ਸ਼ਾਇਦ ਰਹਿ ਗਈ ਹੋਵੇ ਔਰ ਤੁਹਾਨੂੰ ਲੱਗਦਾ ਕਿ ਸਾਨੂੰ ਆਹ ਚੀਜ਼ ਅਸੀਂ ਮਿਸ ਕਰਦੇ ਹਾਂ ਸੇਫਟੀ ਵਾਈਜ਼, ਤਾਂ ਤੁਸੀਂ ਸਾਨੂੰ ਕਿਸੇ ਵੀ ਪਾਸਟਰ ਨੂੰ ਫੋਨ ਕਰਕੇ ਦੱਸ ਸਕਦੇ ਹਾਂ ਕਿ ਅਸੀਂ ਅੱਗੇ ਤੋਂ ਉਹਦੇ ਲਈ ਵੀ ਅਵੇਅਰ ਹੋਈਏ ਕਿ ਅਸੀਂ ਇਸ ਚੀਜ਼ ਨੂੰ ਪ੍ਰੋਪਰ ਕਰ ਸਕੀਏ। ਆਓ ਛੋਟੀ ਦੁਆ ਕਰੀਏ, ਆਪਣੇ ਮਨਾਂ ਨੂੰ ਤਿਆਰ ਕਰੀਏ ਪ੍ਰਭੂ ਦੇ ਵਚਨ ਦੇ ਲਈ। ਔਰ ਫਿਰ ਭੈਣ ਸੁਰਿੰਦਰ ਕੁੱਕ ਸਾਡੇ ਨਾਲ ਜਿਹੜਾ ਪ੍ਰਭੂ ਦਾ ਵਚਨ ਪੜੂਗੀ, ਔਰ ਉਸ ਤੋਂ ਬਾਅਦ ਅਸੀਂ ਪ੍ਰਭੂ ਦਾ ਵਚਨ ਸ਼ੇਅਰ ਕਰਾਂਗੇ। ਪਿਆਰੇ ਖੁਦਾਵੰਦ, ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸ਼ੁਕਰ ਕਰਦੇ, ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਪਿਆਰੇ ਪਿਤਾ ਤੁਹਾਡੇ ਮਹਾਨ ਪਿਆਰ ਦੇ ਲਈ, ਜਦੋਂ ਅੱਜ ਅਸੀਂ ਸਾਰਿਆਂ ਨੇ ਪ੍ਰਭੂ ਜੀ ਤੁਹਾਡੇ ਮੇਜ਼ ਦੇ ਉੱਪਰ ਆ ਕੇ ਤਾਂ ਜੋ ਤੁਸੀਂ ਸਾਡੇ ਲਈ ਕੁਰਬਾਨੀ ਕੀਤੀ ਉਸ ਨੂੰ ਯਾਦ ਕੀਤਾ, ਔਰ ਜੋ ਜੀਵਨ ਤੁਸੀਂ ਬਖਸ਼ਿਆ ਉਸ ਦੇ ਲਈ ਤੁਹਾਡਾ ਸ਼ੁਕਰ ਕੀਤਾ ਖੁਦਾਵੰਦ। ਔਰ ਨਾਲ ਪ੍ਰਭੂ ਜੀ ਤੁਸੀਂ ਜੋ ਪ੍ਰੋਮਿਸ ਕੀਤਾ ਕਿ ਮੈਂ ਤੁਹਾਨੂੰ ਕਦੇ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਨੂੰ ਆਪਣਾ ਆਤਮਾ ਦੇਵਾਂਗਾ, ਮੈਂ ਤੁਹਾਡੇ ਅੰਦਰ ਹੋਵਾਂਗਾ ਖੁਦਾਵੰਦ। ਮੈਂ ਤੁਹਾਡਾ ਸ਼ੁਕਰ ਕਰਦਾ ਖੁਦਾਵੰਦ ਸਾਡੇ ਬਦਲੇ ਹੋਏ ਜੀਵਨਾਂ ਦੇ ਲਈ, ਔਰ ਤੁਹਾਡੇ ਪਵਿੱਤਰ ਆਤਮਾ ਦੇ ਲਈ ਜੋ ਸਾਨੂੰ ਗਾਈਡ ਕਰਦਾ, ਪ੍ਰੋਵਾਈਡ ਕਰਦਾ, ਪ੍ਰੋਟੈਕਟ ਕਰਦਾ। ਪਿਆਰੇ ਪ੍ਰਭੂ ਜੀ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਾਰੇ ਭੈਣਾਂ ਭਰਾਵਾਂ ਲਈ ਜੋ ਆਨਲਾਈਨ ਆ ਖੁਦਾਵੰਦ, ਜੋ ਚਾਹੁੰਦੇ ਆ ਚਰਚ ਆਉਣਾ ਪਰ ਪ੍ਰਭੂ ਜੀ ਉਹ ਏਜ ਮੁਤਾਬਕ ਨਹੀਂ ਆ ਸਕਦੇ, ਕਾਰਨਾਂ ਕਰਕੇ ਨਹੀਂ ਆ ਸਕਦੇ। ਪ੍ਰਭੂ ਤੁਸੀਂ ਉਹਨਾਂ ਨੂੰ ਵੀ ਆਸ਼ੀਸ਼ ਬਰਕਤ ਦਿਓ, ਔਰ ਤੇਰੇ ਜੋ ਬੱਚੇ ਆਏ ਆ ਪ੍ਰਭੂ ਜੀ ਤੁਸੀਂ ਆਪ ਉਹਨਾਂ ਨੂੰ ਪ੍ਰੋਟੈਕਟ ਕਰਿਓ ਔਰ ਬਲੈਸ ਕਰਿਓ ਖੁਦਾਵੰਦ। ਸਾਡੀ ਬੰਦਗੀ, ਸਾਡੀ ਪ੍ਰੇਜ਼ ਪ੍ਰਭੂ ਜੀ, ਸਾਡਾ ਵਚਨ ਤੁਹਾਨੂੰ ਪਸੰਦ ਆਵੇ ਔਰ ਤੁਹਾਡੇ ਨਾਮ ਨੂੰ ਉੱਚਿਆਂ ਕਰੇ। ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ, ਸੁਣੋ ਤੇ ਕਬੂਲ ਕਰੋ। ਆਮੀਨ, ਆਮੀਨ। ਅਸੀਂ ਚੇਲਿਆਂ ਦੇ ਕਰਤੱਵ ਬੁੱਕ ਆਫ ਐਕਟਸ ਚੈਪਟਰ 4 verse 32 to chapter 5 verse 11 ਤੱਕ ਜਿਹੜਾ ਵਚਨ ਦਾ ਹਿੱਸਾ ਪੜਾਂਗੇ। ਚੇਲਿਆਂ ਦੇ ਕਰਤੱਵ ਉਸਦਾ ਚੌਥਾ ਭਾਵ ਉਸਦੀ 32 ਆਇਤ ਤੋਂ ਲੈ ਕੇ 5ਵਾਂ ਚੈਪਟਰ ਉਸਦੀ 11 ਆਇਤ ਜਿਹੜੀ ਆ ਅੱਜ ਦੇ ਵਚਨ ਦੇ ਲਈ ਅਸੀਂ ਪੜਾਂਗੇ। ਭੈਣ ਸੁਰਿੰਦਰ ਸਾਡੇ ਨਾਲ ਪ੍ਰਭੂ ਦੇ ਵਚਨ ਦੇ ਵਿੱਚ ਪੜੂ। ਇਹ ਹੈਗਾ ਨੰਬਰ 215 ਪੰਜਾਬੀ ਬਾਈਬਲ ਦੇ ਵਿੱਚ, ਨਿਊ ਟੈਸਟਮੈਂਟ ਦੇ ਵਿੱਚ ਪੇਜ 215 ਵਿਸ਼ਵਾਸੀਆਂ ਦੀ ਸਾਰੀ ਸੰਗਤ ਇੱਕ ਮਨ ਅਤੇ ਇੱਕ ਜਾਨ ਸੀ। ਉਹਨਾਂ ਵਿੱਚੋਂ ਕੋਈ ਵੀ ਆਪਣੇ ਧਨ ਮਾਲ ਨੂੰ ਆਪਣਾ ਨਹੀਂ ਸਮਝਦਾ ਸੀ। ਉਹਨਾਂ ਦੀਆਂ ਸਭ ਚੀਜ਼ਾਂ ਸਾਂਝੀਆਂ ਸਨ। ਪ੍ਰਮੁੱਖ ਚੇਲੇ ਬੜੇ ਜ਼ੋਰ ਨਾਲ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਪਰਮੇਸ਼ਰ ਦੀ ਮਹਾਨ ਕਿਰਪਾ ਉਹਨਾਂ ਸਾਰਿਆਂ ਦੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਥੋੜ ਨਹੀਂ ਸੀ, ਕਿਉਂਕਿ ਜਿਨ੍ਹਾਂ ਕੋਲ ਖੇਤ ਦੇ ਘਰ ਸਨ ਉਹ ਉਹਨਾਂ ਨੂੰ ਵੇਚ ਕੇ ਹੋਈਆਂ ਚੀਜ਼ਾਂ ਦਾ ਮੁੱਲ ਲਿਆਉਂਦੇ ਅਤੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੰਦੇ ਸਨ। ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ। ਇਸੇ ਤਰ੍ਹਾਂ ਯੂਸਫ ਜੋ ਕੁਪਰੂਸ ਦਾ ਰਹਿਣ ਵਾਲਾ ਇੱਕ ਲੇਵੀ ਸੀ, ਜਿਸ ਦਾ ਉਪਨਾਮ ਪ੍ਰਮੁੱਖ ਚੇਲਿਆਂ ਨੇ ਬਰਨਬਾਸ ਅਰਥਾਤ ਉਤਸਾਹ ਦਾ ਪੁੱਤਰ ਰੱਖਿਆ ਸੀ, ਉਸ ਕੋਲ ਜ਼ਮੀਨ ਸੀ। ਉਸਨੇ ਉਹ ਵੇਚੀ ਅਤੇ ਪੈਸਾ ਲਿਆ ਕੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੱਤਾ। ਹਨਨਿਆ ਅਤੇ ਸਫੀਰਾ। ਇੱਕ ਹਨਨਿਆ ਨਾਂ ਦੇ ਆਦਮੀ ਨੇ ਆਪਣੀ ਪਤਨੀ ਸਫੀਰਾ ਨਾਲ ਮਿਲ ਕੇ ਕੁਝ ਜਾਇਦਾਦ ਵੇਚੀ। ਉਸਨੇ ਆਪਣੀ ਪਤਨੀ ਦੀ ਰਾਏ ਨਾਲ ਮੁੱਲ ਦਾ ਕੁਝ ਹਿੱਸਾ ਆਪਣੇ ਲਈ ਰੱਖ ਲਿਆ ਅਤੇ ਕੁਝ ਹਿੱਸਾ ਲਿਆ ਕੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੱਤਾ। ਇਸ ਤੇ ਪਤਰਸ ਨੇ ਕਿਹਾ, ਹਨਨਿਆ, ਤੇਰੇ ਮਨ ਵਿੱਚ ਕਿਉਂ ਸ਼ੈਤਾਨ ਆਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਜਾਇਦਾਦ ਦੇ ਮੁੱਲ ਦਾ ਕੁਝ ਹਿੱਸਾ ਆਪਣੇ ਲਈ ਪਿੱਛੇ ਰੱਖ ਲਵੇਂ? ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ ਅਤੇ ਵਿਕਣ ਤੇ ਇਸ ਦਾ ਮੁੱਲ ਤੇਰੇ ਅਧਿਕਾਰ ਵਿੱਚ ਨਹੀਂ ਸੀ? ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਮਨ ਵਿੱਚ ਕਿਉਂ ਕੀਤਾ? ਤੂੰ ਆਦਮੀਆਂ ਨਾਲ ਨਹੀਂ ਸਗੋਂ ਪਰਮੇਸ਼ਰ ਨਾਲ ਝੂਠ ਬੋਲਿਆ ਹੈ। ਇਹ ਸੁਣਦੇ ਸਾਰੇ ਹੀ ਹਨਨਿਆ ਡਿੱਗ ਪਿਆ, ਉਸਦਾ ਦਮ ਨਿਕਲ ਗਿਆ। ਸਾਰੇ ਸੁਣਨ ਵਾਲੇ ਬਹੁਤ ਭੈਭੀਤ ਹੋ ਗਏ। ਕੁਝ ਨੌਜਵਾਨਾਂ ਨੇ ਉੱਠ ਕੇ ਉਸਦੀ ਲਾਸ਼ ਨੂੰ ਕੱਪੜੇ 'ਚ ਲਪੇਟਿਆ ਅਤੇ ਬਾਹਰ ਲਿਆ ਕੇ ਉਸਦਾ ਅੰਤਮ ਸੰਸਕਾਰ ਕਰ ਦਿੱਤਾ। ਲਗਭਗ 3 ਘੰਟੇ ਦੇ ਪਿੱਛੋਂ ਉਸਦੀ ਘਰਵਾਲੀ ਪਹਿਲੀ, ਜਿਹੜੀ ਇਸ ਘਟਨਾ ਨੂੰ ਨਹੀਂ ਜਾਣਦੀ ਸੀ, ਅੰਦਰ ਆਈ।
ਪਤਰਸ ਨੇ ਉਸ ਤੋਂ ਪੁੱਛਿਆ, ਮੈਨੂੰ ਦੱਸ, ਕੀ ਤੁਸੀਂ ਇਹ ਜਾਇਦਾਦ ਇੰਨੇ ਨੂੰ ਹੀ ਵੇਚੀ ਸੀ? ਉਸਨੇ ਉੱਤਰ ਦਿੱਤਾ, ਜੀ ਹਾਂ, ਇੰਨੇ ਨੂੰ ਹੀ। ਪਤਰਸ ਨੇ ਉਸਨੂੰ ਕਿਹਾ, ਤੁਸੀਂ ਦੋਹਾਂ ਨੇ ਪ੍ਰਭੂ ਤੇ ਪਵਿੱਤਰ ਆਤਮਾ ਨੂੰ ਪਰਖਣ ਦਾ ਏਕਾ ਕਿਉਂ ਕੀਤਾ? ਦੇਖ, ਤੇਰੇ ਪਤੀ ਦਾ ਅੰਤਮ ਸੰਸਕਾਰ ਕਰਨ ਵਾਲੇ ਬਾਹਰ ਬੂਹੇ ਤੇ ਹਨ ਅਤੇ ਉਹ ਤੈਨੂੰ ਵੀ ਲੈ ਜਾਣਗੇ। ਉਹ ਉਸ ਵੇਲੇ ਪਤਰਸ ਦੇ ਚਰਨਾਂ ਤੇ ਡਿੱਗ ਪਈ ਅਤੇ ਦਮ ਤੋੜ ਦਿੱਤਾ। ਨੌਜਵਾਨਾਂ ਨੇ ਅੰਦਰ ਆ ਕੇ ਉਸਨੂੰ ਮਰੀ ਵੇਖਿਆ ਤੇ ਬਾਹਰ ਲਿਜਾ ਕੇ ਉਸਦੇ ਪਤੀ ਦੇ ਲਾਗੇ ਉਸ ਦਾ ਵੀ ਅੰਤਮ ਸੰਸਕਾਰ ਕਰ ਦਿੱਤਾ। ਇਸ ਤੋਂ ਸਾਰੀ ਵਿਸ਼ਵਾਸ ਸੰਗਤ ਤੇ ਦੂਜੇ ਜਿੰਨਿਆਂ ਨੇ ਸੁਣਿਆ, ਉਹਨਾਂ ਸਾਰਿਆਂ ਤੇ ਭੈ ਛਾ ਗਿਆ। ਵਚਨ ਨੂੰ ਪੜ੍ਹੇ ਤੇ ਸੁਣੇ ਜਾਣ ਤੇ ਆਪ ਸਭ ਨੂੰ ਬਰਕਤ ਮਿਲੇ। ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਵਚਨ ਦੇ ਵਿੱਚੋਂ ਪਵਿੱਤਰ ਆਤਮਾ ਦੇ ਕੰਮ ਦੇਖਦੇ ਪਏ ਹਾਂ। ਚੇਲਿਆਂ ਦੇ ਕਰਤੱਵ ਦੀ ਪੁਸਤਕ ਜਿਹੜੀ ਹੈਗੀ ਆ, ਉਸ ਦੇ ਵਿੱਚ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਡਿਸਾਈਪਲ ਦੇ ਨਾਲ ਸਵਰਗ ਉਠਾਏ ਜਾਣ ਤੋਂ ਪਹਿਲਾਂ ਕਿ ਜਦ ਤੱਕ ਤੁਹਾਨੂੰ ਉੱਪਰੋਂ ਬਲ ਨਾ ਮਿਲੇ ਤੁਸੀਂ ਬਾਹਰ ਨਾ ਜਾਣਾ। ਔਰ ਪਵਿੱਤਰ ਆਤਮਾ ਮਿਲਣ ਤੋਂ ਬਾਅਦ ਅਸੀਂ ਦੇਖਦੇ ਹਾਂ ਚਰਚ ਦੀ ਗਰੋਥ ਜਿਹੜੀ ਆ ਨਾ, ਉਹ ਬੜੀ ਤੇਜ਼ੀ ਦੇ ਨਾਲ ਹੋ ਰਹੀ ਆ। ਔਰ ਗਰੋਥ ਵਿੱਚ ਅਸੀਂ ਦੇਖਿਆ ਕਿ ਸਧਾਰਨ ਲੋਕ ਜਿਹੜੇ ਮਛੇਰੇ ਆ, ਉਹ ਆਤਮਾ ਦੀ ਅਗਵਾਈ ਵਿੱਚ ਜਦੋਂ ਪ੍ਰਚਾਰ ਕਰਦੇ ਆ, ਲੋਕ ਵੰਡਰ ਕਰਦੇ ਆ ਕਿ ਵੀ ਇਹ ਕੌਣ ਆ ਜਿਹੜੇ ਇਹ ਤਾਂ ਸਧਾਰਨ ਮਨੁੱਖ ਆ ਔਰ ਕਿਸ ਗਿਆਨ ਦੇ ਨਾਲ ਇਹ ਗੱਲਾਂ ਕਰਦੇ ਆ। ਔਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਕਿ ਯਿਸੂ ਦੇ ਨਾਲ ਰਹਿ ਚੁੱਕੇ ਆ। ਤਾਂ ਬਹੁਤ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਆ। ਪਰਮੇਸ਼ਵਰ ਦਾ ਖਾਨਦਾਨ ਵੱਧ ਰਿਹਾ। ਪਵਿੱਤਰ ਆਤਮਾ ਲੋਕਾਂ ਦੇ ਵਿੱਚ ਪਿਆਰ, ਅੰਡਰਸਟੈਂਡਿੰਗ, ਯੂਨਿਟੀ ਔਰ ਇੱਥੋਂ ਤੱਕ ਜਿਹੜਾ ਸੈਲਫਲੈਸਨੈਸ, ਆਪਣਾ ਆਪ ਕੁਰਬਾਨ ਕਰ ਦੇਣਾ, ਪਵਿੱਤਰ ਆਤਮਾ ਦਾ ਕੰਮ ਜਿਹੜਾ ਅਸੀਂ ਦੇਖਦੇ ਪਏ ਹਾਂ। ਔਰ ਇਸ ਸਟੋਰੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਡਰ ਵੀ ਲੱਗਦਾ ਕਿ ਬਈ ਉਹਨਾਂ ਨੇ ਕੁਛ ਹਿੱਸਾ ਵੇਚਿਆ ਔਰ ਵੇਚ ਕੇ ਜਿਹੜਾ ਕੁਛ ਪੈਸਾ ਆਪਣੇ ਕੋਲੇ ਰੱਖ ਲਿਆ, ਉਹਨਾਂ ਦਾ ਆਪਣਾ ਧਨ ਦੌਲਤ ਸੀ। ਪਰ ਜਿਸ ਵੇਲੇ ਪਤਰਸ ਦੇ ਨਾਲ ਆਮਣਾ ਸਾਹਮਣਾ ਹੋਇਆ ਤਾਂ ਪਹਿਲਾਂ ਹਨਾਨਿਆ, ਫਿਰ ਬਾਅਦ ਚ ਸਫੀਰਾ ਵੀ ਜਿਹੜੀ ਸੀ ਉਹ ਪੂਰੀ ਹੋ ਗਈ। ਔਰ ਵਚਨ ਨੂੰ ਜਦੋਂ ਅਸੀਂ ਡੂੰਘਾਈ ਨਾਲ ਦੇਖਦੇ ਹਾਂ ਤੇ ਅਸੀਂ ਕੁਛ ਲੋਕ ਸੋਚਦੇ ਆ ਕਿ ਬਈ ਉਹਨਾਂ ਨੇ ਜੀ ਇਹ ਧੋਖਾ ਕੀਤਾ, ਪੈਸਾ ਪਿੱਛੇ ਰੱਖ ਲਿਆ, ਝੂਠ ਬੋਲਿਆ। ਪਰ ਅਗਰ ਅਸੀਂ ਇਸ ਨੂੰ ਕੌਨਟੈਕਸਟ ਵਿੱਚ ਪਿੱਛੋਂ 32ਵੇਂ ਜਿਹੜਾ ਚੌਥਾ ਚੈਪਟਰ ਦੀ 32 ਆਇਤ ਤੋਂ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਵਿਸ਼ਵਾਸੀਆਂ ਦੀ ਸਾਰੀ ਸੰਗਤ ਇੱਕ ਮਨ ਅਤੇ ਇੱਕ ਜਾਨ ਸੀ। ਦੇ ਵਰ ਨਾਟ, ਉਹ ਅਲੱਗ ਨਹੀਂ ਸੀਗੇ। ਉਹ ਦੇਖੋ, ਇੱਕ ਸਮਾਂ ਸੀ ਲੋਕੀ ਆਪਣੇ ਆਪਣੇ ਧਨ ਦੌਲਤ ਨੂੰ ਪਿਆਰ ਕਰਦੇ ਸੀ, ਆਪਣੇ ਆਪਣੇ ਬਾਰੇ ਸੋਚਦੇ ਸੀ। ਪਰ ਪਰਮੇਸ਼ਵਰ ਦੇ ਆਤਮਾ ਨੇ ਐਸਾ ਕੰਮ ਉਹਨਾਂ ਵਿੱਚ ਕੀਤਾ ਕਿ ਉਹ ਇੱਕ ਮਨ ਤੇ ਇੱਕ ਜਾਨ ਹੋ ਗਏ। ਉਹਨਾਂ ਵਿੱਚ ਕੋਈ ਵੀ ਆਪਣੇ ਧਨ ਮਾਲ ਨੂੰ ਆਪਣਾ ਨਹੀਂ ਸਮਝਦਾ ਸੀ। ਐਸਾ ਪਿਆਰ ਆ ਗਿਆ ਕਿ ਉਹਨਾਂ ਨੇ ਇਹ ਨਹੀਂ ਕਿ ਵੀ ਇਹ ਮੇਰਾ ਧਨ ਆ ਤੇ ਤੇਰਾ ਧਨ ਆ, ਤੂੰ ਜ਼ਰੂਰਤਮੰਦ ਆ ਪਰ ਮੇਰੇ ਕੋਲੇ ਹੈਗਾ ਤੇ ਮੇਰੇ ਕੋਲੇ ਵਾਧੂ ਆ ਪਰ ਤੇਰੇ ਕੋਲੇ ਕੁਛ ਵੀ ਨਹੀਂ। ਪਰ ਉਹ ਕੀ ਕਰਦੇ ਸੀ, ਲਿਆ ਕੇ ਸਭ ਕੁਝ ਚੇਲਿਆਂ ਦੇ ਚਰਨਾਂ ਦੇ ਵਿੱਚ ਜਿਹੜਾ ਰੱਖ ਦਿੰਦੇ ਸੀਗੇ। ਸੋ ਉਹਨਾਂ ਦੇ ਹਾਰਟ ਤੇ ਮਾਈਂਡ ਜਿਹੜੇ ਸੀ ਨਾ, ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਇੱਕ ਹੋ ਗਏ ਔਰ ਬੜੀ ਬੇਸਬਰੀ ਦੇ ਨਾਲ ਉਹ ਪ੍ਰਭੂ ਯਿਸੂ ਮਸੀਹ ਦੀ ਦੂਸਰੀ ਆਮਦ ਦੀ ਉਡੀਕ ਕਰਦੇ ਪਏ ਸੀ। ਜਿਸ ਤਰ੍ਹਾਂ ਅਸੀਂ ਪ੍ਰਨਾਊਂਸ ਕੀਤਾ, ਪ੍ਰਭੂ ਯਿਸੂ ਮਰ ਗਏ, ਫਿਰ ਜੀ ਉੱਠੇ ਔਰ ਦੁਬਾਰਾ ਫਿਰ ਆਉਣਗੇ ਸਾਨੂੰ ਲੈਣ ਦੇ ਲਈ। ਔਰ ਉਹਨਾਂ ਨੂੰ ਇਹ ਵਿਸ਼ਵਾਸ ਕਿ ਵੀ ਪ੍ਰਭੂ ਨੇ ਹੁਣੇ ਆ ਜਾਣਾ, ਅਸੀਂ ਧਨ ਦੌਲਤ ਕਿੱਥੇ ਲੈ ਕੇ ਜਾਣਾ। ਔਰ ਉਹ ਸਾਰਾ ਮਿਲ ਕੇ ਜਿਹੜਾ ਇੱਕ ਮਨ ਹੋ ਕੇ ਉਹ ਧਨ ਦੌਲਤ ਜਿਹੜਾ ਉਹ ਦੂਸਰਿਆਂ ਨਾਲ ਵੰਡਦੇ ਪਏ ਆ। ਔਰ ਫਿਰ 33 ਆਇਤ ਵਿੱਚ ਅਸੀਂ ਦੇਖਦੇ ਕਿ ਪਵਿੱਤਰ ਆਤਮਾ ਕੀ ਕਰ ਰਿਹਾ। ਪ੍ਰਮੁੱਖ ਚੇਲੇ ਬੜੇ ਜ਼ੋਰ ਨਾਲ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਪਰਮੇਸ਼ਵਰ ਦੀ ਮਹਾਨ ਕਿਰਪਾ ਉਹਨਾਂ ਸਾਰਿਆਂ ਦੇ ਉੱਤੇ ਸੀ। ਸੋ ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਉਹ ਉਮੀਦ ਜੋ ਸਿਰਫ ਮਸੀਹਤ ਵਿੱਚ ਆ। ਦੇਖੋ, ਜਿਸ ਵੇਲੇ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠੇ ਤਾਂ ਪ੍ਰਭੂ ਨੇ ਕਿਹਾ ਜਿਹੜੇ ਵਿਸ਼ਵਾਸ ਕਰਦੇ ਜਿਸ ਤਰ੍ਹਾਂ ਮੈਂ ਮੁਰਦਿਆਂ ਤੋਂ ਜੀ ਉੱਠਿਆ ਉਹ ਵੀ ਜੀ ਉੱਠਣਗੇ। ਅਗਰ ਅਸੀਂ ਪਹਿਲਾ ਕੁਰਿੰਥੀਆਂ 15ਵਾਂ ਚੈਪਟਰ ਦੇਖਦੇ ਹਾਂ, ਸੰਤ ਪੌਲ ਉਸ ਦੇ ਵਿੱਚ ਬੜੀ ਸੋਹਣੇ ਤਰੀਕੇ ਨਾਲ ਦੱਸਦੇ ਆ ਕਿ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਤੋਂ ਜਿੰਦਾ ਕਰਕੇ ਦਿਖਾ ਦਿੱਤਾ
ਕਿ ਜਿੰਨੇ ਵੀ ਉਹਨਾਂ ਤੇ ਵਿਸ਼ਵਾਸ ਕਰਦੇ ਆ ਉਹ ਵੀ ਇਸੇ ਤਰ੍ਹਾਂ ਜੀ ਉੱਠਣਗੇ, ਉਹਨਾਂ ਦੇ ਕੋਲੇ ਵੀ ਉਹ ਜੀਵਨ ਹੈਗਾ। ਸੋ ਚੇਲੇ ਬੜੀ ਦਲੇਰੀ ਦੇ ਨਾਲ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ, ਤੁਸੀਂ ਪਿਛਲੇ ਚੈਪਟਰ ਵਿੱਚ ਦੇਖਿਆ ਕਿ ਜਦੋਂ ਸ਼ੇਅਰ ਕੀਤਾ ਸੀ ਕਿ ਉਹਨਾਂ ਦੇ ਉੱਪਰ ਸਖਤ ਮਨਾਹੀ ਲਾਈ ਗਈ ਸੀ ਕਿ ਤੁਸੀਂ ਯਿਸੂ ਨਾਮ ਦੇ ਵਿੱਚ ਪ੍ਰਚਾਰ ਨਹੀਂ ਕਰਨਾ। ਔਰ ਪਿਛਲੇ ਹਫਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਯਿਸੂ ਨਾਮ ਕੋਈ ਸਧਾਰਨ ਨਾਮ ਨਹੀਂ। ਯਿਸੂ ਨਾਮ ਦੇ ਵਿੱਚ ਚਿੰਨ੍ਹ ਤੇ ਚਮਤਕਾਰ ਹੁੰਦੇ ਆ, ਸ਼ਕਤੀ ਯਿਸੂ ਨਾਮ ਦੇ ਵਿੱਚ ਆ। ਔਰ ਬਹੁਤ ਸਾਰੇ ਦੂਸਰੇ ਲੋਕੀ ਵੀ ਯਿਸੂ ਦਾ ਨਾਮ ਲੈ ਕੇ ਲੋਕਾਂ ਨੂੰ ਠੀਕ ਕਰਦੇ ਪਏ ਸੀਗੇ, ਪਰ ਬਦਰੂਆਂ ਵੀ ਯਿਸੂ ਨਾਮ ਨੂੰ ਪਹਿਚਾਨਦੀਆਂ। ਬਦਰੂਆਂ ਨੇ ਕਿਹਾ ਯਿਸੂ ਨੂੰ ਅਸੀਂ ਪਹਿਚਾਨਦੀਆਂ, ਸੰਤ ਪੌਲ ਨੂੰ ਅਸੀਂ ਜਾਣਦੀਆਂ, ਪਰ ਤੁਸੀਂ ਕੌਣ ਹੋ? ਚੇਲਿਆਂ ਦੇ ਉੱਪਰ ਸਖਤ ਮਨਾਹੀ ਸੀ ਕਿ ਤੁਸੀਂ ਇਹ ਨਾਮ ਦਾ ਪ੍ਰਚਾਰ ਨਹੀਂ ਕਰਨਾ, ਪਰ ਚੇਲੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਦੁਆ ਕਰਕੇ ਉਹਨਾਂ ਨੇ ਪ੍ਰਭੂ ਤੋਂ ਬਲ ਮੰਗਿਆ ਔਰ ਉਹ ਉਸ ਨਾਮ ਦੇ ਵਿੱਚ ਪ੍ਰਚਾਰ ਜਿਹੜਾ ਕਰਦੇ ਰਹੇ। ਔਰ ਅਸੀਂ 33 ਆਇਤ ਵਿੱਚ ਦੇਖਦੇ ਹਾਂ ਕਿ ਪਵਿੱਤਰ ਆਤਮਾ ਉਹਨਾਂ ਨੂੰ ਦਲੇਰੀ ਬਖਸ਼ਦਾ ਪਿਆ, ਉਹਨਾਂ ਦੇ ਮੂੰਹ ਦੇ ਵਿੱਚ ਸ਼ਬਦ ਪਾਉਂਦਾ ਪਿਆ ਕਿ ਉਹ ਦੱਸ ਰਹੇ ਆ ਕਿ ਦੇਖੋ, ਜਿਸ ਤਰ੍ਹਾਂ ਲੋਕੀ, ਤੁਹਾਨੂੰ ਪਤਾ ਨਾ, ਸਦੂਕੀ ਲੋਕ ਵਿਸ਼ਵਾਸ ਨਹੀਂ ਕਰਦੇ ਸੀ ਦੂਸਰਾ ਪੁਨਰੁਥਾਨ, ਦੂਸਰੇ ਜਨਮ ਦੇ ਉੱਪਰ, ਪਰ ਉਹ ਕਹਿੰਦੇ ਕਿ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਯਿਸੂ ਮਸੀਹ ਨੂੰ। ਬਹੁਤਿਆਂ ਲੋਕਾਂ ਨੇ ਦੇਖਿਆ ਪੁਨਰਉਥਾਨ ਹੈਗਾ। ਔਰ ਫਿਰ ਅਸੀਂ ਯਹੂਨਾ 11ਵਾਂ ਚੈਪਟਰ ਵਿੱਚ ਵੀ ਦੇਖਦੇ ਹਾਂ, ਜਿੱਥੇ ਪ੍ਰਭੂ ਨੇ ਲਾਜ਼ਰ ਨੂੰ ਜਿੰਦਾ ਕੀਤਾ, ਉੱਥੇ ਵੀ ਪ੍ਰਭੂ ਨੇ ਕਿਹਾ ਕਿ ਪੁਨਰਉਥਾਨ ਅਤੇ ਜੀਵਨ ਮੈਂ ਹੀ ਹਾਂ, ਹੈ ਨਾ। ਸੋ ਅਸੀਂ ਬੜਾ ਕਲੀਅਰ ਦੇਖਦੇ ਹਾਂ। ਔਰ ਚੇਲੇ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਉਹ ਪ੍ਰਚਾਰ ਕਰਦੇ ਪਏ ਆ। ਉਹ ਯਹੂਦੀ ਸੀਗੇ, ਪਰ ਉਹ ਪਰਮੇਸ਼ਵਰ ਦੀ ਜਿਹੜੀ ਯੋਜਨਾ ਸੀ ਉਸ ਨੂੰ ਸਮਝ ਗਏ ਔਰ ਉਹ ਬੜੀ ਦਲੇਰੀ ਦੇ ਨਾਲ ਆਤਮਾ ਦੇ ਵਿੱਚ ਹੋ ਕੇ ਪ੍ਰਚਾਰ ਕਰਦੇ ਪਏ ਆ। ਫਿਰ 34 ਤੋਂ 37 ਆਇਤ ਦੇ ਵਿੱਚ, ਅਸੀਂ ਚੌਥੇ ਚੈਪਟਰ ਦੀ 34 ਤੋਂ 37 ਆਇਤ ਵਿੱਚ ਅਸੀਂ ਵਿਸ਼ਵਾਸੀਆਂ ਦਾ ਜੀਵਨ ਦੇਖਦੇ ਹਾਂ ਕਿ ਵਿਸ਼ਵਾਸੀ ਜਿਹੜੇ ਆ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਹੁਣ ਉਹਨਾਂ ਦਾ ਜੀਵਨ ਜਿਹੜਾ ਉਹ ਕਿੱਦਾਂ ਬਦਲ ਗਿਆ। 34 ਆਇਤ ਵਿੱਚ ਦੇਖੋ, ਉਹਨਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਥੋੜ ਨਹੀਂ ਸੀ। ਕੈਨ ਯੂ ਸੀ ਦੈਟ? ਬੇਸ਼ੱਕ ਉਹ ਸਭ ਕੁਝ ਇੱਕ ਦੂਜੇ ਨੂੰ ਦਿੰਦੇ ਪਏ ਆ, ਪਰ ਪਰਮੇਸ਼ਵਰ ਕਿਸੇ ਚੀਜ਼ ਦੀ ਕਮੀ ਤੇ ਥੋੜ ਨਹੀਂ ਆਉਣ ਦਿੰਦਾ। ਐਂਡ ਅੱਜ ਤੁਸੀਂ ਜਿੰਨੇ ਵੀ ਇੱਥੇ ਬੈਠੇ ਆ, ਤੁਸੀਂ ਸਾਰੇ ਇਹ ਕਹਿ ਸਕਦੇ ਆ, ਮੈਂ ਤੁਹਾਡੇ ਨਾਲ ਕਹਿ ਸਕਦਾ, ਇਟਸ ਨਾਟ ਡਿਪੈਂਡਿੰਗ ਔਨ ਅਵਰ ਜੌਬਸ ਕਿ ਸਾਡੇ ਕੋਲੇ ਜੌਬ ਹੈਗੀ ਜਾਂ ਨਹੀਂ ਹੈਗੀ। ਜਦੋਂ ਸਾਡੇ ਕੋਲੇ ਜੌਬਾਂ ਵੀ ਨਹੀਂ ਹੈਗੀਆਂ, ਤੁਸੀਂ ਮਹਿਸੂਸ ਕਰਦੇ ਆ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਥੋੜ ਆਉਣ ਹੀ ਨਹੀਂ ਦਿੰਦਾ। ਪ੍ਰਭੂ ਦੇ ਵਚਨ ਦੇ ਵਿੱਚ ਮੱਤੀ ਦੇ 6ਵੇਂ ਭਾਵ 'ਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ, ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਰਾਜ ਅਤੇ ਉਸ ਦੀ ਇੱਛਾ ਨੂੰ ਖੋਜੋ। ਪਰਮੇਸ਼ਵਰ ਦੀ ਇੱਛਾ ਨੂੰ ਜਾਣੋ, ਮਾਫੀ ਲੈ ਕੇ ਉਸਦੇ ਬੇਟੀਆਂ ਬਣ ਜਾਓ, ਉਸਦੀ ਧਾਰਮਿਕਤਾ ਨੂੰ ਖੋਜੋ। ਫਿਰ ਇਹ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ ਕਿ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ ਜਾਂ ਕੀ ਪਹਿਨਾਂਗੇ, ਕਿਉਂਕਿ ਤੁਹਾਡਾ ਬਾਪ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ। ਇੱਕ ਮਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਤੇਰਾ ਬੱਚਾ ਭੁੱਖਾ, ਮਾਂ ਨੂੰ ਪਤਾ ਹੁੰਦਾ, ਮਾਂ ਦਾ ਧਿਆਨ ਬੱਚੇ ਦੇ ਵਿੱਚ ਹੁੰਦਾ ਕਿ ਮੇਰਾ ਬੱਚਾ ਜਿਹੜਾ ਇਸ ਵੇਲੇ ਘਰੇ ਆ, ਮੈਂ ਉਸ ਨੂੰ ਕੁਝ ਬਣਾ ਕੇ ਨਹੀਂ ਦੇ ਕੇ ਆਈ, ਮੈਂ ਉਸਦੀ ਇਹ ਕੇਅਰ ਕਰਨੀ ਆ। ਔਰ ਇਸੇ ਤਰ੍ਹਾਂ ਬਾਪ ਜਿਹੜਾ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ, ਹਾਲੇਲੂਇਆ, ਉਹ ਸਾਡੀਆਂ ਜ਼ਰੂਰਤਾਂ ਨੂੰ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ। ਉਹ ਕਹਿੰਦੇ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਸੀ, ਕਿਉਂਕਿ ਜਿਨ੍ਹਾਂ ਕੋਲ ਖੇਤ ਅਤੇ ਘਰ ਸਨ ਉਹ ਉਹਨਾਂ ਨੂੰ ਵੇਚ ਕੇ ਅਤੇ ਵਿਕੀਆਂ ਹੋਈਆਂ ਚੀਜ਼ਾਂ ਦਾ ਮੁੱਲ ਲਿਆਉਂਦੇ ਅਤੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੰਦੇ ਸਨ। ਪਿੱਛੋਂ ਹਰ ਇੱਕ ਨੂੰ ਉਸਦੀ ਲੋੜ ਅਨੁਸਾਰ ਵੰਡ ਦਿੰਦੇ ਸਨ। ਬੜੀ ਸਮਝਣ ਦੀ ਜ਼ਰੂਰਤ ਆ, ਲੋੜ ਅਨੁਸਾਰ। ਅਗਰ ਜਿਸ ਵੇਲੇ ਹੁਣ ਸਾਡੇ ਹਾਲਾਤ ਖਰਾਬ ਆ, ਸਾਨੂੰ ਪਤਾ ਕਿ ਕਿਸੇ ਘਰ ਦੇ ਵਿੱਚ ਰੋਟੀ ਨਹੀਂ ਬਣਦੀ, ਕਿਸੇ ਘਰ ਦੇ ਵਿੱਚ ਭੋਜਨ ਨਹੀਂ ਹੈਗਾ ਗਾ। ਇੰਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਮਜ਼ਦੂਰ ਸੀਗੇ, ਜਿਹੜੇ ਮਜ਼ਦੂਰੀ ਤੇ ਜਾਂਦੇ ਆ, ਉਹ ਮਜ਼ਦੂਰੀ ਤੇ ਜਦੋਂ ਜਾਣਗੇ ਨਹੀਂ ਤੇ ਉਹਨਾਂ ਦੇ ਘਰੇ ਕਣਕ ਆਟਾ ਕਿੱਥੋਂ ਆਉਣਾ। ਡੇਲੀ ਰਕਸ਼ਾ ਚਲਾ ਕੇ ਜਿਹੜਾ ਘਰ ਚਲਾਉਂਦਾ ਸੀ, ਉਹਨਾਂ ਲੋਕਾਂ ਦੀ ਜਿਹੜੀ ਜ਼ਰੂਰਤ ਆ, ਚਰਚ ਨੂੰ ਜਦੋਂ ਪਰਮੇਸ਼ਵਰ ਨੇ, ਪ੍ਰਭੂ ਯਿਸੂ ਮਸੀਹ ਨੇ ਮੱਤੀ 25 'ਚ ਕਿਹਾ ਸੀ ਨਾ ਕਿ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਭੋਜਨ ਦਿੱਤਾ, ਮੈਂ ਨੰਗਾ ਸੀ ਤੁਸੀਂ ਮੈਨੂੰ ਕੱਪੜਾ ਦਿੱਤਾ, ਮੈਂ ਤਿਹਾਇਆ ਸੀ ਤੁਸੀਂ ਮੈਨੂੰ ਪਾਣੀ ਦਿੱਤਾ। ਨੇਕ ਲੋਕੀ ਕਹਿਣਗੇ ਕਦੋਂ ਪ੍ਰਭੂ ਜੀ? ਤਾਂ ਪ੍ਰਭੂ ਕਹਿੰਦੇ ਜਦੋਂ ਤੁਸੀਂ ਮਾੜੇ ਤੋਂ ਮਾੜੇ ਨਾਲ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ। ਐਂਡ ਦੈਟਸ ਵਾਟ ਦ ਬੋਡੀ
ਇਜ਼। ਮਸੀਹ ਦਾ ਪਰਿਵਾਰ ਜਿਹੜਾ ਹੈਗਾ ਉਹਨੂੰ ਉਹ ਜ਼ਰੂਰਤ ਦਿਖਾਈ ਦਿੰਦੀ ਆ ਔਰ ਉੱਥੇ ਉਹ ਭੋਜਨ ਜਿਹੜਾ ਪਹੁੰਚਦਾ ਔਰ ਉਹਨਾਂ ਦੀ ਜਿਹੜੀ ਉਹ ਜ਼ਰੂਰਤ ਆ। ਸੋ ਇਹ ਸਮਝਣਾ ਜ਼ਰੂਰੀ ਆ ਕਿ ਉਸ ਸਮੇਂ ਜਿਹੜੀ ਜ਼ਰੂਰਤਮੰਦ ਸੀ, ਜਿਨ੍ਹਾਂ ਦੇ ਕੋਲੇ ਖਾਣ ਪੀਣ ਦੇ ਲਈ, ਤਨ ਢੱਕਣ ਦੇ ਲਈ ਨਹੀਂ ਸੀ, ਉਹਨਾਂ ਦੀ ਜਿਹੜੀ ਉਹ ਮਦਦ ਕੀਤੀ ਜਾਂਦੀ ਸੀ ਔਰ ਉਹ ਸਾਰਾ ਕੁਝ ਲਿਆ ਕੇ ਚੇਲਿਆਂ ਨੂੰ ਦੇ ਦਿੰਦੇ ਸੀ। ਔਰ ਅੱਗੇ ਆਉਣ ਵਾਲੇ ਚੈਪਟਰਾਂ ਵਿੱਚ ਅਸੀਂ ਦੇਖਾਂਗੇ ਇਸ ਦੇ ਉੱਪਰ ਵੀ ਗੱਲਬਾਤ ਹੋਊਗੀ ਕਿ ਵੀ ਕਿਸ ਨੂੰ ਕਿਵੇਂ ਦੇਣਾ ਔਰ ਕਿਹੜੀਆਂ ਚੀਜ਼ਾਂ ਦੇ ਨਾਲ ਕਿੱਦਾਂ ਤੁਸੀਂ ਉਹਨੂੰ ਹੈਂਡਲ ਕਰਨਾ। ਸੋ ਉਹ ਅਸੀਂ ਆਉਣ ਵਾਲੇ ਚੈਪਟਰਾਂ ਵਿੱਚ ਦੇਖਾਂਗੇ। ਪਰ ਅਸੀਂ ਦੇਖਦੇ ਹਾਂ ਕਿ ਲੋਕ ਧਨ ਦੌਲਤ ਵੇਚ ਕੇ ਚੇਲਿਆਂ ਦੇ ਕੋਲੇ ਲੈ ਕੇ ਆਉਂਦੇ ਪਏ ਆ। ਔਰ 35 ਆਇਤ ਵਿੱਚ ਲਿਖਿਆ, ਤੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੰਦੇ ਸਨ, ਪਿੱਛੋਂ ਹਰ ਇੱਕ ਨੂੰ ਉਸਦੀ ਲੋੜ ਅਨੁਸਾਰ ਵੰਡ ਦਿੰਦੇ ਸਨ। ਔਰ 36 ਤੇ 37 ਆਇਤ ਵਿੱਚ ਅਸੀਂ ਇੱਕ ਇਨਸਾਨ ਦਾ ਨਾਮ ਦੇਖਦੇ ਹਾਂ ਜਿਸ ਨੇ ਆਪਣਾ ਸਭ ਕੁਝ ਵੇਚ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ, ਚੇਲਿਆਂ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਇਸੇ ਤਰ੍ਹਾਂ ਯੂਸਫ, ਜੋ ਕਪਰੂਸ ਨਾਂ ਦਾ ਰਹਿਣ ਵਾਲਾ ਇੱਕ ਲੇਵੀ ਸੀ, ਜਿਸ ਦਾ ਉਪਨਾਮ ਪ੍ਰਮੁੱਖ ਚੇਲਿਆਂ ਨੇ ਬਰਨਾਬਾਸ ਅਰਥਾਤ ਉਤਸਾਹ ਦਾ ਪੁੱਤਰ ਰੱਖਿਆ ਸੀ, ਉਸ ਕੋਲ ਜ਼ਮੀਨ ਸੀ, ਉਸਨੇ ਉਹ ਵੇਚੀ ਤੇ ਪੈਸਾ ਲਿਆ ਕੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੱਤਾ। ਇੱਥੇ ਹੁਣ ਇੱਕ ਬੰਦੇ ਦਾ ਨਾਮ ਆਇਆ ਬਰਨਾਬਾਸ, ਉਤਸਾਹ ਦਾ ਪੁੱਤਰ। ਇਸ ਦੇ ਬਾਰੇ ਅਸੀਂ ਬੁੱਕ ਆਫ ਐਕਟ ਵਿੱਚ ਹੋਰ ਵੀ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਨੇ ਇਸ ਨੂੰ ਆਪਣੀ ਆਤਮਾ ਦੇ ਨਾਲ ਭਰ ਦਿੱਤਾ। ਇਹੀ ਉਹ ਚੇਲਾ ਸੀਗਾ, ਇਹੀ ਉਹ ਇਨਸਾਨ ਸੀ ਜਿਸ ਨੇ ਸੰਤ ਪੌਲ ਨੂੰ ਚੇਲਿਆਂ ਦੇ ਨਾਲ ਮਿਲਾਇਆ ਔਰ ਜਿਹੜਾ ਸੀਗਾ ਮਰਕੁਸ ਸੀਗਾ, ਜਿਹੜਾ ਉਹਨੂੰ ਜਿੱਦਾਂ ਪ੍ਰਭੂ ਦੇ ਵਿੱਚ ਵਧਾਇਆ। ਮਤਲਬ ਕਿ ਇਹ ਇਨਸਾਨ ਬਿਲਕੁਲ ਪ੍ਰਭੂ ਦੇ ਵਿੱਚ ਰੰਗਿਆ ਗਿਆ ਔਰ ਇਸ ਨੇ ਸਭ ਕੁਝ ਲਿਆ ਕੇ ਪ੍ਰਭੂ ਦੇ ਚੇਲਿਆਂ ਦੇ ਚਰਨਾਂ ਵਿੱਚ ਰੱਖਿਆ। ਔਰ ਇਸ ਦੇ ਕਰਕੇ ਜਦੋਂ ਇਸ ਨੇ ਰੱਖਿਆ, ਹੋਰ ਲੋਕ ਵੀ ਰੱਖਦੇ ਪਏ ਆ, ਤਾਂ ਇੱਕ ਜਿੱਦਾਂ ਪੋਜੀਸ਼ਨ ਮਿਲਦੀ ਹੈ, ਇੱਕ ਰੈਕੋਜੀਸ਼ਨ ਮਿਲਦੀ ਆ ਕਿ ਬਈ ਦੇਖੋ ਜੀ ਉਸਨੇ ਇਹ ਕੀਤਾ। ਔਰ ਉਦੋਂ ਅੱਗੇ ਅਸੀਂ ਦੇਖਦੇ ਹਾਂ 5ਵੇਂ ਚੈਪਟਰ ਦੇ ਵਿੱਚ ਹਨਾਨਿਆ ਤੇ ਸਫੀਰਾ ਨੇ ਵੀ ਸੋਚਿਆ ਕਿ ਅਸੀਂ ਵੀ ਇਦਾਂ ਹੀ ਪੈਸਾ ਲਿਆ ਕੇ ਰੱਖ ਦਈਏ। ਪਰ ਡਿਫਰੈਂਸ ਕੀ ਸੀਗਾ? ਡਿਫਰੈਂਸ ਇਹ ਸੀਗਾ ਕਿ ਉਸਨੇ ਸਭ ਕੁਝ ਲਿਆ ਕੇ ਪ੍ਰਭੂ ਦੇ ਚਰਨਾਂ ਵਿੱਚ ਰੱਖ ਦਿੱਤਾ। ਉਹਨਾਂ ਨੇ ਜਿਹੜਾ ਸੀਗਾ ਉਹਦੇ ਵਿੱਚੋਂ ਕੁਝ ਹਿੱਸਾ ਪਹਿਲੀ ਆਇਤ ਵਿੱਚ ਹੀ ਦੇਖਦੇ ਹਾਂ। ਇੱਕ ਹਨਾਨਿਆ ਨਾਮ ਦੇ ਆਦਮੀ ਨੇ ਆਪਣੀ ਪਤਨੀ ਸਫੀਰਾ ਨਾਲ ਮਿਲ ਕੇ ਕੁਝ ਜਾਇਦਾਦ ਵੇਚੀ। ਇੱਥੋਂ ਪਤਾ ਲੱਗਦਾ ਕਿ ਦੇ ਵਰ ਬੋਥ ਟੁਗੈਦਰ, ਸਾਰਾ ਕੁਝ ਰਹਿ ਮਸ਼ਵਰੇ ਦੇ ਨਾਲ ਹੋ ਰਿਹਾ। ਉਸਨੇ ਆਪਣੀ ਪਤਨੀ ਦੀ ਰਾਏ ਦੇ ਨਾਲ ਮੁੱਲ ਦਾ ਕੁਝ ਹਿੱਸਾ ਆਪਣੇ ਲਈ ਰੱਖ ਲਿਆ ਤੇ ਕੁਝ ਹਿੱਸਾ ਲਿਆ ਕੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੱਤਾ। ਹੁਣ ਕੁਝ ਹਿੱਸਾ ਉਸਨੇ ਰੱਖਿਆ, ਕੁਝ ਹਿੱਸਾ ਪ੍ਰਭੂ ਦੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ, ਚੇਲਿਆਂ ਦੇ ਚਰਨਾਂ ਦੇ ਵਿੱਚ ਲਿਆ ਕੇ ਰੱਖ ਦਿੱਤਾ ਔਰ ਕਿਹਾ ਕਿ ਜੋ ਕੁਝ ਅਸੀਂ ਵੇਚਿਆ ਉਹ ਸਾਰਾ ਕੁਝ ਅਸੀਂ ਰੱਖ ਦਿੱਤਾ। ਔਰ ਚਰਚ ਜਿਹੜਾ ਸਿੱਖਣ ਵਾਲਾ ਕੰਮ ਆ ਉਹ ਇਹ ਆ ਕਿ ਪਰਮੇਸ਼ਵਰ ਦੀ ਆਤਮਾ ਤੋਂ ਕੋਈ ਚੀਜ਼ ਛੁਪੀ ਨਹੀਂ ਹੈਗੀ। ਅਸੀਂ ਕਿਸੇ ਨੂੰ ਕੁਝ ਦਿਖਾ ਸਕਦੇ ਹਾਂ। ਮੈਂ ਜਿਸ ਵੇਲੇ ਵਚਨ ਪੜ੍ਹ ਰਿਹਾ ਸੀ, ਮੈਂ ਸੋਚ ਰਿਹਾ ਸੀਗਾ ਕਿ ਕਿੰਨਾ ਈਜ਼ੀ ਹੁੰਦਾ ਕਿ ਅਸੀਂ ਇੱਕ ਦਿਖਾਵਾ ਕਿ ਜਿੱਦਾਂ ਅਸੀਂ ਪ੍ਰਟੈਂਡ ਕਰਦੇ, ਅਸੀਂ ਦਿਖਾਉਂਦੇ ਹਾਂ ਕਿ ਵੀ ਹਾਂਜੀ ਅਸੀਂ ਪ੍ਰਭੂ ਦੇ ਘਰ ਦੇ ਵਿੱਚ ਪਾਉਂਦੇ ਹਾਂ। ਕਿਤੇ ਜੌਬ ਚਲੀ ਗਈ, ਸਾਡੇ ਮਨ 'ਚ ਥਾਟ ਆਉਂਦੀ ਆ ਕਿ ਜੌਬ ਨਹੀਂ ਹੈਗੀ, ਖਰਚੇ ਵਾਧੂ ਹੈਗੇ, ਚਲੋ ਪ੍ਰਭੂ ਦੇ ਘਰ ਦੇ ਵਿੱਚ ਨਹੀਂ ਪਾਉਂਦੇਗੇ, ਹੈ ਨਾ। ਤੇ ਥੋੜ੍ਹੀ ਦੇਰ ਪਤਾ ਲੱਗਦਾ ਕਿ ਕੋਈ ਬਾਹਰ ਬੈਟਰ ਡੀਲ ਮਿਲਦੀ ਪਈ ਆ, ਗੱਡੀ ਮਿਲਦੀ ਪਈ ਆ ਜਾਂ ਕੁਛ ਐਸੀ ਚੀਜ਼ ਮਿਲਦੀ ਪਈ ਆ, ਅਸੀਂ ਝੱਟ ਦੇਣੇ ਪੈਸਾ ਕੱਢ ਲੈਂਦੇ ਹਾਂ। ਤੇ ਫਿਰ ਆਪਣੇ ਮਨ ਵਿੱਚ ਆਉਂਦਾ ਕਿ ਪ੍ਰਭੂ ਦੇ ਘਰ ਲਈ ਤਾਂ ਅਸੀਂ ਸੋਚਦੇ ਸੀ ਸਾਡੇ ਕੋਲੇ ਹੈ ਨਹੀਂ, ਤੇ ਹੁਣ ਅਸੀਂ ਝੱਟ ਦੇਣੇ ਸਾਡੇ ਕੋਲੇ ਅਵੇਲੇਬਲ ਵੀ ਹੋ ਗਿਆ। ਤੇ ਅਸੀਂ ਕਿਸੇ ਨੂੰ ਨਹੀਂ ਦੱਸਣਾ ਕਿ ਸਾਡੀ ਹਾਲਤ ਕੀ ਆ। ਸਾਡੀ ਹਾਲਤ ਸਾਡੇ ਪ੍ਰਭੂ ਨੂੰ ਪਤਾ। ਨਵੇਂ ਨੇਮ ਦੇ ਵਿੱਚ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਪ੍ਰਭੂ ਚਾਹੁੰਦਾ ਕਿ ਅਸੀਂ ਖੁਸ਼ੀ ਦੇ ਨਾਲ ਪ੍ਰਭੂ ਦੇ ਘਰ ਦੇ ਵਿੱਚ ਪਾਈਏ, ਨਾ ਕਿ ਅਸੀਂ ਕੋਈ ਸਾਨੂੰ ਰਿਸਟ੍ਰਿਕਸ਼ਨ ਹੋਵੇ, ਬੋਝ ਹੋਵੇ ਕਿ ਨਹੀਂ ਜੀ ਮੈਨੂੰ ਇਹ ਮਸਟ ਕਰਨਾ ਪੈਣਾ, ਨਾ ਮੈਨੂੰ ਇਹ ਹੋਵੇ ਕਿ ਮੈਨੂੰ ਦਿਖਾਵੇ ਦੇ ਲਈ ਕਿ ਦੇਖੋ ਜੀ ਉਹ ਤਾਂ ਪਾਉਂਦੇ ਪਏ, ਉਹਨਾਂ ਨੇ ਕਹਿਣਾ ਤੁਸੀਂ ਨਹੀਂ ਪਾਉਂਦੇ ਪਏ। ਨਹੀਂ, ਖੁਸ਼ੀ ਦੇ ਨਾਲ ਅਸੀਂ ਪ੍ਰਭੂ ਦੇ ਘਰ ਦੇ ਵਿੱਚ ਪਾਈਏ। ਪਰ ਹਨਾਨਿਆ ਤੇ ਸਫੀਰਾ ਦੀ ਜਿਹੜੀ ਸਿਚੁਏਸ਼ਨ ਸੀ ਉਹ ਵੀ ਜਿੱਦਾਂ ਕਹਿ ਲਓ ਕਿ ਸਪਿਰਿਚੁਅਲ ਹਿਪੋਕ੍ਰੇਸੀ, ਜਿੱਦਾਂ ਕਿ ਵੀ ਨਹੀਂ ਜੀ ਉਹਨਾਂ ਨੂੰ ਇਹ ਅਹੁਦਾ ਮਿਲਿਆ, ਅਸੀਂ ਵੀ ਦਿਖਾਈਏ ਕਿ ਅਸੀਂ ਵੀ ਇਹ ਕਰਦੇ ਹਾਂ। ਪਰ ਜਦ ਕਿ ਉਹਨਾਂ ਨੇ ਕੁਝ ਹਿੱਸਾ ਰੱਖ ਲਿਆ। ਔਰ ਫਿਰ ਪਵਿੱਤਰ ਆਤਮਾ ਨੇ ਦੇਖੋ ਕੀ ਕੀਤਾ। ਇਸ ਤੇ ਪਤਰਸ ਨੇ ਕਿਹਾ, ਹਨਾਨਿਆ
ਤੇਰੇ ਮਨ ਵਿੱਚ ਕਿਉਂ ਸ਼ੈਤਾਨ ਆਇਆ ਕਿ ਤੂੰ ਪਵਿੱਤਰ ਆਤਮਾ ਦੇ ਨਾਲ ਝੂਠ ਬੋਲੇ ਅਤੇ ਜਾਇਦਾਦ ਦਾ ਕੁਝ ਹਿੱਸਾ ਪਿੱਛੇ ਰੱਖ ਲਵੇਂ। ਅਗਰ ਤੁਸੀਂ ਜਿੱਦਾਂ ਹੁਣ ਭੈਣ ਭਰਾ ਵਚਨ ਪੜ੍ਹਦੇ ਆ, ਬੜਾ ਚੰਗਾ ਲੱਗਦਾ ਜਦੋਂ ਡਿਵੋਸ਼ਨ ਕਰਦੇ ਆ, ਉਹ ਦੇਖਦੇ ਆ ਕਿ ਗ੍ਰੀਕ ਦੇ ਵਿੱਚ ਆਹ ਲਿਖਿਆ ਸੀ, ਆਹ ਸ਼ਬਦ ਕਿੰਨੀ ਵਾਰੀ ਆਇਆ, ਹੈ ਨਾ। ਜਦੋਂ ਤੁਸੀਂ ਸਟੱਡੀ ਕਰਦੇ ਕਿੰਨਾ ਚੰਗਾ ਲੱਗਦਾ। ਅਗਰ ਤੁਸੀਂ ਸਰਚ ਜਾ ਕੇ ਕਰੋਗੇ ਤਾਂ ਤੁਸੀਂ ਸਰਚ ਕਰੋਗੇ ਕਿ ਸ਼ੈਤਾਨ ਜਿਹੜਾ ਸ਼ਬਦ ਆ ਬੁੱਕ ਆਫ ਐਕਟ ਦੇ ਵਿੱਚ ਇੱਥੇ ਪਹਿਲੀ ਵਾਰ ਆਇਆ। ਪਤਰਸ ਨੇ ਕਿਹਾ ਕਿ ਤੇਰੇ ਮਨ ਵਿੱਚ ਕਿਉਂ ਸ਼ੈਤਾਨ ਆਇਆ ਕਿ ਤੂੰ ਪਵਿੱਤਰ ਆਤਮਾ ਦੇ ਨਾਲ ਝੂਠ ਬੋਲੇ। ਜਿੱਥੇ ਪਰਮੇਸ਼ਵਰ ਦਾ ਕੰਮ ਹੁੰਦਾ, ਸ਼ੈਤਾਨ ਪੂਰੀ ਕੋਸ਼ਿਸ਼ ਕਰਦਾ ਸਾਡੀ ਟੈਸਟਮਨੀ ਖਰਾਬ ਕਰਨ ਨੂੰ, ਸਾਨੂੰ ਪ੍ਰਭੂ ਦੀ ਆਗਿਆਕਾਰੀ ਕਰਨ ਨੂੰ, ਸਾਨੂੰ ਪ੍ਰਭੂ ਦੇ ਅੱਗੇ ਝੂਠੇ ਕਰਨ ਨੂੰ। ਸਾਡੇ ਮਨਾਂ ਵਿੱਚ ਐਸੇ ਥਾਟ ਪਾ ਦਿੰਦਾ। ਜਿਹੜੇ ਲੋਕ ਪ੍ਰਭੂ ਦੇ ਚਰਨਾਂ ਵਿੱਚ ਲਿਆ ਕੇ ਰੱਖਦੇ ਪਏ ਆ, ਉਹਨਾਂ ਨੂੰ ਇਹ ਪਤਾ ਕਿ ਸਾਡਾ ਬਾਪ ਜਿਹੜਾ ਹੈਗਾ ਉਹ ਪ੍ਰੋਵਾਈਡਰ ਆ। ਅਗਰ ਅੱਜ ਅਸੀਂ ਇੱਥੇ ਦਿੰਨੇ ਪਏ ਆ, ਕੱਲ ਨੂੰ ਸਾਨੂੰ ਜ਼ਰੂਰਤ ਪਊਗੀ, ਹੀ ਵਿਲ ਪ੍ਰੋਵਾਈਡ। ਪਰ ਕਈਆਂ ਦੇ ਮਨ 'ਚ ਇਹ ਪਾਉਂਦਾ ਪਿਆ ਕਿ ਨਹੀਂ, ਤੁਸੀਂ ਜੇ ਸਾਰਾ ਦੇ ਦਿੱਤਾ ਤੇ ਪਿੱਛੋਂ ਤੁਹਾਨੂੰ ਜ਼ਰੂਰਤ ਪੈ ਗਈ ਤਾਂ ਤੁਸੀਂ ਕੀ ਕਰੋਗੇ। ਦੋ ਵਚਨ ਦੇ ਹਿੱਸੇ ਮੈਂ ਤੁਹਾਡੇ ਨਾਲ ਦੇਖਦਾ। ਇੱਕ ਤਾਂ ਦੇਖੋ ਜੇਮਸ ਚੈਪਟਰ 4 ਵਰਸ 7, ਯਾਕੂਬ ਦੀ ਪੱਤਰੀ, ਉਹਦਾ ਚੌਥਾ ਭਾਵ, ਉਸਦੀ 7 ਆਇਤ। ਜੇਮਸ ਚੈਪਟਰ 4 ਵਰਸ 7। ਇਸ ਗੱਲ ਨੂੰ ਅਸੀਂ ਸਮਝਣਾ ਧਿਆਨ ਦੇ ਨਾਲ ਕਿ ਸਾਨੂੰ ਪਰਮੇਸ਼ਵਰ ਕਿਸ ਚੀਜ਼ ਦੇ ਬਾਰੇ ਅਲਰਟ ਕਰਨਾ ਮੰਗਦਾ। ਔਰ ਸ਼ੈਤਾਨ ਜਿਹੜਾ ਸ਼ੁਰੂ ਤੋਂ ਹੀ ਖੁਸ਼ ਨਹੀਂ ਕਿ ਇਨਸਾਨ ਜਿਹੜਾ ਨਾ ਉਹ ਪਰਮੇਸ਼ਵਰ ਦੇ ਨਾਲ ਉਹਦਾ ਰਿਸ਼ਤਾ ਮਜ਼ਬੂਤ ਹੋਵੇ। ਜੇਮਸ ਚੈਪਟਰ 4 ਵਰਸ 7 ਵਚਨ ਦੇ ਵਿੱਚ ਲਿਖਿਆ, ਇਸ ਲਈ ਪਰਮੇਸ਼ਵਰ ਦੇ ਅਧੀਨ ਰਹੋ, ਸ਼ੈਤਾਨ ਦਾ ਟਾਕਰਾ ਕਰੋ। ਸ਼ੈਤਾਨ ਦਾ ਕੀ ਕਰੋ? ਟਾਕਰਾ ਕਰੋ, ਤਾਂ ਉਹ ਤੁਹਾਡੇ ਸਾਹਮਣੇੋਂ ਦੌੜ ਜਾਵੇਗਾ। ਹੁਣ ਤੁਸੀਂ ਕੀ ਸੋਚਦੇ ਆ, ਸ਼ੈਤਾਨ ਦਾ ਟਾਕਰਾ ਕਿਸ ਤਰ੍ਹਾਂ ਕਰ ਸਕਦੇ ਆ? ਪਹਿਲੇ ਆਦਮੀ ਦਾ ਸ਼ੈਤਾਨ ਦੇ ਨਾਲ ਟਾਕਰਾ ਕਿੱਦਾਂ ਹੋਇਆ? ਆਦਮ ਤੇ ਹਵਾ ਨੂੰ ਕਿਸ ਤਰ੍ਹਾਂ ਸ਼ੈਤਾਨ ਨੇ ਕਰਾਹੇ ਪਾਇਆ? ਕਿ ਉਹਨਾਂ ਦੇ ਮਨਾਂ ਵਿੱਚ ਕੁਛ ਉਹਨੇ ਡਾਊਟ ਲੈ ਕੇ ਆਂਦਾ, ਸ਼ੱਕ ਪੈਦਾ ਕੀਤੀ। ਉਸਨੂੰ ਪਤਾ ਸੀ ਕਿ ਹਵਾ ਨੂੰ ਕਿੰਨਾ ਕੁ ਪਤਾ ਹੈ। ਪਰ ਜਿਸ ਵੇਲੇ ਉਸਦਾ ਟਾਕਰਾ ਪ੍ਰਭੂ ਯਿਸੂ ਮਸੀਹ ਦੇ ਨਾਲ ਹੋਇਆ, ਜਦੋਂ ਪ੍ਰਭੂ ਯਿਸੂ ਮਸੀਹ 40 ਦਿਨ ਬਿਨਾਂ ਖਾਧੇ ਪੀਤੇ ਉਜਾੜ ਦੇ ਵਿੱਚ ਸੀ, ਤਾਂ ਫਿਰ ਸ਼ੈਤਾਨ ਉੱਥੋਂ ਕਿੱਦਾਂ ਨੱਠਿਆ? ਪ੍ਰਭੂ ਨੇ ਉਸਨੂੰ ਕਿੱਦਾਂ ਨਠਾਇਆ? ਵਚਨ ਦੇ ਨਾਲ। ਵਚਨ ਦੇ ਨਾਲ। ਜਿਸ ਵੇਲੇ ਸ਼ੈਤਾਨ ਮਨ 'ਚ ਪਾਉਂਦਾ ਕਿ ਤੁਸੀਂ ਆਹ ਹਿੱਸਾ ਰੱਖ ਲਓ, ਜੇ ਅਸੀਂ ਉੱਥੇ ਸ਼ੈਤਾਨ ਨੂੰ ਕਹਿੰਦੇ ਸਾਡੇ ਪ੍ਰਭੂ ਤੋਂ ਕੁਛ ਛੁਪਿਆ ਨਹੀਂ, ਸਾਡਾ ਪ੍ਰਭੂ ਅਗਰ ਮੈਂ ਥੋੜਾ ਵੀ ਪਾਊਂਗਾ ਉਹਦੇ ਵਿੱਚ ਵੀ ਖੁਸ਼ ਆ, ਬਟ ਆਈ ਵਾਂਟ ਟੂ ਬੀ ਫੇਥਫੁਲ ਟੂ ਮਾਈ ਲਾਰਡ। ਮੈਨੂੰ ਦਿਖਾਵਾ ਦਿਖਾਉਣ ਦੀ ਲੋੜ ਨਹੀਂ ਹੈਗੀ। ਮੈਨੂੰ ਹਨਾਨਿਆ ਤੇ ਸਫੀਰਾ ਦਾ ਵੱਡਾ ਪਾਪ ਇਹ ਵੀ ਸੀਗਾ ਕਿ ਉਹਨਾਂ ਨੇ ਮਨੁੱਖਾਂ ਤੋਂ ਪ੍ਰੇਜ਼ ਲੈਣੀ ਚਾਹੀ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ਵਰ ਉਸ ਦੇ ਬਾਰੇ ਕੀ ਸੋਚਦਾ, ਜਦ ਕਿ ਪਰਮੇਸ਼ਵਰ ਤੋਂ ਤਾਂ ਕੋਈ ਚੀਜ਼ ਛੁਪੀ ਨਹੀਂ ਹੈਗੀ। ਮਨੁੱਖਾਂ ਅੱਗੇ ਮੈਂ ਰਿਵਾਰਡ ਲੈ ਵੀ ਲਊਂਗਾ, ਦੇਖੋ ਜੀ ਮੈਂ ਇੰਨਾ ਪਾਇਆ ਸਾਰਿਆਂ ਸਾਹਮਣੇ, ਤਾਂ ਮੈਨੂੰ ਮਨੁੱਖ ਕੀ ਰਿਵਾਰਡ ਦੇਣਗੇ? ਪ੍ਰਭੂ ਯਿਸੂ ਮਸੀਹ ਕਹਿੰਦੇ ਤੁਹਾਡਾ ਸੱਜਾ ਹੱਥ ਦੇਵੇ ਤਾਂ ਤੁਹਾਡੇ ਖੱਬੇ ਹੱਥ ਨੂੰ ਪਤਾ ਤੱਕ ਨਾ ਚੱਲੇ। ਤੇ ਤੁਸੀਂ ਕਿਹੜਾ ਰਿਵਾਰਡ ਲੈਣਾ ਮੰਗਦੇ ਆ? ਹੈਨਾ। ਜਿਸ ਤਰ੍ਹਾਂ ਮੈਂ ਤੁਹਾਨੂੰ ਜੇਮਸ ਦਾ ਚੌਥਾ ਚੈਪਟਰ ਉਹਦੀ 7 ਆਇਤ ਦੱਸੀ ਸੀ, ਇੱਥੇ ਇਸੇ ਤਰ੍ਹਾਂ ਚੌਥਾ ਹੀ ਚੈਪਟਰ 7 ਆਇਤ ਜੈਨਸਿਸ, ਉਤਪਤੀ। ਸ਼ੈਤਾਨ ਦੀ ਚਾਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਉਤਪਤ ਜੈਨਸਿਸ ਚੈਪਟਰ 4 ਵਰਸ 7। ਇੱਥੇ ਵੀ ਦੋ ਭਰਾਵਾਂ ਦੇ ਵਿੱਚ ਕਸ਼ਮਕਸ਼ ਆ ਕਿ ਕੌਣ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਚੰਗਾ ਠਹਿਰਾਉਂਦਾ ਹੈਗਾ, ਹੈ ਨਾ। ਪਰਮੇਸ਼ਵਰ ਕਿਸ ਨੂੰ ਜ਼ਿਆਦਾ ਉੱਚੀਆਂ ਕਰਦਾ ਹੈਗਾ। ਔਰ ਕਾਇਨ ਦੀ ਤੁਹਾਨੂੰ ਪਤਾ ਸਟੋਰੀ। ਔਰ ਪਰਮੇਸ਼ਵਰ ਕਾਇਨ ਨੂੰ ਕਹਿੰਦਾ ਜੇਕਰ ਤੂੰ ਭਲਾ ਕੰਮ ਕਰੇ
ਤਾਂ ਤੂੰ ਸਵੀਕ੍ਰਿਤ ਕੀਤਾ ਜਾਏਗਾ, ਪਰ ਜੇਕਰ ਤੂੰ ਭਲਾ ਕੰਮ ਨਹੀਂ ਕਰਦਾ, ਕੀ ਲਿਖਿਆ ਅੱਗੇ, ਤਾਂ ਪਾਪ ਤੇਰੇ ਅੱਗੇ ਅੱਗੇ ਰਹਿੰਦਾ ਹੈ। ਉਹ ਤੇਰੇ ਤੇ ਰਾਜ ਕਰਨਾ ਚਾਹੁੰਦਾ ਹੈ, ਪਰ ਤੈਨੂੰ ਉਸ ਤੇ ਕਾਬੂ ਪਾਉਣਾ ਚਾਹੀਦਾ ਹੈ। ਅੱਛਾ, ਤੁਸੀਂ ਕੀ ਸੋਚਦੇ ਹੋ ਕਿ ਸ਼ੈਤਾਨ, ਜਿੱਦਾਂ ਪਰਮੇਸ਼ਵਰ ਜਿਹੜਾ ਹੈਗਾ 24 ਘੰਟੇ ਜਾਗਦਾ, ਸ਼ੈਤਾਨ ਸੌਂਦਾ? ਅਸੀਂ ਬਾਈਬਲ ਕਾਲਜ ਦੇ ਵਿੱਚ ਸਾਨੂੰ ਸਟੱਡੀ ਕਰਾਈ ਸੀ ਸਪਿਰਿਚੁਅਲ ਵਾਰਫੇਅਰ। ਸਪਿਰਿਚੁਅਲ ਵਾਰਫੇਅਰ ਸਾਡਾ ਆਤਮਿਕ ਯੁੱਧ। ਉਹ ਕਹਿੰਦੇ ਜਿੱਦਾਂ ਦੁਨਿਆਵੀ ਯੁੱਧ ਰਾਤ ਨੂੰ ਬੰਦ ਹੋ ਜਾਂਦੇ ਤੇ ਲੋਕ ਸੌਂ ਜਾਂਦੇ ਆ, ਆਤਮਿਕ ਯੁੱਧ ਰਾਤ ਨੂੰ ਸੁੱਤਿਆਂ ਹੋਇਆਂ ਵੀ ਬੰਦ ਨਹੀਂ ਹੁੰਦਾ। ਸ਼ੈਤਾਨ ਠਾ 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 ਸੋਚਾਂ ਦੇ ਵਿੱਚ ਐਸੇ ਥਾਟ ਪਾਉਂਦਾ, ਐਸੀਆਂ ਚੀਜ਼ਾਂ ਪਾਉਂਦਾ ਕਿ ਅਸੀਂ ਕਿਸੇ ਤਰੀਕੇ ਪਰਮੇਸ਼ਵਰ ਦੇ ਆਗਿਆਕਾਰ ਹੋ ਜਾਈਏ। ਜਿਹੜੇ ਭੈਣ ਭਰਾ ਵਚਨ ਪੜ੍ਹਦੇ ਪਏ ਸ਼ੁਰੂ ਤੋਂ ਬਾਈਬਲ ਜਿਨ੍ਹਾਂ ਨੇ ਸ਼ੁਰੂ ਕੀਤੀ, ਦੇ ਕੈਨ ਲੁੱਕ ਕਲੀਅਰਲੀ ਕਿ ਵੀ ਪਰਮੇਸ਼ਵਰ ਦੀ ਜਿਨ੍ਹਾਂ ਲੋਕਾਂ ਤੇ ਬਲੈਸਿੰਗ ਆ ਨਾ, ਉਹਨਾਂ ਨੂੰ ਕੋਈ ਸਰਾਫ ਨਹੀਂ ਦੇ ਸਕਦਾ। ਪਰ ਜਿਸ ਵੇਲੇ ਉਹੀ ਲੋਕ ਆਗਿਆਕਾਰੀ ਕਰਦੇ ਆ, ਉਹੀ ਲੋਕ ਪਰਮੇਸ਼ਵਰ ਦੇ ਹੁਕਮਾਂ ਤੋਂ ਹਟਦੇ ਆ, ਤਾਂ ਆਪਣੇ ਆਪ ਹੀ ਪਰਮੇਸ਼ਵਰ ਦਾ ਜਿਹੜਾ ਕ੍ਰੋਧ ਆ, ਐਂਗਰ ਆ, ਉਹਨਾਂ ਤੇ ਆ ਜਾਂਦਾ, ਔਰ ਉਹਨਾਂ ਦੀ ਬਲੈਸਿੰਗ ਜਿਹੜੀ ਉਹ ਚਲੀ ਜਾਂਦੀ ਆ। ਸੋ ਵੀ ਨੀਡ ਟੂ ਅੰਡਰਸਟੈਂਡ, ਇਸ ਪੈਸੇਜ ਤੋਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਸਾਡੇ ਪਰਮੇਸ਼ਵਰ ਨੂੰ ਸਾਡੀ ਹਾਲਤ ਦਾ ਬਿਲਕੁਲ ਪਤਾ, ਤੁਹਾਡੇ ਕੋਲੇ ਕੀ ਆ, ਮੇਰੇ ਕੋਲੇ ਕੀ ਆ, ਹੈ ਨਾ। ਜੇ ਅਸੀਂ ਹੋਰਾਂ ਚੀਜ਼ਾਂ ਲਈ ਪੈਸਾ ਕੱਢ ਸਕਦੇ ਹਾਂ, ਗੱਡੀਆਂ ਲਈ ਕੱਢ ਸਕਦੇ ਹਾਂ, ਜਿੱਥੇ ਨੀਡ ਦੀ ਗੱਲ ਆਉਂਦੀ ਆ ਅਸੀਂ ਕਹੀਏ ਸਾਡੀ ਤਾਂ ਹਾਲਤ ਬਹੁਤ ਬੁਰੀ, ਸਾਡੀ ਤਾਂ ਜੌਬ ਜਿਹੜੀ ਆ ਉਹ ਹੈ ਨਹੀਂ ਗੀ। ਔਰ ਜਿਸ ਵੇਲੇ ਕੱਪੜੇ ਲੀੜੇ ਦੀ ਗੱਲ ਆ ਗਈ, ਜਾਂ ਕੁਛ ਕਾਰ ਦੀ ਆ ਗਈ, ਜਾਂ ਕੁਛ ਘਰ ਦੀ ਆ ਗਈ, ਉਸ ਵੇਲੇ ਅਸੀਂ ਝੱਟ ਦੇਣੇ ਪੈਸਾ ਕੱਢ ਕੇ ਕਹਿ ਦਿੰਦੇ ਜੀ ਆ ਗਿਆ। ਪਰਮੇਸ਼ਵਰ ਵੀ ਵੰਡਰ ਕਰਦਾ ਵੀ ਹੁਣ ਤਾਂ ਤੇਰੇ ਕੋਲੇ ਆ ਗਿਆ, ਹੋਰ ਜ਼ਰੂਰਤਾਂ ਲਈ ਤੇਰੇ ਕੋਲੇ ਹੈਗਾ, ਪਰ ਮੇਰੇ ਘਰ ਦੇ ਲਈ ਤੇਰੇ ਕੋਲੇ ਪੈਸਾ ਨਹੀਂ ਹੈਗਾ। ਪਰਮੇਸ਼ਵਰ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ। ਗਲਾਤੀਆਂ 4:6 ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ। ਇਨਸਾਨ ਜੋ ਬੀਜਦਾ ਉਹੀ ਵੱਢਦਾ। ਸੋ ਵਾਪਸ ਆ ਜਾਓ ਹਨਾਨਿਆ ਤੇ ਸਫੀਰਾ ਦੀ ਸਟੋਰੀ ਦੇ ਉੱਪਰ। ਉਹ ਜਿਹੜੇ ਉਹਨਾਂ ਨੇ ਕੁਝ ਹਿੱਸਾ ਰੱਖ ਲਿਆ, ਕੁਝ ਹਿੱਸਾ ਲਿਆ ਕੇ ਉਹਨਾਂ ਨੇ ਸੋਚਿਆ ਕਿ ਜਿੱਦਾਂ ਬਰਨਾਬਾਸ ਦੀ ਜੈ ਜੈ ਹੋਈ ਆ, ਘਰ ਵਾਲੀ ਸੋਚਦੀ ਪਈ ਆ, ਉਹ ਸੋਚਦਾ ਪਿਆ ਕਿ ਹੁਣ ਸਾਡੀ ਵੀ ਇਸੇ ਤਰ੍ਹਾਂ ਜੈ ਜੈਕਾਰ ਹੋਊਗੀ ਕਿ ਅਸੀਂ ਵੀ ਪੈਸਾ ਦਿੱਤਾ। ਪਰ ਪਤਰਸ ਨੇ ਕੀ ਕਿਹਾ? ਪਤਰਸ ਨੇ ਕਿਹਾ ਤੇਰੇ ਮਨ ਵਿੱਚ ਸ਼ੈਤਾਨ ਕਿਉਂ ਆਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਜਾਇਦਾਦ ਦੇ ਮੁੱਲ ਦਾ ਕੁਝ ਹਿੱਸਾ ਆਪਣੇ ਲਈ ਪਿੱਛੇ ਰੱਖ ਲਵੇਂ। ਚੌਥੀ ਆਇਤ ਵਿੱਚ ਦੇਖੋ, ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ ਅਤੇ ਵਿਕਣ ਤੇ ਇਸ ਦਾ ਮੁੱਲ ਤੇਰੇ ਅਧਿਕਾਰ ਵਿੱਚ ਨਹੀਂ ਸੀ? ਯੂ ਡੋਂਟ ਹੈਵ ਟੂ ਕਿ ਵੀ ਨਹੀਂ ਜੀ ਮੈਂ ਤਾਂ ਜੇ ਉਹਨਾਂ ਨੇ ਪੂਰਾ ਘਰ ਦਿੱਤਾ ਤੇ ਮੈਂ ਵੀ ਆਪਣਾ ਪੂਰਾ ਘਰ ਵੇਚ ਕੇ ਦੇਣਾ। ਕੋਈ ਮਰਕੁਸ ਦੀ ਮਾਂ ਸੀ ਜਿਹਦੇ ਘਰ ਦੇ ਵਿੱਚ ਸਾਰੇ ਮਿਲ ਕੇ ਪ੍ਰਾਰਥਨਾ ਕਰਦੇ ਸੀ, ਉਹਨੇ ਤਾਂ ਵੇਚਿਆ ਨਹੀਂ ਆਪਣਾ ਘਰ। ਪਰ ਅਗਰ ਤੁਸੀਂ ਜੋ ਹੈਗਾ ਤੁਸੀਂ ਕਹਿੰਦੇ ਪ੍ਰਭੂ ਜੀ ਤੈਨੂੰ ਤਾਂ ਸਾਰਾ ਪਤਾ, ਤੈਨੂੰ ਸਾਡੀ ਸਿਚੁਏਸ਼ਨ ਪਤਾ, ਪ੍ਰਭੂ ਜੀ ਤੂੰ ਸਾਡੇ ਹਾਲਾਤਾਂ ਨੂੰ ਜਾਣਦਾ, ਮੇਰੇ ਕੋਲੇ ਜੋ ਆ ਪ੍ਰਭੂ ਮੈਂ ਪਾ ਦਿੱਤਾ। ਇਟ ਡਜ਼ਨਟ ਹੈਵ ਟੂ ਮੈਚ ਕਿ ਵੀ ਇੰਨਾ ਹੋਣਾ ਚਾਹੀਦਾ, ਇੰਨਾ ਹੋਣਾ ਚਾਹੀਦਾ। ਤੁਸੀਂ ਜੋ ਖੁਸ਼ੀ ਦੇ ਨਾਲ ਪ੍ਰਭੂ ਦੇ ਘਰ ਦੇ ਵਿੱਚ ਪਾਉਣਾ ਮੰਗਦੇ ਆ। ਤਾਂ ਪਤਰਸ ਨੇ ਉਹਨਾਂ ਨੂੰ ਕਿਹਾ ਕਿ ਵੇਚੇ ਜਾਣ ਤੇ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ ਤੇ ਵਿਕਣ ਤੇ ਇਸ ਦਾ ਮੁੱਲ ਤੇਰੇ ਅਧਿਕਾਰ ਵਿੱਚ ਨਹੀਂ ਸੀ। ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਮਨ ਵਿੱਚ ਕਿਉਂ ਕੀਤਾ? ਤੂੰ ਆਦਮੀਆਂ ਨਾਲ ਨਹੀਂ ਸਗੋਂ ਪਰਮੇਸ਼ਵਰ ਦੇ ਨਾਲ ਝੂਠ ਬੋਲਿਆ ਹੈ। ਕੀ ਪਾਪ ਹੈ ਇਹਨਾਂ ਦਾ? ਪਰਮੇਸ਼ਵਰ ਨੂੰ ਕੌਣ ਮੂਰਖ ਬਣਾ ਸਕਦਾ? ਤੁਸੀਂ ਪਰਮੇਸ਼ਵਰ ਤੋਂ ਹਾਈਡ ਕਰ ਸਕਦੇ ਹੋ? ਪਤਰਸ ਕਹਿੰਦਾ ਕਿ ਤੁਸੀਂ ਆਦਮੀਆਂ ਨਾਲ ਨਹੀਂ, ਬੇਸ਼ੱਕ ਚੇਲਿਆਂ ਨੂੰ ਵੀ ਕਿਹਾ, ਪਰਮੇਸ਼ਵਰ ਦੇ ਲੋਕਾਂ ਦੇ ਨਾਲ ਔਰ ਪਰਮੇਸ਼ਵਰ ਦੇ ਨਾਲ ਉਸਨੇ ਝੂਠ ਬੋਲਿਆ। ਔਰ ਵਚਨ 5ਵੀਂ ਆਇਤ ਵਿੱਚ ਲਿਖਿਆ, ਇਹ ਸੁਣਦੇ ਸਾਰੀ ਹਨਾਨਿਆ ਡਿੱਗ ਪਿਆ ਅਤੇ ਉਸਦਾ ਦਮ ਨਿਕਲ ਗਿਆ। ਸਾਰੇ ਸੁਣਨ ਵਾਲੇ ਬਹੁਤ ਭੈਭੀਤ ਹੋ ਗਏ
ਕੁਝ ਨੌਜਵਾਨਾਂ ਨੇ ਉੱਠ ਕੇ ਉਸ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟਿਆ ਤੇ ਬਾਹਰ ਲਿਜਾ ਕੇ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ। ਯਹੂਦੀ ਕਲਚਰ ਦੇ ਵਿੱਚ ਰੀਤ ਸੀ ਕਿ ਜਦੋਂ ਇੱਕ ਇਨਸਾਨ ਪਰਮੇਸ਼ਵਰ ਦਾ ਗੁੱਸਾ ਕਿਸੇ ਤੇ ਆਉਂਦਾ ਸੀ ਤੇ ਉਸ ਦੀ ਲਾਸ਼ ਨੂੰ ਜਲਦੀ ਦੇ ਨਾਲ ਨਾ ਉਹ ਦਫਨ ਕਰ ਦਿੰਦੇ ਸੀ, ਵੇਟ ਨਹੀਂ ਕਰਦੇ ਸੀ। ਈਵਨ ਉਸ ਦੀ ਪਤਨੀ ਦੀ ਵੀ ਉਡੀਕ ਨਹੀਂ ਕੀਤੀ ਗਈ। ਔਰ ਫਿਰ ਲਗਭਗ 3 ਘੰਟੇ ਦੇ ਪਿੱਛੋਂ ਉਸ ਦੀ ਘਰਵਾਲੀ, ਜਿਹੜੀ ਇਸ ਘਟਨਾ ਨੂੰ ਨਹੀਂ ਜਾਣਦੀ ਸੀ, ਅੰਦਰ ਆਈ। ਉਸ ਨੂੰ ਨਹੀਂ ਪਤਾ, ਉਹ ਤਾਂ ਮਨ ਵਿੱਚ ਇਹ ਸੋਚਦੀ ਪਈ ਆ ਕਿ ਵੀ ਜਿੱਦਾਂ ਬਰਨਾਬਾਸ ਨੂੰ ਉਹਨਾਂ ਨੇ ਵਾਹ ਕੀਤੀ ਆ, ਮੇਰੇ ਪਤੀ ਨੂੰ ਵੀ ਉੱਚੀ ਪੋਜੀਸ਼ਨ ਮਿਲੀ ਹੋਣੀ ਆ ਤੇ ਇੱਦਾਂ ਬੈਠਾ ਹੋਣਾ ਉਹ ਵੀ ਘਰੇ ਆ ਕੇ, ਪਰ ਉਹਨੂੰ ਨਹੀਂ ਪਤਾ ਕਿ ਉਹਦੇ ਨਾਲ ਕੀ ਹੋਇਆ। ਤੇ 3 ਘੰਟਿਆਂ ਬਾਅਦ ਉਹ ਜਦੋਂ ਘਰੇ ਆਈ, ਪਤਰਸ ਨੇ ਉਸ ਤੋਂ ਪੁੱਛਿਆ, ਮੈਨੂੰ ਦੱਸ ਕਿ ਤੁਸੀਂ ਇਹ ਜਾਇਦਾਦ ਇੰਨੇ ਨੂੰ ਹੀ ਵੇਚੀ ਸੀ? ਉਸਨੇ ਉੱਤਰ ਦਿੱਤਾ, ਜੀ ਹਾਂ, ਇੰਨੇ ਨੂੰ ਹੀ। ਉਸਦੇ ਕੋਲੇ ਰਿਪੈਂਟ ਕਰਨ ਦਾ ਸਮਾਂ ਸੀ, ਉਸਦੇ ਕੋਲੇ ਕਹਿਣ ਦਾ ਮੌਕਾ ਸੀਗਾ ਕਿ ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ। ਹਾਂ, ਸਾਡੀ ਜਾਇਦਾਦ ਇੰਨੇ ਦੀ ਵਿਕੀ ਸੀ, ਸਾਡੇ ਮਨ ਵਿੱਚ ਆ ਗਿਆ ਸੀ, ਇੰਨੇ ਰੱਖ ਲਏ। ਪਰ ਉਸਨੇ ਕੀ ਕਿਹਾ? ਜੀ ਹਾਂ, ਅਸੀਂ ਇੰਨੇ ਦੀ ਹੀ ਵੇਚੀ ਸੀ। ਪਤਰਸ ਨੇ ਉਸਨੂੰ ਕਿਹਾ, ਤੁਸਾਂ ਦੋਹਾਂ ਨੇ ਪ੍ਰਭੂ ਦੇ ਪਵਿੱਤਰ ਆਤਮਾ ਨੂੰ ਪਰਖਣ ਦਾ ਏਕਾ ਕਿਉਂ ਕੀਤਾ? ਜਿਸ ਵੇਲੇ ਅਸੀਂ ਐਸਾ ਕੰਮ ਕਰਦੇ ਹਾਂ, we can hide things from people, we are human, but we need to understand। Psalm 139 ਪੜ੍ਹ ਕੇ ਦੇਖ ਲਓ, ਤੇਰੀ ਆਤਮਾ ਤੋਂ ਲੁਕ ਕੇ ਮੈਂ ਕਿੱਥੇ ਜਾਵਾਂ। ਅਗਰ ਸਾਡਾ ਜੀਵਨ ਐਸਾ ਹੋਵੇ ਕਿ ਪਰਮੇਸ਼ਵਰ ਦੇ ਨਾਲ ਇੰਨਾ ਹੋਵੇ ਕਲੀਅਰ ਕਿ ਵੀ ਲॉर्ड ਤੈਨੂੰ ਸਭ ਕੁਝ ਪਤਾ, ਤੂੰ ਜਿੱਧਰ ਮਰਜ਼ੀ ਦੇਖ ਸਕਦਾ, ਤਾਂ ਸ਼ੈਤਾਨ ਨੂੰ ਮੌਕਾ ਨਹੀਂ ਮਿਲੂਗਾ, ਸ਼ੈਤਾਨ ਨੂੰ ਡਾਊਟ ਪਾਉਣ ਦਾ ਮੌਕਾ ਨਹੀਂ ਮਿਲੂਗਾ ਕਿ ਨਹੀਂ ਤੁਹਾਡਾ ਪਤਾ ਨਹੀਂ ਆਹ ਸਮਾਂ ਕਿੱਦਾਂ ਨਿਕਲੂਗਾ, ਤੁਹਾਨੂੰ ਇਹਦੇ ਲਈ ਆਹ ਰੱਖ ਲੈਣਾ ਚਾਹੀਦਾ। ਨਹੀਂ, ਜਿੰਨਾ ਹੀ ਇਨਸਾਨ ਪ੍ਰਭੂ ਤੇ ਭਰੋਸਾ ਕਰਦੇ ਆ, ਪ੍ਰਭੂ ਤੇ ਭਰੋਸਾ ਕਰਨ ਵਾਲੇ ਕਦੇ ਸ਼ਰਮਿੰਦਿਆਂ ਨਹੀਂ ਹੁੰਦੇ। ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਆਉਂਦੀ। ਵਿਸ਼ਵਾਸੀਆਂ ਨੂੰ ਥੁੜ ਨਹੀਂ ਸੀਗੀ, ਔਰ ਉਹ ਬਲੈਸ ਵੀ ਹੋਏ ਆ, ਪ੍ਰਭੂ ਨੇ ਉਹਨਾਂ ਨੂੰ ਬਰਕਤ ਵੀ ਦਿੱਤੀ ਆ, ਪਰ ਇਹਨਾਂ ਨੇ ਦੇ ਕੇ ਵੀ ਆਪਣੀਆਂ ਜਾਨਾਂ ਗਵਾ ਲਈਆਂ। ਕਹਿੰਦੇ, ਤੁਸੀਂ ਦੋਹਾਂ ਨੇ ਪ੍ਰਭੂ ਦੇ ਪਵਿੱਤਰ ਆਤਮਾ ਨੂੰ ਪਰਖਣ ਦਾ ਏਕਾ ਕਿਉਂ ਕੀਤਾ? ਦੇਖ, ਤੇਰੇ ਪਤੀ ਦਾ ਅੰਤਮ ਸੰਸਕਾਰ ਕਰਨ ਵਾਲੇ ਬਾਹਰ ਬੂਹੇ ਤੇ ਹਨ ਅਤੇ ਉਹ ਤੈਨੂੰ ਵੀ ਲੈ ਜਾਣਗੇ। ਉਹ ਉਸੇ ਵੇਲੇ ਪਤਰਸ ਦੇ ਚਰਨਾਂ ਤੇ ਡਿੱਗ ਪਈ ਅਤੇ ਦਮ ਤੋੜ ਦਿੱਤਾ। ਨੌਜਵਾਨਾਂ ਨੇ ਅੰਦਰ ਆ ਕੇ ਉਸ ਨੂੰ ਮਰੀ ਵੇਖਿਆ ਅਤੇ ਬਾਹਰ ਲਿਜਾ ਕੇ ਉਸਦੇ ਪਤੀ ਦੇ ਲਾਗੇ ਉਸਦਾ ਵੀ ਅੰਤਮ ਸੰਸਕਾਰ ਕਰ ਦਿੱਤਾ। ਇਸ ਤੋਂ ਸਾਰੀ ਵਿਸ਼ਵਾਸ ਸੰਗਤ ਅਤੇ ਦੂਜੇ ਜਿੰਨਿਆਂ ਨੇ ਸੁਣਿਆ, ਉਹਨਾਂ ਸਾਰਿਆਂ ਤੇ ਭੈ ਛਾ ਗਿਆ। ਅਰਲੀ ਚਰਚ ਦੇ ਵਿੱਚ ਇਹ ਪਹਿਲਾ ਪਾਪ, ਜਿਸ ਤਰ੍ਹਾਂ ਮੈਂ ਪਹਿਲਾ ਸਰਮਨ ਕਿਹਾ ਸੀ, ਇਹ ਪਹਿਲਾ ਪਾਪ ਸੀ ਜੋ ਪਰਮੇਸ਼ਵਰ ਦੇ ਨਾਲ ਜਿਹੜਾ ਰਿਕਾਰਡ ਕੀਤਾ ਗਿਆ ਬਾਈਬਲ ਵਚਨ ਦੇ ਵਿੱਚ, ਕਿ ਜਿਸ ਵੇਲੇ ਲੋਕਾਂ ਨੇ ਇਹ ਕੰਮ ਕੀਤਾ ਤੇ ਉਹਦਾ ਜਿਹੜਾ ਭੈ ਸੀ ਲੋਕਾਂ ਦੇ ਜੀਵਨ 'ਚ ਛਾ ਗਿਆ ਕਿ ਵੀ ਡੋਂਟ ਟਰਾਈ ਟੂ ਪ੍ਰਟੈਂਡ, ਆਪਣੇ ਆਪ ਨੂੰ ਜੋ ਤੁਸੀਂ ਹੈਗੇ ਆ ਦੂਸਰਿਆਂ ਦੀ ਪ੍ਰਸ਼ੰਸਾ ਦੇ ਲਈ ਨਹੀਂ, ਦੂਸਰਿਆਂ ਤੋਂ ਰਿਵਾਰਡ ਲੈਣ ਦੀ ਕੋਸ਼ਿਸ਼ ਨਾ ਕਰੋ, ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ। ਪ੍ਰਭੂ ਤੋਂ ਰਿਵਾਰਡ ਲੈਣਾ ਤਾਂ ਤੁਸੀਂ ਪ੍ਰਭੂ ਲਈ ਕਰਦੇ ਪਏ ਆ। ਯੂ ਡੋਂਟ ਨੀਡ ਟੂ ਟੈਲ ਕਿ ਵੀ ਦੇਖੋ ਜੀ ਮੈਂ ਇੰਨਾ ਪਾ ਦਿੱਤਾ, ਮੈਂ ਇੰਨਾ ਕਰ ਦਿੱਤਾ। ਪ੍ਰਭੂ ਨੂੰ ਪਤਾ, ਔਰ ਜੋ ਤੁਸੀਂ ਪਾਉਂਦੇ ਪਏ ਆ, ਜਿੰਨੇ ਵੀ ਪਾਉਂਦੇ ਪਏ ਆ, ਉਹਨਾਂ ਨੂੰ ਇਹ ਵੀ ਪਤਾ ਕਿ ਪ੍ਰਭੂ ਜੋ ਤੁਸੀਂ ਪਾਉਂਦੇ ਪਏ ਉਹਦੇ ਵਿੱਚ ਐਕਸਟਰਾ ਪਾ ਕੇ ਅਗਰ ਪ੍ਰਭੂ ਤੁਹਾਨੂੰ ਮੰਨਦਾ ਨਹੀਂ ਦਿੰਦਾ ਤਾਂ ਤੁਸੀਂ ਮੈਨੂੰ ਫੜ ਸਕਦੇ ਆ। ਜੋ ਵੀ ਅਸੀਂ ਪ੍ਰਭੂ ਨੂੰ ਦਿੰਨੇ ਆ, ਪ੍ਰਭੂ ਸਾਡਾ ਧਨ ਨਹੀਂ ਰੱਖਦਾ, ਟਰਸਟ ਮੀ। ਉਹ ਉਸ ਦੇ ਵਿੱਚ ਹੋਰ ਹੀ ਪਾ ਕੇ ਸਾਨੂੰ ਵਾਪਸ ਕਰਦਾ। ਮੈਂ ਆਪਣੀ ਜੀਵਨ ਦਾ ਤਜਰਬਾ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ। ਮੇਰੀ ਭੈਣ ਮੈਨੂੰ ਕਹਿੰਦੀ ਸੀ ਪ੍ਰਭੂ ਦੇ ਘਰ ਦੇ ਵਿੱਚ ਪਾ, ਮੇਰੇ ਕੋਲ ਕਈ ਤਰ੍ਹਾਂ ਦੀ ਐਕਸਕਿਊਜ਼ਸ ਸੀਗੀਆਂ, ਪਰ ਮੈਂ ਜਿਸ ਮੰਥ ਤੋਂ ਪਾਉਣਾ ਸ਼ੁਰੂ ਕੀਤਾ, ਪ੍ਰਭੂ ਨੇ ਕਮੀ ਨਹੀਂ ਆਉਣ ਦਿੱਤੀ। ਔਰ ਅੱਜ ਵੀ ਪ੍ਰਭੂ ਮੈਨੂੰ ਕਹਿੰਦਾ, ਬੇਟਾ 2004 ਤੋਂ ਲੈ ਕੇ ਹੁਣ ਤੱਕ ਦੱਸ। ਔਰ ਕੋਈ ਵੀ ਮੇਰਾ ਭੈਣ ਭਰਾ ਕਹਿ ਦੇਵੇ 2004 ਤੋਂ ਬਾਅਦ ਪਾਸਟਰ ਜੀ ਨੇ ਸਾਨੂੰ ਕਿਹਾ ਕਿ ਮੇਰੀ ਹੈਲਪ ਕਰ ਦਿਓ ਥੋੜ੍ਹੀ ਦੇਰ ਦੇ ਲਈ, ਔਰ 2004 ਤੋਂ ਪਹਿਲਾਂ ਮੇਰੇ ਭੈਣ ਭਰਾ ਕਹਿ ਸਕਦੇ ਆ ਕਿ ਪਾਸਟਰ ਜੀ ਮਹੀਨੇ ਵਿੱਚ 2 ਵਾਰੀ ਹੈਲਪ ਮੰਗਦੇ ਸੀ।
every month. ਪ੍ਰਭੂ ਫੇਥਫੁਲਨੈਸ ਚਾਹੁੰਦਾ, ਪ੍ਰਭੂ ਓਨੈਸਟੀ ਚਾਹੁੰਦਾ। ਸਾਨੂੰ ਕਿਸੇ ਨੂੰ ਕੁਛ ਦੱਸਣ ਦੀ ਲੋੜ ਨਹੀਂ, ਕਰਨ ਦੀ ਲੋੜ ਨਹੀਂ। ਬਰਨਾਬਾਸ ਨੇ ਇਹ ਕੰਮ ਕਿਸੇ ਤੋਂ ਮਹਿਮਾ ਕਰਨ ਦੇ ਲਈ ਨਹੀਂ ਕੀਤਾ ਸੀ। ਦੋਨਾਂ ਦੇ ਵਿੱਚ ਡਿਫਰੈਂਸ ਕੀ ਦੇਖਦੇ, ਬਰਨਾਬਾਸ ਤੇ ਹਨਾਨਿਆ ਤੇ ਸਪੀਰਾ ਦੇ ਵਿੱਚ? ਉਹਨਾਂ ਨੇ ਆਪਣੀ ਸਪਿਰਿਚੁਅਲ ਦਿਖਾਵਾ ਜਿਹੜਾ ਮੁਕਟ ਲਾਇਆ ਹੋਇਆ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਅਸੀਂ ਵੀ ਲੋਕ ਹੈਗੇ ਹਾਂ ਜਿਹੜੇ ਦਿਨ ਨੇ। ਪਰ ਬਰਨਾਬਾਸ ਨੇ ਇਸ ਕਰਕੇ ਨਹੀਂ ਕੀਤਾ ਸੀ। ਬਰਨਾਬਾਸ ਦਾ ਮਨ ਸੀ ਪ੍ਰਭੂ ਦੇ ਲਈ, ਉਸਨੇ ਕਰ ਦਿੱਤਾ ਔਰ ਉਸ ਤੋਂ ਬਾਅਦ ਉਸਨੇ ਫੁੱਲੀ ਪ੍ਰਭੂ ਤੇ ਡਿਪੈਂਡ ਕਰਕੇ ਬੈਠ ਗਿਆ। ਪਰ ਇਹਨਾਂ ਨੇ ਜੋ ਕੀਤਾ, ਮੌਕਾ ਮਿਲਿਆ ਪਰ ਇਹਨਾਂ ਨੇ ਉਹ ਵੀ ਸਵੀਕਾਰ ਨਹੀਂ ਕੀਤਾ। ਪਤਨੀ ਨੇ ਵੀ ਸਵੀਕਾਰ ਨਹੀਂ ਕੀਤਾ ਕਿ ਨਹੀਂ ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਮਾਫ ਕਰ ਦਿਓ ਪ੍ਰਭੂ ਜੀ। ਫਿਰ ਵੀ ਨਹੀਂ ਉਸ ਦੇ ਵੱਲ ਮੁੜੇ ਔਰ ਰਿਜ਼ਲਟ ਦੇ ਵਿੱਚ ਕੀ ਹੋਇਆ ਕਿ ਉਹਨਾਂ ਦੀ ਜਿਹੜੀ ਜਾਨ ਸੀਗੀ ਉਹ ਚਲੀ ਗਈ। ਵਚਨ ਦੇ ਇਸ ਹਿੱਸੇ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਦਿਖਾਵਾ ਦਿਖਾਉਣ ਦੀ ਜ਼ਰੂਰਤ ਨਹੀਂ ਹੈਗੀ। ਵਚਨ ਦੇ ਇਸ ਹਿੱਸੇ ਤੋਂ ਅਸੀਂ ਸਿੱਖਦੇ ਹਾਂ ਸਾਨੂੰ ਪਰਮੇਸ਼ਵਰ ਦੇ ਅੱਗੇ ਝੂਠ ਬੋਲਣ ਦੀ ਲੋੜ ਨਹੀਂ ਹੈਗੀ। ਸਿੰਪਲੀ ਅਸੀਂ ਕਹਿ ਸਕਦੇ ਹਾਂ ਪ੍ਰਭੂ ਜੀ ਮੈਂ ਇਸ ਵੇਲੇ ਤੈਨੂੰ ਇੰਨਾ ਹੀ ਤੇਰੇ ਚਰਨਾਂ 'ਚ ਰੱਖ ਸਕਦਾ। ਪ੍ਰਭੂ ਸਮਾਂ ਆਊਗਾ ਜਦੋਂ ਮੈਂ ਹੋਰ ਵੀ ਰੱਖ ਸਕੂੰਗਾ, ਪਰ ਇਸ ਵੇਲੇ ਪ੍ਰਭੂ ਮੈਨੂੰ ਤੂੰ ਸਿਖਾ, ਮੈਂ ਸਿੱਖੂੰਗਾ। ਮੈਂ ਵੀ ਹੌਲੀ ਹੌਲੀ ਥੋੜ੍ਹੇ ਤੋਂ ਸਿੱਖਿਆ ਔਰ ਫਿਰ ਪ੍ਰਭੂ ਨੇ ਇੰਨਾ ਤਸੱਲੀ ਦੇ ਦਿੱਤੀ ਕਿ ਬਿਨਾਂ ਸੋਚਿਆਂ ਬਿਨਾਂ ਫਿਕਰ ਕੀਤਿਆਂ ਸਾਰਿਆਂ ਨਾਲੋਂ ਪਹਿਲਾਂ ਜਿੱਦਾਂ ਪ੍ਰਭੂ ਦੇ ਲਈ ਪਾਸੇ ਕੱਢ ਕੇ ਰੱਖ ਦੇਣਾ ਪ੍ਰਭੂ ਦੇ ਘਰ ਦੇ ਵਿੱਚ। ਔਰ ਫਿਰ ਤੁਸੀਂ ਆਪਣੀ ਤਨਖਾਹ ਨੂੰ ਵਰਤ ਕੇ ਦੇਖੋ ਔਰ ਫਿਰ ਤੁਸੀਂ ਦੇਖੋ ਕਿ ਕਿੰਨੀ ਆਸ਼ੀਸ਼ ਤੇ ਬਰਕਤ ਮਿਲਦੀ ਹੈ। ਔਰ ਤੀਸਰੀ ਚੀਜ਼ ਅਸੀਂ ਵਚਨ ਦੇ ਹਿੱਸੇ ਵਿੱਚੋਂ ਇਹ ਸਿੱਖਦੇ ਹਾਂ, ਲੋੜਵੰਦਾਂ ਦੀ ਮਦਦ। ਅਗਰ ਸਾਨੂੰ ਕੋਈ ਲੋੜਵੰਦ ਦਿਖਾਈ ਦਿੰਦਾ ਪਿਆ, ਜਿਸ ਤਰ੍ਹਾਂ ਅਰਲੀ ਚਰਚ ਵਿੱਚ ਲੋੜਵੰਦ ਸੀਗੇ ਔਰ ਉਹ ਲੋਕ ਲਿਆ ਕੇ ਚੇਲਿਆਂ ਦੇ ਚਰਨਾਂ ਵਿੱਚ ਰੱਖ ਦਿੰਦੇ ਸੀ ਔਰ ਉਹ ਜ਼ਰੂਰਤ ਅਨੁਸਾਰ, ਜਿਹਦੀ ਜ਼ਰੂਰਤ ਅਨੁਸਾਰ ਸੀ ਉਸਨੂੰ ਦੇ ਦਿੰਦੇ ਸੀ। ਐਂਡ ਮਾਈ ਪ੍ਰੇਅਰ ਇਜ਼, ਸਾਡੀ ਚਰਚ ਕਰਦੀ ਆ, ਅਸੀਂ ਫੂਡ ਬੈਂਕ ਦੇ ਵਿੱਚ ਪੈਸਾ ਜਿੱਦਾਂ ਇਕੱਠਾ ਕਰਕੇ ਪਾਇਆ। ਐਸੇ ਹਾਲਾਤ ਹੋਣ ਕਿ ਅਗਰ ਅਸੀਂ ਜਿਹੜਾ ਹੋਮਲੈਸ ਲੋਕਾਂ ਦੇ ਲਈ ਭੋਜਨ ਲੈ ਕੇ ਜਾਣਾ, ਸਾਡੀ ਚਰਚ ਕਰਦੀ ਆ। 10% 12% ਅਸੀਂ ਚਰਚ ਦਾ ਵੀ ਜਿਹੜਾ ਹੈਗਾ ਉਹ ਮਿਸ਼ਨਰੀ ਦੇ ਲਈ ਕੱਢਦੇ ਹਾਂ ਕਿ ਉਹ ਜਾ ਕੇ ਪ੍ਰਭੂ ਦੀ ਸੇਵਾ ਕਰ ਸਕਣ। ਪਰ ਪ੍ਰਭੂ ਕਰੇ ਕਿ ਅਸੀਂ ਇਸੇ ਤਰ੍ਹਾਂ ਜਿੱਥੇ ਜ਼ਰੂਰਤਮੰਦ ਦੇਖੀਏ ਅਸੀਂ ਕਹੀਏ ਕਿ ਨਹੀਂ, ਅਸੀਂ ਖਾਣਾ ਲੈ ਕੇ ਜਾਂਦੇ ਹਾਂ, ਅਸੀਂ ਉਹਨਾਂ ਨੂੰ ਭੋਜਨ ਪ੍ਰੋਵਾਈਡ ਕਰਦੇ ਹਾਂ, ਅਸੀਂ ਉਹਨਾਂ ਨੂੰ ਕੱਪੜਾ ਪ੍ਰੋਵਾਈਡ ਕਰਦੇ ਹਾਂ। ਔਰ ਰਿਮੈਂਬਰ ਮੈਥਿਊ 25 'ਚ ਮੈਂ ਤੁਹਾਨੂੰ ਕਿਹਾ ਸੀ ਪ੍ਰਭੂ ਕਹਿੰਦੇ ਜਦੋਂ ਤੁਸੀਂ ਮਾੜੇ ਤੋਂ ਮਾੜੇ ਨਾਲ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ। ਔਰ ਚਰਚ ਮੈਂ ਪਰਸਨਲ ਐਕਸਪੀਰੀਅੰਸ ਆਪਣਾ ਸ਼ੇਅਰ ਕੀਤਾ ਕਿ ਅਗਰ ਤੁਸੀਂ ਪ੍ਰਭੂ ਦੇ ਨਾਲ ਫੇਥਫੁਲ ਹੋ ਤਾਂ ਤੁਸੀਂ ਪ੍ਰਭੂ ਦੀ ਵਫਾਦਾਰੀ ਤੁਸੀਂ ਸਮਝ ਸਕਦੇ ਨਾ ਕਿ ਅਗਰ ਕੋਈ ਵਫਾਦਾਰ ਆ ਤਾਂ ਉਹ ਪਰਮੇਸ਼ਵਰ ਆ। ਅਗਰ ਤੁਸੀਂ ਉਹਦੇ ਨਾਲ ਵਫਾਦਾਰ ਹੋ ਤਾਂ ਉਹ ਤੁਹਾਡੇ ਨਾਲ ਕਿੰਨਾ ਵਫਾਦਾਰ ਹੋਊਗਾ। ਉਹ ਤੁਹਾਨੂੰ ਕਿਸੇ ਚੀਜ਼ ਦੀ ਥੋੜ ਆਉਣ ਦੇਊਗਾ। ਜਿਸ ਵੇਲੇ ਪ੍ਰਭੂ ਨੇ ਮੈਨੂੰ ਸਿਖਾਇਆ ਸੀ, ਮੈਨੂੰ ਪ੍ਰਭੂ ਨੇ ਇੱਕ ਡਰੀਮ ਦੇ ਵਿੱਚ ਦਿਖਾਇਆ ਕਿ ਜਿੱਦਾਂ ਕੋਈ ਵੱਡਾ ਸਾਰਾ ਭੰਡਾਰਾ ਪਿਆ, ਬਹੁਤ ਵੱਡੇ ਕਮਰੇ 'ਚ ਧਨ ਹੀ ਧਨ ਪਿਆ ਔਰ ਮੈਂ ਥੋੜ੍ਹੇ ਜਿਹੇ ਲਿਜਾ ਕੇ ਰੁਪਈਏ ਉਹਦੇ ਵਿੱਚ ਰੱਖ ਦਿੰਦਾ ਤੇ ਪ੍ਰਭੂ ਕਹਿੰਦਾ ਬੇਟਾ ਥੈਂਕ ਯੂ ਤੇਰਾ, ਤੂੰ ਲੈ ਕੇ ਆਇਆ, ਹੁਣ ਤੈਨੂੰ ਜਿੰਨੇ ਚਾਹੀਦੇ ਤੂੰ ਇੱਥੋਂ ਲੈ ਜਾ, ਜਿਹੜੀ ਤੇਰੀ ਜ਼ਰੂਰਤ ਆ। ਜਦੋਂ ਤੁਸੀਂ ਪ੍ਰਭੂ ਦੇ ਘਰ ਦੇ ਵਿੱਚ ਹਿੱਸੇਦਾਰ ਬਣ ਗਏ, ਉਸ ਤੋਂ ਬਾਅਦ ਫਿਰ ਪ੍ਰਭੂ ਦੀ ਜਿਹੜਾ ਖਜ਼ਾਨਾ ਤੁਸੀਂ ਉਹਦੇ ਹਿੱਸੇਦਾਰ ਬਣ ਗਏ, ਜਿੱਡੀ ਤੁਹਾਡੀ ਜ਼ਰੂਰਤ ਹੋਊਗੀ ਓਨਾ ਹੀ ਪ੍ਰਭੂ ਤੁਹਾਨੂੰ ਉਸ ਦੇ ਵਿੱਚੋਂ ਪ੍ਰੋਵਾਈਡ ਕਰੂਗਾ। ਪਰ ਅਗਰ ਤੁਸੀਂ ਉਹਦੇ ਹਿੱਸੇਦਾਰ ਨਹੀਂ ਬਣੇਗੇ ਤਾਂ ਤੁਹਾਡੀ ਜ਼ਰੂਰਤ ਵੇਲੇ ਪ੍ਰਭੂ ਵੀ ਤੁਹਾਡੇ ਨਾਲ ਨਹੀਂ ਹੋਊਗਾ। ਸੋ ਖੁਦਾਵੰਦ ਸਾਨੂੰ ਬਰਕਤ ਦੇਵੇ, ਖੁਦਾਵੰਦ ਸਾਨੂੰ ਉਸ 'ਤੇ ਭਰੋਸਾ ਦੇਵੇ ਔਰ ਖੁਦਾਵੰਦ ਸਾਨੂੰ ਇਸ ਸਪਿਰਿਚੁਅਲ ਹਿਪੋਕ੍ਰੇਸੀ ਤੋਂ ਬਚਾ ਕੇ ਰੱਖੇ ਕਿ ਅਸੀਂ ਜੋ ਕਰੀਏ ਅਸੀਂ ਕਿਸੇ ਦੇ ਦਿਖਾਵੇ ਲਈ ਨਾ ਕਰੀਏ, ਬਲਕਿ ਅਸੀਂ ਆਪਣੇ ਪ੍ਰਭੂ ਦੇ ਲਈ ਜੋ ਉਸਨੇ ਦਿੱਤਾ, ਜੋ ਵੀ ਸਾਡੇ ਕੋਲ ਆ ਉਸਦਾ ਦਿੱਤਾ, ਅਸੀਂ ਉਸਦੇ ਦਿੱਤੇ ਦੇ ਵਿੱਚ ਉਸ ਨੂੰ ਦਿੰਨੇ ਪਏ ਹਾਂ ਔਰ ਅਸੀਂ ਚੁੱਪ ਚਪੀਤੇ ਦੇ ਦਈਏ ਕਿ ਪ੍ਰਭੂ ਜੀ ਤੇਰੇ ਘਰ ਦੇ ਲਈ। ਔਰ ਖੁਦਾਵੰਦ ਤੁਹਾਨੂੰ ਬਲੈਸ ਕਰੇ, ਤੁਹਾਨੂੰ ਆਪਣੇ ਰਾਹਾਂ 'ਤੇ ਚਲਾਵੇ ਔਰ ਖੁਦਾਵੰਦ ਤੁਹਾਨੂੰ ਕਿਸੇ ਚੀਜ਼ ਦੀ ਕਮੀ ਥੋੜ੍ਹ ਨਾ ਆਉਣ ਦੇਵੇ
ਔਰ ਤੁਹਾਨੂੰ ਐਸੇ ਸਪਿਰਿਚੁਅਲ ਲੋਕ ਬਣਾਵੇ ਜਿੱਥੇ ਤੁਸੀਂ ਕਹੋ ਕਿ ਅਸੀਂ ਤਾਂ ਲੁੱਕ ਕੇ ਪ੍ਰਭੂ ਦੇ ਅੱਗੇ ਦੁਆ ਕਰਨੀ, ਅਸੀਂ ਦਿਖਾਵੇ ਲਈ ਨਹੀਂ ਦੁਆ ਕਰਨੀ ਕਿ ਅਸੀਂ ਦੇਖੋ ਜੀ ਸਾਰੇ ਦੇਖਣ ਕਿ ਅਸੀਂ ਦੁਆ ਕਰਦੇ ਪਏ ਹਾਂ, ਅਸੀਂ ਵਚਨ ਪੜ੍ਹਦੇ ਪਏ ਹਾਂ। ਤੁਹਾਡੀ ਲਾਈਫ ਇੰਨੀ ਜੈਨੂਅਨ ਹੋਵੇ ਕਿ ਪ੍ਰਭੂ ਆਪ ਕਵੇ, ਜਿਸ ਤਰ੍ਹਾਂ ਉਸਨੇ ਸ਼ੈਤਾਨ ਨੂੰ ਕਿਹਾ ਸੀ, ਤੂੰ ਮੇਰਾ ਦਾਸ ਅਯੂਬ ਦੇਖਿਆ, ਉਸ ਵਰਗਾ ਦੂਜਾ ਕੋਈ ਨਹੀਂ। ਐਂਡ ਪ੍ਰਭੂ ਕਰੇ ਕਿ ਤੁਸੀਂ ਇਹ ਆਵਾਜ਼ ਪ੍ਰਭੂ ਦੀ ਸੁਣ ਸਕੋ, ਮੇਰੀ ਬੇਟੀ, ਮੇਰਾ ਬੇਟਾ, ਤੂੰ ਦੇਖਿਆ ਉਸਨੂੰ, ਉਸ ਵਰਗਾ ਦੂਜਾ ਹੋਰ ਕੋਈ ਨਹੀਂ। ਖੁਦਾਵੰਦ ਤੁਹਾਨੂੰ ਬਰਕਤ ਦੇਵੇ, ਖੁਦਾਵੰਦ ਤੁਹਾਨੂੰ ਬਲੈਸ ਕਰੇ। ਆਓ ਦੁਆ ਕਰੀਏ। ਪਿਆਰੇ ਖੁਦਾਵੰਦ, ਅਸੀਂ ਸ਼ੁਕਰ ਕਰਦੇ, ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਪ੍ਰਭੂ ਜੀ ਇਸ ਵਚਨ ਦੇ ਲਈ ਜੋ ਖੁਦਾਵੰਦ ਤੁਸੀਂ ਸਾਨੂੰ ਸਾਡੀ ਸਿੱਖਿਆ ਦੇ ਲਈ ਦਿੰਦੇ ਹੋ ਕਿ ਪ੍ਰਭੂ ਜੀ ਅਸੀਂ ਉਹਨਾਂ ਲੋਕਾਂ ਤੋਂ ਸਿੱਖ ਸਕੀਏ, ਬਰਨਾਬਾਸ ਤੋਂ ਸਿੱਖ ਸਕੀਏ, ਹਨਾਨਿਆ ਸਫੀਰਾ ਤੋਂ ਸਿੱਖ ਸਕੀਏ। ਔਰ ਖੁਦਾਵੰਦ ਅਸੀਂ ਹਨਾਨਿਆ ਤੇ ਸਫੀਰਾ ਵਰਗੇ ਨਹੀਂ ਬਲਕਿ ਬਰਨਾਬਾਸ ਵਰਗੇ ਬਣ ਸਕੀਏ ਖੁਦਾਵੰਦ, ਜੋ ਤੇਰੀਆਂ ਨਜ਼ਰਾਂ ਵਿੱਚ ਉੱਪਰ ਉੱਠਣ ਵਾਲਾ, ਨਾ ਕਿ ਦੁਨੀਆ ਦੀਆਂ ਨਜ਼ਰਾਂ ਵਿੱਚ। ਖੁਦਾਵੰਦ ਪ੍ਰਭੂ ਤੂੰ ਸਾਡੇ ਤੇ ਰਹਿਮ ਕਰੀ, ਸਾਨੂੰ ਆਪਣੇ ਤੇ ਭਰੋਸਾ ਕਰਨ ਦੇ ਵਿੱਚ ਅੱਗੇ ਵਧਾਈ ਖੁਦਾਵੰਦ, ਕਿ ਜਦੋਂ ਅਸੀਂ ਮਦਦ ਕਰੀਏ ਤਾਂ ਅਸੀਂ ਇਹ ਨਾ ਫਿਕਰ ਕਰੀਏ ਕਿ ਹੁਣ ਸਾਡਾ ਕੀ ਹੋਊਗਾ, ਬਲਕਿ ਖੁਦਾਵੰਦ ਤੂੰ ਜਾਣਦਾ। ਪ੍ਰਭੂ ਤੂੰ ਆਪਣੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਥੋੜ੍ਹ ਨਾ ਆਉਣ ਦਿੱਤੀ ਆ, ਨਾ ਤੂੰ ਆਉਣ ਦੇਵੇਂਗਾ। ਤੇਰੇ ਕਲਾਮ 'ਚ ਲਿਖਿਆ ਕਿ ਜਵਾਨ ਸ਼ੇਰ ਭੁੱਖਾ ਤੇ ਲੋੜਵੰਦ ਹੋ ਸਕਦਾ, ਪਰ ਮੇਰੇ ਬੱਚਿਆਂ ਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੋਵੇਗੀ। ਤੇਰੇ ਪਿਆਰੇ ਵਾਅਦਿਆਂ ਲਈ ਤੇਰਾ ਸ਼ੁਕਰ ਕਰਦੇ ਹਾਂ। ਔਰ ਖੁਦਾਵੰਦ ਸੱਚਮੁੱਚ ਅੱਜ ਤੇਰੇ ਬੱਚੇ ਇਹ ਕਹਿ ਸਕਦੇ ਆ ਕਿ ਜਬ ਸੇ ਪਿਆਰਾ ਯਿਸੂ ਆਇਆ ਮੇਰਾ ਜੀਵਨ ਬਦਲ ਗਿਆ। ਜਿਸ ਤਰ੍ਹਾਂ ਖੁਦਾਵੰਦ ਤੂੰ ਜਕਈ ਨੂੰ ਬਦਲ ਦਿੱਤਾ, ਖੁਦਾਵੰਦ ਤੂੰ ਉਸਦੇ ਘਰ ਆਇਆ ਔਰ ਖੁਦਾਵੰਦ ਉਸਨੇ ਆਪਣਾ ਧਨ ਦੌਲਤ ਜੋ ਜਿਸ ਤੇ ਉਸ ਨੂੰ ਮਾਣ ਸੀ ਉਹ ਲੁਕੋ ਰੱਖਿਆ ਸੀ, ਪ੍ਰਭੂ ਜੀ ਉਸਨੇ ਉਹ ਸਭ ਲੋਕਾਂ ਦੇ ਵਿੱਚ ਵੰਡ ਦਿੱਤਾ। ਔਰ ਤੂੰ ਆਖਿਆ ਕਿ ਅੱਜ ਇਸ ਦੇ ਘਰ ਦੇ ਵਿੱਚ ਮੁਕਤੀ ਆਈ ਆ। ਖੁਦਾਵੰਦ ਤੂੰ ਸਾਨੂੰ ਵੀ ਉਹਨਾਂ ਚੀਜ਼ਾਂ ਤੋਂ ਮੁਕਤ ਕਰ ਦੇ ਜਿਨ੍ਹਾਂ ਨੂੰ ਅਸੀਂ ਫੜ ਕੇ ਰੱਖਿਆ ਹੋਇਆ, ਕਿ ਪ੍ਰਭੂ ਜੀ ਅਸੀਂ ਤੇਰੇ ਤੇ ਭਰੋਸਾ ਕਰੀਏ। ਔਰ ਖੁਦਾਵੰਦ ਕਦੇ ਵੀ ਅਸੀਂ ਜਦੋਂ ਦਈਏ ਤਾਂ ਦਿਲ ਦੀ ਸ਼ੁਕਰਗੁਜ਼ਾਰੀ ਨਾਲ, ਔਰ ਪ੍ਰਭੂ ਜੀ ਓਪਨਲੀ ਤੈਨੂੰ ਦਈਏ, ਨਾ ਕਿ ਖੁਦਾਵੰਦ ਲੋਕਾਂ ਸਾਹਮਣੇ ਉੱਚੇ ਹੋਣ ਦੇ ਲਈ। ਖੁਦਾਵੰਦ ਤੂੰ ਆਪਣੇ ਬੱਚਿਆਂ ਨੂੰ ਬਲੈਸ ਕਰ। ਅੱਜ ਦੇ ਦਿਨ ਦੇ ਲਈ ਸ਼ੁਕਰ ਕਰਦੇ ਹਾਂ, ਤੂੰ ਸਾਨੂੰ ਆਪਣੇ ਇਸ ਘਰ ਦੇ ਵਿੱਚ ਲੈ ਕੇ ਆਇਆ। ਖੁਦਾਵੰਦ ਤੂੰ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰੀ, ਜਦੋਂ ਹੁਣ ਇਹ ਬਾਹਰ ਜਾਣ ਤਾਂ ਖੁਦਾਵੰਦ ਤੇਰਾ ਖੂਨ ਇਹਨਾਂ ਦੇ ਉੱਪਰ ਲਗਾ ਦਿੰਦੇ ਆ। ਤੂੰ ਇਹਨਾਂ ਦੇ ਅੱਗੇ ਪਿੱਛੇ ਹੋ ਕੇ ਇਹਨਾਂ ਦੀ ਰਾਖੀ ਕਰੀ, ਇਹਨਾਂ ਦੇ ਬੱਚਿਆਂ ਦੀ ਰਾਖੀ ਕਰੀ। ਭੈਣ ਬਬਲੀ ਨੇ ਜਦੋਂ ਕੱਲ ਪ੍ਰਭੂ ਜੀ ਟਰੈਵਲ ਕਰਨਾ BC ਨੂੰ, ਉਸ ਦੇ ਲਈ ਦੁਆ ਕਰਦੇ ਆ ਖੁਦਾਵੰਦ। ਪ੍ਰਭੂ ਜਦੋਂ ਤੇਰੇ ਬੱਚੇ ਡਰਾਈਵ ਕਰਕੇ ਜਾਣ ਤਾਂ ਤੂੰ ਉਹਨਾਂ ਨੂੰ ਸਹੀ ਸਲਾਮਤ ਪ੍ਰਭੂ ਜੀ ਲੈ ਕੇ ਜਾਈ। ਦੀਪਕ ਨੇ, ਮਨਪ੍ਰੀਤ ਨੇ ਜਦੋਂ ਵਾਪਸ ਆਉਣਾ BC ਤੋਂ, ਖੁਦਾਵੰਦ ਤੂੰ ਉਹਨਾਂ ਨੂੰ ਵੀ ਸਹੀ ਸਲਾਮਤ ਲੈ ਕੇ ਆਈ। ਤੇਰੇ ਬੱਚੇ ਜੋ ਹਸਪੀਟਲ ਵਿੱਚ ਆ, ਭੈਣ ਛਿੰਦਰ, ਭਰਾ ਬਲਵਿੰਦਰ, ਪ੍ਰਭੂ ਜੀ ਉਹਨਾਂ ਲਈ ਤੇਰੀ ਸ਼ਿਫਾ ਮੰਗਦੇ ਆ। ਰਾਜ ਦੇ ਲਈ ਤੇਰੀ ਸ਼ਿਫਾ ਮੰਗਦੇ ਆ, ਭਰਾ ਪਰਮਜੀਤ ਦੇ ਲਈ ਤੇਰੀ ਸ਼ਿਫਾ ਮੰਗਦੇ ਆ। ਖੁਦਾਵੰਦ ਤੇਰੇ ਚਰਨਾਂ ਦੇ ਵਿੱਚ ਜ਼ਰੂਰਤਮੰਦ ਹੋ ਕੇ ਆਉਂਦੇ ਆ। ਤੂੰ ਸਾਡਾ ਸ਼ਾਫੀ ਆ, ਚੰਗਾ ਕਰਨ ਵਾਲਾ। ਔਰ ਖੁਦਾਵੰਦ ਤੂੰ ਆਪਣੇ ਬੱਚਿਆਂ ਨੂੰ ਹੱਥ ਵਧਾ ਕੇ ਛੂ ਔਰ ਆਰਾਮ ਦੇ। ਯਿਸੂ ਮਸੀਹ ਦੇ ਮਿੱਠੇ ਤੇ ਪਿਆਰੇ ਨਾਮ ਦੇ ਵਿੱਚ ਮੰਗਦੇ ਆ, ਸੁਣੋ ਤੇ ਕਬੂਲ ਕਰੋ। ਆਮੀਨ, ਆਮੀਨ। ਪ੍ਰਭੂ ਤੁਹਾਨੂੰ ਅੱਜ ਖਾਸ ਦਿਨ ਬਹੁਤਾਤ ਵਿੱਚ ਬਲੈਸ ਕਰੇ ਅਤੇ ਤੁਹਾਡੀ ਸੰਭਾਲ ਕਰੇ। ਪ੍ਰਭੂ ਕਰੇ ਕਿ ਤੁਸੀਂ ਅਤੇ ਤੁਹਾਡੀ ਸੰਤਾਨ ਖੂਬ ਪ੍ਰਭੂ ਦੇ ਵਿਸ਼ਵਾਸ ਦੇ ਵਿੱਚ ਵਧੋ। ਪ੍ਰਭੂ ਤੁਹਾਡੇ ਹਰ ਸੁਪਨੇ ਨੂੰ ਪੂਰਾ ਕਰੇ। ਖਾਸ ਕਰਕੇ ਮੈਂ ਤੇ ਮੇਰਾ ਘਰਾਨਾ ਯਿਸੂ ਮਸੀਹ ਦੀ ਸੇਵਾ ਕਰਾਂਗੇ। ਪ੍ਰਭੂ ਤੁਹਾਡੇ ਉਸ ਸੁਪਨੇ ਨੂੰ ਪੂਰਾ ਕਰੇ। ਤੁਸੀਂ ਹਮੇਸ਼ਾ ਪ੍ਰਭੂ ਦੇ ਪਿਆਰ ਦੇ ਵਿੱਚ ਬਣੇ ਰਹੋ ਅਤੇ ਪ੍ਰਭੂ ਤੁਹਾਨੂੰ ਸਵਰਗ ਤੋਂ ਬੁੱਧੀ ਦੀ ਦਾਤ ਦੇਵੇ। ਤੁਸੀਂ ਉਸ ਦੀ ਹਮੇਸ਼ਾ ਇੱਛਾ ਦੇ ਅਨੁਸਾਰ ਜੀਵਨ ਗੁਜ਼ਾਰ ਸਕੋ। ਪ੍ਰਭੂ ਤੁਹਾਡੇ ਅੱਗੇ ਅੱਗੇ ਚੱਲ ਕੇ ਤੁਹਾਨੂੰ ਅਤੇ ਤੁਹਾਡੀ ਸੰਤਾਨ ਨੂੰ ਹਮੇਸ਼ਾ ਗਾਈਡ ਕਰੇ। ਪ੍ਰਭੂ ਆਪਣੇ ਚਾਨਣ ਤੋਂ ਤੁਹਾਨੂੰ ਚਾਨਣ ਬਣਾਵੇ ਕਿ ਤੁਸੀਂ ਪ੍ਰਭੂ ਦੇ ਲਈ ਅਤੇ ਇਸ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣੋ। ਪ੍ਰਭੂ ਤੁਹਾਨੂੰ ਆਪਣੀ ਆਤਮਾ ਦੇ ਨਾਲ ਭਰਦਾ ਜਾਵੇ ਅਤੇ ਤੁਹਾਨੂੰ ਸਾਰੀਆਂ ਕੌਮਾਂ ਦੇ ਲਈ ਬਰਕਤ ਦਾ ਕਾਰਨ ਬਣਾਏ। ਗੋਡ ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇਵੇ ਔਰ ਖੁਦਾਵੰਦ ਤੁਹਾਨੂੰ ਬਹੁਤਾਤ ਵਿੱਚ ਬਲੈਸ ਕਰੇ। ਆਮੀਨ। ਸੋ ਜਦੋਂ ਤੁਸੀਂ ਹੁਣ ਬਾਹਰ ਜਾਣਾ